ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ। ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਕਿਤਲੇ ਬ੍ਰਾਹਮਣ ਸਾਰਸੁਤ ਪੜੋ ਜੀ। ਕਿਤਲੇ ਬ੍ਰਾਹਮਣ ਸਾਰਸੁਤ ਵਰਤੀਸਰ ਸਾਰੇ ਇਕੱਠੇ ਪੜ੍ਹ ਲਓ। ਕਿਤੜੇ ਬ੍ਰਾਹਮਣ ਸਾਰਸੁਤ, ਕਿਤਲੇ ਬ੍ਰਾਹਮਣ ਸਾਰਸੁਤ। ਵਰਤੀਸਰ ਲਾਗਾਇਤ ਲੋਏ, ਵਰਤੀਸਰ ਲਾਗਾਇਤ ਲੋਏ। ਹਾਂਜੀ, ਇਹ ਹੁਣ ਜਿਹੜੇ ਬ੍ਰਾਹਮਣਾਂ ਦੇ ਅੱਗੇ 18 ਗੋਤ ਤੁਸੀਂ ਲਿਖੇ ਸੀ ਨਾ, ਉਹਨਾਂ ਦਾ ਕੁਝ ਕੁ ਵੇਰਵਾ ਇੱਥੇ ਦੇ ਰਹੇ ਨੇ ਭਾਈ ਸਾਹਿਬ ਜੀ ਗੋਤਾਂ ਦੇ ਸੰਬੰਧ ਵਿੱਚ। ਕਿਤੜੇ ਬ੍ਰਾਹਮਣ ਐਸੇ ਹੋਏ ਨੇ ਜਿਹੜੇ ਕਿ ਸਾਰਸੁਤ ਗੋਤ ਵਿੱਚ ਹੋਏ ਨੇ। ਅਤੇ ਬਿਰਤੀ ਸਰ, ਇਹ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ। ਬਿਰਤੀ ਪਲੱਸ ਈਸਰ, ਉਹਨਾਂ ਤੋਂ ਬਣ ਗਿਆ ਬਿਰਤੀਸਰ। ਬਿਰਤੀਸਰ ਦਾ ਭਾਵ ਕੀ ਹੈ? ਅਤੇ ਬਿਰਤ ਈਸਰ, ਹਾਂਜੀ, ਜਿਹੜੇ ਕਿ ਈਸਰ ਨਾਮ ਦਾ ਮਾਲਕ ਦਾ, ਹਾਂਜੀ, ਜਿਨ੍ਹਾਂ ਦੇ ਕਹਿ ਲਓ ਮੰਗਤਿਆਂ ਦੇ ਮਾਲਕ, ਇਹ ਅਰਥ ਹੋ ਜਾਊਗਾ। ਮੰਗਤਿਆਂ ਦੇ ਮਾਲਕ, ਉਹ ਮੰਗਤੇ ਕੌਣ ਸੀ? ਬ੍ਰਾਹਮਣ ਲੋਕ। ਅਤੇ ਮਾਲਕ ਉਹਨਾਂ ਦੇ ਕੌਣ? ਜੱਟ ਜਜਮਾਨ। ਉਹਨਾਂ ਨੂੰ ਬਿਰਤੀਸਰ ਕਹਿੰਦੇ ਨੇ। ਦੋ ਸ਼ਬਦਾਂ ਤੋਂ ਬਣਿਆ ਬਿਰਤੀ ਪਲੱਸ ਈਸਰ। ਬਿਰਤੀਸਰ ਤੋਂ ਇਹ ਫਿਰ ਇਕੱਠਾ ਬਣ ਗਿਆ ਬਿਰਤੀਸਰ। ਜਿਹੜੇ ਕਿ ਉਹਨਾਂ ਨੂੰ ਦਾਨ, ਜਿਨ੍ਹਾਂ ਤੋਂ ਦਾਨ ਲੈਂਦੇ ਨੇ, ਉਹਨਾਂ ਨੂੰ ਕਹਿੰਦੇ ਜਜਮਾਨ। ਸੋ ਇਉਂ ਕਿੰਨੇ ਹੀ ਬ੍ਰਾਹਮਣ ਹੋਏ ਨੇ, ਕੋਈ ਸਾਰਸੁਤ ਹੋਇਆ, ਅਤੇ ਕਿੰਨੇ ਜਿਹੜੇ ਨੇ ਬਿਰਤੀਸਰ, ਉਹਨਾਂ ਦੇ ਜਜਮਾਨ, ਉਹਨਾਂ ਨੂੰ ਦੱਸਣਾ ਦੇਣ ਵਾਲੇ। ਅਤੇ ਲਾਗਾਇਤ ਲੋਏ, ਲਾਗਾਇਤ ਨਾਮ ਹੈ ਲਾਗੀ। ਗਾਂ ਉਹਨਾਂ ਤੋਂ ਵੀ ਅੱਗੇ ਜਿਹੜੇ ਪਿੰਡਾਂ ਵਿੱਚ ਲਾਗੀ ਹੁੰਦੇ ਨੇ ਵਿਚਾਰੇ, ਉਹ ਲੋਏ ਲੋਕ। ਲੋਏ ਦਾ ਅਰਥ ਹੈ ਲੋਕ। ਕਿਤਨੇ ਹੀ ਲਾਗੀ ਲੋਕ ਹੋਏ ਹਨ। ਹਾਂਜੀ, ਪਾਲੋ ਨੂੰ ਲੈਣ ਨੂੰ ਦੁਬਾਰੇ। ਕਿਤੜੇ ਬ੍ਰਾਹਮਣ ਸਾਰਸੁਤ, ਵਰਤੀਸਰ ਲਾਗਾਇਤ ਲੋਏ। ਸੋ ਜਾਂ ਇਉਂ ਵੀ ਇਹਦਾ ਕਰ ਲੈਂਦੇ ਨੇ। ਬਿਰਤੀ ਨਾਮ ਉਪਜੀਵਕਾ ਦਾ ਵੀ ਹੁੰਦਾ ਹੈ। ਈਸਰ ਮਾਲਕ, ਉਪਜੀਵਕਾ ਦੇਣ ਵਾਲਾ ਮਾਲਕ, ਰੋਜੀ ਦੇਣ ਵਾਲਾ। ਉਹ ਬ੍ਰਾਹਮਣ ਇਹਨਾਂ ਤੋਂ ਹੀ ਰੋਜੀ ਲੈਂਦੇ ਸੀ, ਜਜਮਾਨਾਂ ਤੋਂ ਹੀ। ਤਾਂ ਇਹ ਵੀ ਬਿਰਤੀਸਰ ਦਾ ਅਸਰ, ਇੱਕੋ ਹੀ ਗੱਲ ਉੱਥੇ ਹੀ ਚੱਲ ਜਾਂਦੀ ਹੈ। ਹਾਂਜੀ, ਇੱਦਾਂ ਦੇ ਕਿਤਨੇ ਲਾਗੀ ਹੋਏ ਨੇ ਲੋਕ, ਕਿਤਨੇ ਹੀ ਸਾਰਸੁਤ ਬ੍ਰਾਹਮਣ ਜਿਹੜੇ ਨੇ ਇਸ ਗੋਤ ਵਾਲੇ। ਅਤੇ ਬਿਰਤੀਸਰ ਜਿਹੜੇ ਨੇ ਜਜਮਾਨ, ਕਿੰਨੇ ਹੀ ਉਹ ਹੋਏ ਨੇ। ਹਾਂਜੀ, ਸਾਰਸੁਤ ਦੇ ਬਾਰੇ ਸਮਝ ਲਓ, ਇਹ ਗੋਤ ਕਦੋਂ ਚੱਲਿਆ। ਸਾਰਸੁਤਾਂ ਦੀ ਜਿਹੜੀ ਇੱਕ ਪੁਰਾਤਨ ਹੱਲ ਵੀ ਪਈ ਹੋਈ ਹੈ। ਹਾਂਜੀ, ਪਰਸ਼ੁਰਾਮ ਬ੍ਰਾਹਮਣ ਸੀ, ਛਤਰੀਆਂ ਦਾ ਦੁਸ਼ਮਣ ਸੀ ਉਹ। 21 ਵਾਰ ਉਹਨੇ ਛਤਰੀਆਂ ਦਾ ਨਾਸ਼ ਕੀਤਾ, ਧਰਤੀ 'ਤੇ ਖਤਮ ਕੀਤੇ। ਅਤੇ ਉਹ ਕਿਉਂ ਕੀਤੇ? ਦੁਸ਼ਮਣ ਕਿਉਂ ਬਣਿਆ? ਪਰਸ਼ੁਰਾਮ ਦਾ ਜਿਹੜਾ ਪਿਤਾ ਸੀ ਅਤੇ ਜਮਦਗਨੀ, ਉਹਨੂੰ ਸਹੰਸਰਬਾਹੂ ਨੇ ਮਾਰਤਾ ਸੀ। ਉਹਦਾ ਵੈਰ ਲੈਣ ਵਾਸਤੇ ਨੇ ਕਿਹਾ ਵੀ ਮੈਂ ਧਰਤੀ 'ਤੇ ਛਤਰੀਆਂ ਨੂੰ ਰਹਿਣ ਹੀ ਨਹੀਂ ਦੇਣਾ, ਬੀਜ ਨਾਸ਼ ਕਰਨਾ। 21 ਵਾਰੀ ਖਤਮ ਕੀਤੇ ਧਰਤੀ 'ਤੇ। ਸੋ ਇਉਂ ਹੁਣ ਇਹਨੇ ਦੇਖਿਆ ਵੀ ਛਤਰੀ ਅਜੇ ਵੀ ਹੈਗੇ ਨੇ ਕੁਛ, ਅਤੇ ਦੁਬਾਰਾ ਫਿਰ ਹਮਲਾ ਕੀਤਾ ਇਹਨੇ, ਪਰਸ਼ੁਰਾਮ ਨੇ। ਤਾਂ ਛਤਰੀਆਂ ਦੀਆਂ ਕੁਝ ਜਿਹੜੀਆਂ ਸੀ ਪ੍ਰੈਗਨੈਂਟ ਜਾਂ ਕਹਿ ਲਓ ਗਰਭਵਤੀ ਇਸਤਰੀਆਂ ਜਿਹੜੀਆਂ ਥੀਆਂ, ਉਹਨਾਂ ਨੂੰ ਮੁਕਾਉਣਾ ਚਾਹੁੰਦਾ ਸੀ ਵੀ ਇਹਨਾਂ ਨੇ ਜਨਮ ਦੇ ਦੇਣਾ, ਛਤਰੀ ਫਿਰ ਪੈਦਾ ਹੋ ਜਾਣਗੇ। ਉਹ ਇਸਤਰੀਆਂ ਜਿਹੜੀਆਂ ਸੀ ਰਿਸ਼ੀਆਂ ਦੀ ਸ਼ਰਨ ਵਿੱਚ ਚਲ ਗਈਆਂ, ਜਿਹੜੀਆਂ ਪ੍ਰੈਗਨੈਂਟ ਗਰਭਵਤੀ ਸੀ। ਸ਼ਰਨ ਵਿੱਚ ਜਾਣ ਕਰਕੇ ਇਹਨੂੰ ਜਦ ਨਾ ਮਿਲਿਆ ਕੋਈ ਇੱਦਾਂ ਦਾ, ਅਤੇ ਇਹਨੇ ਹੌਲੀ ਹੌਲੀ ਭਾਲ ਕੀਤੀ, ਰਿਸ਼ੀਆਂ ਕੋਲ ਪਹੁੰਚ ਗਿਆ ਵੀ ਇੱਥੇ ਇਹਨਾਂ ਦੀ ਸ਼ਰਨ ਵਿੱਚ ਆਈਆਂ ਨੇ, ਪਨਾਹ ਇੱਥੇ ਲਈ ਹੋਈ ਆ ਉਹਨਾਂ ਨੇ। ਅਤੇ ਆਖਿਰ ਰਿਸ਼ੀ ਨੇ ਪੁੱਛਿਆ ਕਿ ਇੱਥੇ ਜਿਹੜੀਆਂ ਨੇ ਛਤਰਾਣੀਆਂ ਆਈਆਂ ਨੇ, ਅਤੇ
ਰਿਸ਼ੀਆਂ ਨੇ ਆਖਿਆ ਉਹਨਾਂ ਦਾ ਸਰਨ ਮਚਾਈਆਂ ਦੀ ਲਾਜ ਰੱਖਣ ਵਾਸਤੇ। ਕਹਿਣ ਲੱਗੇ ਸਤਰਾਣੀਆਂ ਤਾਂ ਨਹੀਂ ਹਨ, ਬ੍ਰਾਹਮਣ ਸਾਡੇ ਆਪਣੀਆਂ ਘਰ ਵਾਲੀਆਂ ਹੀ ਨੇ ਸਾਰੀਆਂ। ਰਿਸ਼ੀ ਕਹਿਣ ਲੱਗੇ, ਉਹ ਕਹਿੰਦੇ ਚੰਗਾ ਜੇ ਘਰ ਵਾਲੀਆਂ ਨੇ ਤਾਂ ਇਹਨਾਂ ਦੇ ਹੱਥ ਤੋਂ ਰੋਟੀ ਪਕਵਾ ਕੇ ਖਾਓ, ਕੱਚੀ ਰੋਟੀ ਜਿਹੜੀ ਆ। ਅਤੇ ਉਦੋਂ ਬੇਨਿਯਮਾ ਕੰਮ ਹੁੰਦਾ ਸੀ ਬ੍ਰਾਹਮਣਾਂ ਵਾਸਤੇ ਜਾਂ ਰਿਸ਼ੀਆਂ ਵਾਸਤੇ। ਪਰ ਉਹਨਾਂ ਨੇ ਉਹਦੀ ਸਰਨ ਮਚਾਈਆਂ ਦੀ ਰੱਖਿਆ ਕਰਨ ਕਰਕੇ ਵੀ ਉਹਨਾਂ ਦੇ ਹੱਥੋਂ ਰੋਟੀਆਂ ਪਕਵਾ ਕੇ ਖਾਧੀਆਂ। ਉਦੋਂ ਤੋਂ ਜਿਹੜੇ ਉਹਨਾਂ ਤੋਂ ਅੱਗੇ ਔਲਾਦ ਹੋਈ, ਕਿਉਂਕਿ ਗਰਭਵਤੀ ਤਾਂ ਥੀਆਂ ਹੀ ਉਹ ਪਹਿਲਾਂ ਹੀ, ਉਹ ਜਿਹੜੀ ਔਲਾਦ ਪੈਦਾ ਹੋਈ ਉਹਦਾ ਨਾਂ ਸਾਰਸਵਤ ਰੱਖਿਆ। ਉੱਥੋਂ ਸਾਰਸਵਤ ਚੱਲਿਆ ਗੋਤ, ਇਹ ਸਮਝ ਲਿਓ। ਜਾਂ ਪੁਰਾਣਾ ਵਿੱਚ ਕਥਾ ਹੋਰ ਵੀ ਆਉਂਦੀ ਹੈ ਇਹਦੇ ਸੰਬੰਧ ਵਿੱਚ ਕਿ ਇੱਕ ਦਾਧੀਚ ਰਿਸ਼ੀ ਹੋਇਆ। ਦਾਧੀਚ, ਦੱਦੇ ਨੂੰ ਕੰਨਾ ਤੱਦੇ ਨੂੰ ਵਿਹਾਰੀ ਚੱਚਾ, ਦਾਧੀਚ। ਉਹ ਜਿਹੜਾ ਰਿਸ਼ੀ ਸੀ, ਇਹ ਪੁਰਾਣਾ ਦੀ ਕਥਾ ਵਾ। ਉਹ ਜਿਹੜੀ ਪਹਿਲਾਂ ਦੱਸਿਆ ਤੁਹਾਨੂੰ ਉਹ ਗੱਲ ਚੱਲੀ ਆਉਂਦੀ ਹੈ। ਦਾਧੀਚ ਰਿਸ਼ੀ ਜਿਹੜਾ ਸੀ ਇੱਕ ਅਪਸਰਾ ਸੀ, ਅਤੇ ਇਹ ਤਪ ਕਰਨ ਲੱਗ ਗਿਆ। ਦਾਧੀਚ ਰਿਸ਼ੀ ਜਦੋਂ ਕੋਈ ਤਪ ਕਰਦਾ ਤਾਂ ਇੰਦਰ ਨੂੰ ਫਿਕਰ ਪੈ ਜਾਂਦਾ ਸੀ ਮੇਰਾ ਰਾਜ ਖੋਊਗਾ। ਉਹ ਤਪ ਭੰਗ ਕਰਨ ਵਾਸਤੇ ਕਿਸੇ ਨਾ ਕਿਸੇ ਅਪਸਰਾ ਨੂੰ ਭੇਜ ਦਿੰਦਾ ਸੀ। ਇਹ ਉਹਨੇ ਇੱਕ ਅਪਸਰਾ ਨੂੰ ਭੇਜਿਆ ਜਿਹਦਾ ਨਾਮ ਸੀ ਅਲੰਬਾ। ਅਲੰਬਾ ਅਪਸਰਾ ਨੂੰ ਭੇਜਿਆ। ਉਹਦਾ ਰੂਪ ਦੇਖ ਕਰਕੇ ਇੰਨਾ ਹੀ ਡੁਲਾਇਮਾਨ ਹੋਇਆ ਅਤੇ ਬੀਰਜਪਾਤ ਹੋਇਆ। ਉਹ ਜਿਹੜਾ ਸੀ ਸਰਸੋਂ ਦੀ ਨਦੀ ਜਿਹੜੀ ਆ ਉਹਦੇ 'ਚ ਬੀਜ ਡਿੱਗਾ, ਉਹ ਤੋਂ ਸਾਰਸਵਤ ਪੈਦਾ ਹੋਇਆ। ਅਤੇ ਉਦੋਂ ਵੀ ਇਹ ਗੋਤ ਇੱਦਾਂ ਇਹ ਮੰਨਿਆ ਜਾਂਦਾ ਹੈ ਵੀ ਸਾਰਸਵਤ ਗੋਤ ਉਹਨਾਂ ਦਾ ਚੱਲਿਆ ਹੋਇਆ ਹੈ। ਇਹ ਸਮਝ ਲੈਣਾ ਜੀ। ਹਾਂ, ਕਿਤੜੇ ਬ੍ਰਾਹਮਣ ਸਾਰਸਵਤ, ਕਿਤੜੇ ਬ੍ਰਾਹਮਣ ਸਾਰਸਵਤ। ਕਿਉਂ ਸਾਰਸਵਤ ਗੋਤ ਦੇ ਕਿਤਨੇ ਬ੍ਰਾਹਮਣ ਨੇ, ਅਤੇ ਵਿਰਤੀ ਸਰ ਇਹਨਾਂ ਦੇ ਕਿਤਨੇ ਜਜਮਾਨ ਨੇ, ਅਤੇ ਲਾਗਾਇਤ ਲੋਏ ਕਿਤਨੇ ਲਾਗੀ ਲੋਕ ਹਨ ਜੀ। ਅੱਗੇ ਕਿਤੜੇ ਗੌੜ ਕਨੌਜੀਏ ਹਾਂਜੀ ਤੀਰਥ ਵਾਸੀ ਕਰਦੇ ਟੋਏ। ਹਾਂ, ਪੜ੍ਹੋ ਸਾਰੇ ਹੁਣ। ਕਿਤੜੇ ਗੌੜ ਕਨੌਜੀਏ, ਕਨੌਜੀਏ ਨਹੀਂ ਕਹਿਣਾ, ਕਨੌਜੀਏ, ਕਨੌਜੀਏ, ਕਨੌ ਕੱਕਾ ਨੰਨੇ ਨੂੰ ਊੜਾ ਕਨੌ ਹੋ ਗਿਆ ਨਾ, ਕਨੌਜੀਏ। ਹਾਂ, ਕਿਤੜੇ ਗੌੜ ਕਨੌਜੀਏ, ਕਿਤੜੇ ਗੌੜ ਕਨੌਜੀਏ ਤੀਰਥ ਵਾਸੀ ਕਰਦੇ ਢੋਏ। ਤੀਰਥ ਵਾਸੀ ਕਰਦੇ ਟੋਏ। ਹਾਂ, ਕਿੰਨੇ ਹੀ ਭਾਈ ਗੌੜ ਗੋਤ ਵਾਲੇ ਹੋਏ ਨੇ ਬ੍ਰਾਹਮਣ। ਸੋ ਗੌੜ ਇੱਕ ਤਾਂ ਇਲਾਕੇ ਦਾ ਵੀ ਨਾਂ ਹੈ। ਪੂਰਬ ਬੰਗਾਲ ਤੋਂ ਲੈ ਕੇ ਉੜੀਸੇ ਤੱਕ ਜਿਹੜਾ ਵਿਚਕਾਰਲਾ ਇਲਾਕਾ ਹੈ, ਪੂਰਬ ਬੰਗਾਲ ਅਤੇ ਉੜੀਸੇ ਦਾ ਵਿਚਕਾਰਲੇ ਇਲਾਕੇ ਨੂੰ ਵੀ ਜਿਹੜਾ ਹੈ ਗੌੜ ਦੇਸ਼ ਕਿਹਾ ਜਾਂਦਾ ਹੈ। ਉੱਥੋਂ ਦੇ ਵਸਨੀਕਾਂ ਦਾ ਨਾਮ ਵੀ ਗੌੜ ਹੈ। ਪਰ ਇੱਥੇ ਬ੍ਰਾਹਮਣ ਗੋਤਾਂ ਦੀ ਗੱਲ ਚੱਲ ਰਹੀ ਹੈ। ਇਹ ਭਾਵ ਹੈ ਫਿਰ ਗੌੜ ਜਿਹੜਾ ਉਹਨਾਂ ਦਾ ਗੋਤ ਹੈ ਬ੍ਰਾਹਮਣਾਂ ਦਾ। ਸੋ ਕਿੰਨੇ ਹੀ ਗੌੜ ਗੋਤ ਵਾਲੇ ਬ੍ਰਾਹਮਣ। ਕਿਤੇ ਨੇ ਕਨੌਜੀਏ, ਕਨੌਜੀਏ ਤੋਂ ਲੈਣਾ ਕਨੌਜ। ਕਨੌਜ ਵੀ ਜਿਹੜਾ ਹੈ ਇਹ ਇਲਾਕੇ ਦਾ ਨਾਂ ਹੈ, ਯੂਪੀ ਵਿੱਚ ਹੈ। ਫਰਰਖਾਬਾਦ ਜ਼ਿਲ੍ਹੇ ਦੇ ਵਿੱਚ ਕਨੌਜ ਸ਼ਹਿਰ ਹੈ। ਊੜੇ ਨੌਕਰ ਹੈ, ਨੰਨੇ ਦੇ ਹੱਥ ਕਲਾ ਕੇ ਊੜੇ ਨੌਕਰ ਕਨੌ ਉਚਾਰਨ ਵੇਲੇ ਲੱਗੂਗਾ ਨਾ ਕਨੌਜੀਏ। ਕਨ ਉਜੀਏ ਨਹੀਂ ਪੜ੍ਹਨਾ, ਉਹ ਗਲਤ ਉਚਾਰਨ ਹੈ। ਫਿਰ ਪੜ੍ਹ ਲਓ ਕਿਤੜੇ ਗੌੜ ਕਨੌਜੀਏ ਤੀਰਥ ਵਾਸੀ ਕਰਦੇ ਟੋਏ। ਹਾਂ, ਕਨੌਜ ਸ਼ਹਿਰ ਦਾ ਵੀ ਨਾਂ ਹੈ। ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਯੂਪੀ ਦੇ ਵਿੱਚ ਫਰਰਖਾਬਾਦ ਜ਼ਿਲ੍ਹਾ ਹੈ। ਉਸ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ ਕਨੌਜ, ਜਿਹੜੀ ਕਿ ਹਿੰਦੂਆਂ ਦਾ ਬਹੁਤ ਸਮਾਂ ਇਹ ਰਾਜਧਾਨੀ ਰਿਹਾ ਹੈ। ਕਨੌਜ ਸ਼ਹਿਰ ਹਿੰਦੂ ਲੋਕਾਂ ਦਾ ਤਾਂ ਬਹੁਤ ਸਮੇਂ ਤੋਂ ਇਹ ਰਾਜਧਾਨੀ ਰਹੀ ਹੈ ਕਨੌਜ। ਪਰ ਮੁਹੰਮਦ ਗੌਰੀ ਦਾ ਜਦੋਂ ਆਗਮਨ ਹੋਇਆ 1194 ਵਿੱਚ ਮੁਹੰਮਦ ਗੌਰੀ ਆਇਆ ਹਿੰਦੁਸਤਾਨ 'ਤੇ, ਉਹਨੇ ਹਮਲਾ ਕੀਤਾ। ਉਦੋਂ ਕਨੌਜ ਉਹ ਜਿਹੜਾ ਸੀ ਆਖਰੀ ਰਾਜਾ ਸੀ ਹਿੰਦੂਆਂ ਦਾ, ਜੈ ਸਿੰਘ, ਅਤੇ ਉਹਨੂੰ ਖਤਮ ਕਰਕੇ ਹਿੰਦੂਆਂ ਦੀ ਰਾਜਧਾਨੀ ਖਤਮ ਕਰਕੇ ਇਹਨੇ ਇਸਲਾਮ ਦੀ ਰਾਜਧਾਨੀ ਉੱਥੇ ਕਾਇਮ ਕੀਤੀ। ਸੋ ਉਹ ਉਦੋਂ ਲੈ ਕੇ ਕਨੌਜ ਸ਼ਹਿਰ ਹੈ। ਉੱਥੋਂ ਦੇ ਵਾਸੀਆਂ ਦਾ ਨਾਮ ਵੀ ਕਨੌਜੀਏ ਕਿਹਾ ਜਾਂਦਾ ਹੈ। ਪਰ ਕਨੌਜ ਇੱਕ ਗੋਤ ਵੀ ਹੈ। ਸੋ ਕਨੌਜ ਗੋਤ ਕੀ ਹੈ ਉਸ ਸੰਬੰਧ ਵਿੱਚ ਸਮਝ ਲਓ ਕਿੱਥੋਂ ਬਣਿਆ ਹੈ ਕਨੌਜ। ਕਹਿੰਦੇ ਨੇ ਬਈ ਕੁਛ ਨਾਭ ਇੱਕ ਰਿਸ਼ੀ ਹੋਇਆ ਹੈ। ਕੁਛ ਨਾਭ ਰਿਸ਼ੀ ਦਾ ਨਾਂ ਸੀ ਕੁਛ ਨਾਭ। ਇਹ ਜਿਹੜਾ ਕੁਛ ਨਾਭ ਰਿਸ਼ੀ ਸੀ ਇਹਨੇ ਕਿਰਤਾਚੀ ਇੱਕ ਅਪਸਰਾਵਾਂ ਅਪਸਰਾ ਨਾਂ ਕਿਰਤਾਚੀ। ਇਹ ਜਿਹੜਾ ਰਾਜ ਰਿਸ਼ੀ ਸੀ ਉਸ ਕਿਰਤਾਚੀ ਦੇ ਮੌਤ ਹੋਣ ਕਰਕੇ
ਉਹਦੇ ਡੁਲਾਇਮਾਨ ਹੋਣ ਕਰਕੇ ਉਹ ਤੋਂ ਔਲਾਦ ਪੈਦਾ ਕੀਤੀ। 100 ਲੜਕੀ ਪੈਦਾ ਹੋਈ ਕਰਤਾਚੀ ਚੋਂ। ਜਿਹੜੀ 100 ਲੜਕੀ ਪੈਦਾ ਹੋਈ, ਉਹ 100 ਲੜਕੀ ਜਦੋਂ ਫਿਰ ਜਵਾਨ ਹੋਈ, ਵਿਆਹੁਣ ਦੇ ਯੋਗ ਹੋਈ, ਤਾਂ ਉਸ ਵੇਲੇ ਪੌਣ ਦੇਵਤਾ ਜਿਹੜਾ ਸੀ ਉਹ ਉਹਨਾਂ 'ਤੇ ਡਲਾਇਮਾਨ ਹੋ ਗਿਆ। ਡਲਾਇਮਾਨ ਹੋ ਕੇ ਕਹਿਣਗੇ ਮੇਰੇ ਸਾਡੇ ਨਾਲ ਸ਼ਾਦੀ ਕਰੋ। ਉਹ 100 ਦੀ 100 ਲੜਕੀ ਆਖਣ ਲੱਗੀ ਪਿਤਾ ਦੀ ਆਗਿਆ ਤੋਂ ਬਿਨਾਂ ਕਿਵੇਂ ਕਰ ਸਕਦੀਆਂ ਅਸੀਂ? ਜਵਾਬ ਦਿੱਤਾ ਇਹਨਾਂ ਕੋਲ ਹੋਰ ਕੀ ਹੁੰਦਾ ਸੀ? ਵੱਡਾ ਹਥਿਆਰ ਸ਼ਰਾਪ ਹੁੰਦਾ ਸੀ ਦੇਵਤਿਆਂ ਕੋਲੇ। ਉਹਨਾਂ ਨੂੰ ਸ਼ਰਾਪ ਦਿੱਤਾ ਵਿਚਾਰੀਆਂ ਨੂੰ। ਸ਼ਰਾਪ ਕਿਤੇ ਤੁਸੀਂ ਕੁੱਬੀਆਂ ਹੋ ਜਾਓ। ਕੁੱਬੀਆਂ ਬਣ ਗਈਆਂ ਵਿਚਾਰੀਆਂ, ਕੁੱਬ ਪੈ ਗਏ ਸਾਰੀਆਂ 'ਚ। ਪਰ ਇਹਨਾਂ ਦੇ ਪਿਤਾ ਫਿਰ ਜਿਹੜਾ ਸੀ ਇਹ ਉਹ ਰਿਸ਼ੀ, ਅਤੇ ਉਹਨੇ ਜਿਹੜਾ ਸੀ ਕੁਸ਼ਨਾਭ ਜਿਹੜਾ ਰਿਸ਼ੀ ਸੀ ਉਹਨੇ ਆਪਣੀਆਂ ਸਾਰੀਆਂ ਪੁੱਤਰੀਆਂ ਬ੍ਰਹਮਦੱਤ ਰਾਜੇ ਨਾਲ ਵਿਆਹ ਦਿੱਤੀਆਂ, ਸਾਰੀਆਂ ਕੁੱਬੀਆਂ ਜਿਹੜੀਆਂ ਸੀ, ਅਤੇ ਵਿਆਹੁਣ ਕਰਕੇ ਕੁੱਬ ਦੂਰ ਹੋ ਗਏ। ਉੱਥੋਂ ਫਿਰ ਇਹਨਾਂ ਦਾ ਨਾਂ ਜਿਹੜਾ ਸੀ ਕੰਨ ਹੋ ਗਿਆ। ਇਹ ਕਨੌਜੀਏ ਇੱਥੋਂ ਬਣਿਆ ਕੰਨ ਕੁਬਜ। ਕਾਨ ਕੁਬਜ ਤੋਂ ਕਨੌਜੀਏ ਬਣ ਗਿਆ। ਕਾਨ ਨਾਮ ਕੰਨਿਆ ਦਾ ਅਤੇ ਕੁਬਜ ਨਾਮ ਕੁੱਬ ਦਾ। ਕੁਬਜ ਕੁੱਬ ਨੂੰ ਕਹਿੰਦੇ ਨੇ, ਕੁੱਬ ਵਾਲੀਆਂ ਕੰਨਿਆ। ਉੱਥੋਂ ਗੋਤ ਬਣ ਗਿਆ ਜੀ ਕਨੌਜ, ਬਾਹਮਣਾ ਦਾ ਜਿਹੜਾ ਸੀ। ਹਾਂਜੀ, ਉਹ ਭਾਵ ਕਹਿ ਰਹੇ ਨੇ ਕਿਤੜੇ ਗੌੜ ਕਨੌਜੀਏ, ਕਿਤੜੇ ਗੌੜ ਕਨੌਜੀਏ, ਤੀਰਥ ਵਾਸੀ ਕਰਦੇ ਢੋਏ। ਤੀਰਥ ਵਾਸੀ ਕਰਦੇ ਢੋਏ। ਕਿਤਨੇ ਹੀ ਗੌੜ, ਕਿਤਨੇ ਜਿਹੜੇ ਸੀ ਇਹ ਕਨੌਜ ਗੋਤ ਵਾਲੇ ਬ੍ਰਾਹਮਣ ਹੋਏ, ਅਤੇ ਕੁਝ ਕੁ ਜਿਹੜੇ ਨੇ ਤੀਰਥ ਵਾਸੀ, ਕੁਝ ਜਾ ਕੇ ਤੀਰਥਾਂ 'ਤੇ ਜਾ ਕੇ ਵਸ ਗਏ ਅਤੇ ਕਰਦੇ ਢੋਏ। ਢੋਏ ਨਾਮ ਦਾ ਮਿਲਾਪ ਦਾ। ਮਿਲਾਪ ਕਿਹਦੇ ਨਾਲ ਕਰਦੇ ਨੇ? ਜਿਹੜੇ ਤੀਰਥਾਂ 'ਤੇ ਜਾ ਵਸੇ ਬਾਹਮਣ, ਅਤੇ ਉਹ ਮਿਲਾਪ ਕਰਦੇ ਨੇ ਜਜਮਾਨਾਂ ਦਾ। ਕਿਸੇ ਦਾ ਮਰ ਗਿਆ ਫੁੱਲ ਪਾਉਣ ਆਉਣਗੇ ਤਾਂ ਅੱਗੋਂ ਉਹਨਾਂ ਨੇ ਉਹਦਾ ਹਿਸਾਬ ਕਿਤਾਬ ਰੱਖਣਾ ਹੁੰਦਾ। ਹਰਿਦੁਆਰ ਜਾਓ ਤੁਸੀਂ, ਪੋਹੇ ਜਾਓ, ਉੱਥੇ ਵੱਡੀਆਂ ਵੱਡੀਆਂ ਇਹਨਾਂ ਨੇ ਵਹੀਆਂ ਲਾਈਆਂ ਹੋਈਆਂ ਨੇ। ਇਹ ਤੁਹਾਡੇ ਪਿਛਲੇ ਦਾਦੇ ਪੜਦਾਦੇ ਲੱਕੜਦਾਦਿਆਂ ਤੱਕ ਦਾ ਹਿਸਾਬ ਉਹਨਾਂ ਕੋਲ ਰੱਖਿਆ ਹੋਇਆ। ਅਤੇ ਤੁਹਾਡਾ ਕੌਣ ਉਹਨੂੰ ਫੁੱਲ ਪਾਉਣ ਆਇਆ ਸੀ? ਤੁਹਾਡੇ ਜਿਹੜੇ ਸੀ ਪੜਦਾਦੇ ਲੱਕੜਦਾਦੇ ਦੇ ਕਿਹੜੇ ਕਿਹੜੇ ਪਿੰਡ ਤੋਂ ਆਏ, ਉਹੋ ਜਿਹਾ ਹਿਸਾਬ ਕਿਤਾਬ ਇਹ ਇਹਨਾਂ ਨੇ ਰੱਖਿਆ। ਤੀਰਥ ਵਾਸੀ ਤੀਰਥਾਂ 'ਤੇ ਜਾ ਵਸੇ ਆਪਣੇ ਜਜਮਾਨਾਂ ਨੂੰ ਮਿਲਣ ਵਾਸਤੇ, ਅਤੇ ਉਹੋ ਜਿਹੇ ਉਹਨਾਂ ਦੇ ਨਾਂ ਕੁਰਸੀਨਾਮਾ ਵਗੈਰਾ ਇਹਨਾਂ ਲੋਕਾਂ ਨੇ ਉੱਥੇ ਸਾਂਭਿਆ ਹੋਇਆ। ਭੇਪ ਹੋਏ ਜਾਵਾਂ ਤੁਸੀਂ ਉੱਥੇ ਵੀ ਰੱਖੇ ਹੋਏ ਨੇ। ਇਹਨਾਂ ਦੇ ਆਪਣੇ ਪਿੰਡ ਵੰਡੇ ਹੋਏ ਨੇ, ਅਤੇ ਜਾ ਕੇ ਉੱਥੇ ਦੱਸਣਾ ਪੈਂਦਾ ਹੈ। ਜਿਹੜੇ ਜਾਂਦੇ ਨੇ ਵੀ ਮੈਂ ਫਲਾਣੇ ਪਿੰਡ ਤੋਂ ਆਇਆ, ਉਹ ਕਹਿੰਦੇ ਗੋਤ ਕੀ ਹੈ? ਫਿਰ ਗੋਤ ਦੱਸ ਦਿੰਦਾ, ਫਾਹ ਗੋਤ ਦਾ ਜੀ ਮੈਂ। ਉਹ ਫਿਰ ਰਜਿਸਟਰ 'ਚੋਂ ਵਹੀਆਂ 'ਚੋਂ ਕੱਢ ਲੈਂਦੇ ਨੇ। ਸੋ ਕਈ ਵਾਰੀ ਮੁਕੱਦਮੇ ਵੀ ਪੈਂਦੇ ਨੇ ਜ਼ਮੀਨਾਂ ਜਮੂਨਾਂ ਦੇ, ਉੱਥੋਂ ਕਢਾ ਕੇ ਲਿਆਉਂਦੇ ਨੇ। ਇਸ ਤਰ੍ਹਾਂ ਉਹ ਤੀਰਥ ਵਾਸੀ ਤੀਰਥਾਂ 'ਤੇ ਜਾ ਵਸੇ, ਕਰਦੇ ਢੋਏ ਆਪਣੇ ਜਜਮਾਨਾਂ ਨਾਲ ਮਿਲਾਪ ਢੋਏ ਕਰਦੇ। ਕਿਤਨੇ ਇਹ ਨੇ ਅੱਗੇ ਜੀ। ਕਿਤੜੇ ਲੱਖ ਸੁਨਾਡੀਏ, ਹਾਂ ਪਾਂਦੇ ਪੰਡਿਤ ਵੈਦ ਖਲੋਏ। ਪੜ੍ਹ ਲਓ ਸਾਰੇ। ਲੱਖ ਸੁਨਾਡੀਏ, ਪੰਡਿਤ ਵੈਦ ਖਲੋਏ। ਹਾਂ, ਇਹ ਕਿਤਨੇ ਜਿਹੜੇ ਸਨੌਡ ਵੀ ਇੱਕ ਗੋਤ ਹੈ ਇਹਨਾਂ ਹਿੰਦੂਆਂ ਦਾ, ਅਤੇ ਸਨੌਡ ਇੱਕ ਦੇਸ਼ ਦਾ ਇਲਾਕੇ ਦਾ ਵੀ ਨਾਂ ਹੈ। ਮਥੁਰਾ ਤੋਂ ਭਰਤਪੁਰ ਦਾ ਜਿਹੜਾ ਏਰੀਆ ਹੈ ਉਹ ਸਨੌਡ ਦੇਸ਼ ਵੱਜਦਾ ਹੈ। ਮਥੁਰਾ ਤੋਂ ਲੈ ਕੇ ਭਰਤਪੁਰ ਦਾ ਇਲਾਕਾ ਜਿਹੜਾ ਹੈ ਉਹ ਸਨੌਡ ਦੇਸ਼ ਵੱਜਦਾ ਹੈ। ਇਸੇ ਤਰ੍ਹਾਂ ਸਨੌਡ ਇੱਕ ਸਨੌਡੀ ਫਿਰ ਰਾਜਪੂਤਾਂ ਵਿੱਚੋਂ ਕੋਈ ਹੋਈ ਹੈ। ਉਹ ਰਾਜਪੂਤ ਰਾਜਾ ਸੀ, ਅਤੇ ਵਾਹਿਗੁਰੂ ਜੀ ਛਤਰੀ ਰਾਜਾ ਸੀ। ਉਹ ਜੈ ਸਿੰਘ ਕਰਕੇ ਉਹਦਾ ਨਾਂ ਸੀ। ਉਹਨੇ ਨਾ ਬ੍ਰਾਹਮਣ ਨੂੰ ਕਿਹਾ ਕਿ ਤੁਸੀਂ ਜਾਂ ਤਾਂ ਰਾਜਕੁਮਾਰ ਦਿਓ ਸਾਨੂੰ, ਨਹੀਂ ਕੋਈ ਧੀ ਦਾ ਕੋਈ ਡੋਲਾ ਦਿਓ। ਉੱਥੋਂ ਮੁਨਕਰ ਹੋਏ ਵੇਖ ਕਿਵੇਂ ਅਸੀਂ ਦੇ ਸਕਦੇ ਹਾਂ। ਪਰ ਇਹਨੇ ਯੁੱਧ ਕਰਕੇ ਜਿਹੜਾ ਸੀ ਉਹ ਲੜਕੀ ਨੂੰ ਸਨੌਡੀ ਨੂੰ ਲੈ ਕੇ ਉੱਥੋਂ ਜਿਹੜੀ ਔਲਾਦ ਪੈਦਾ ਹੋਈ ਉੱਥੋਂ ਸਨੌਡੀ ਬਣਿਆ। ਇਉਂ ਜਿਹੜਾ ਸੀ ਸਨੌਡ ਗੋਤ ਬਣਿਆ। ਹਾਂਜੀ, ਇਹ ਤੋਂ ਅੱਗੇ ਵੱਧ ਕੇ ਫਿਰ ਸੋਢੀ ਹੋਏ ਨੇ। ਹਾਂਜੀ, ਚਲੋ ਅੱਗੇ। ਕਿਤਨੇ ਲੱਖ ਸਨੌਡੀਏ, ਕਿਤੜੇ ਲੱਖ ਸੁਨਾਡੀਏ। ਇਹ ਕਿਤਨੇ ਹੀ ਲੱਖਾਂ ਜਿਹੜੇ ਅਸੀਂ ਸਨੌਡ ਗੋਤ ਵਾਲੇ ਹੋਏ। ਪਾਂਧੇ ਜਿਹੜੇ ਵਿੱਦਿਆ ਨੂੰ ਪੜ੍ਹਾਉਣ ਵਾਲੇ ਇਹਨਾਂ ਵਿੱਚੋਂ। ਉਸ ਵੇਲੇ ਵਿੱਦਿਆ ਦਾ ਅਧਿਕਾਰ ਪਾਧਿਆਂ ਨੂੰ ਹੁੰਦਾ ਸੀ ਪੜ੍ਹਾਉਣ ਦਾ, ਅਤੇ ਉਹ ਪਾਧੇ ਹੋਏ। ਅਤੇ ਪੰਡਿਤ ਹੋਰ ਵਿਦਵਾਨ ਲੋਕ ਜਿਹੜੇ ਇਹਨਾਂ ਵਿੱਚੋਂ ਜਿਹੜੇ ਵਿੱਦਿਆ ਦੇ ਵਿਦਵਾਨ, 4 ਵੇਦ ਪੜ੍ਹੇ ਹੋਏ, 6 ਸ਼ਾਸਤਰੀ ਪੜ੍ਹੇ ਹੋਏ, ਉਹਨਾਂ ਨੂੰ ਪੰਡਿਤ ਦੀ ਉਪਾਧੀ ਦਿੱਤਾ ਜਾਂਦਾ ਹੈ। ਪੰਡਿਤ ਕਿਸੇ ਬਾਹਮਣ ਦੇ ਘਰ ਜੰਮੇ ਨੂੰ ਨਹੀਂ ਕਿਹਾ ਜਾਂਦਾ। ਪੰਡਿਤ ਕਿਹਾ ਜਾਂਦਾ ਜਿਹੜੇ ਵਿਦਵਾਨ ਹੋਏ ਵਿੱਦਿਆ 'ਚ, ਕਾਂਸੀ ਜੀ ਪੜ੍ਹ ਕੇ ਆਵੇ। ਸੋ ਕਿਤੇ ਨਹੀਂ ਉਹ ਪੰਡਿਤ ਆਦਿਕ ਹੋਏ ਵਿੱਦਿਆ ਦੇ ਵਿਦਵਾਨ। ਅਤੇ ਵੈਦ ਕਿਤੇ ਨਹੀਂ ਵੈਦਗੀ ਕਰਨ ਵਾਲੇ। ਆਮ ਉਦੋਂ ਦਵਾਈ ਬੂਟੀ ਦਾ ਕੰਮ ਇਹੀ ਲੋਕ ਕਰਿਆ ਕਰਦੇ ਸੀ। ਸੋ ਵੈਦ ਹੋਏ ਕਿੰਨੇ ਹੀ
ਇਸ ਤਰ੍ਹਾਂ ਖੜੇ ਹੋਏ, ਖਲੋਏ ਨਾਮ ਖੜੇ ਹੋਏ। ਕਿਤਨੇ ਵੈਦ ਖੜੇ ਨੇ, ਕਿਤੇ ਪੰਡਤ ਵਿਦਵਾਨ ਖੜੇ ਨੇ, ਪਾਂਦੇ ਕੋਈ ਖੜੇ ਬਣੇ ਨੇ ਕਹਿ ਲਓ। ਸੋ ਇਉਂ ਇਹ ਗਿਣਤੀ ਆ ਰਹੀ ਹੈ ਜੀ। ਅੱਗੇ ਕੇਤੜਿਆਂ ਲੱਖ ਜੋਤ ਕੀ ਵੇਦ ਵਡੋਏ ਲੱਖ ਪਲੋਏ। ਠੀਕ ਹੈ, ਪੜੋ ਸਾਰੇ। ਕੇਤੜਿਆਂ ਲੱਖ ਜੋਤ ਕੀ ਵੇਦ ਵੇਦੂਏ ਲੱਖ ਪਲੋਏ। ਕਿੰਨੇ ਭਾਈ ਲੱਖਾਂ ਜਿਹੜੇ ਡਕੌਤ ਨੇ ਬ੍ਰਾਹਮਣ, ਜਿਹੜੇ ਨਛੱਤਰ ਆਦਿ ਦੱਸਣ ਵਾਲੇ ਜੀ, ਤਾਂ ਜਨਮ ਪੱਤਰੀਆਂ ਬਣਾਉਣ ਵਾਲੇ, ਨਛੱਤਰਾਂ ਮੁਤਾਬਕ ਕਦੋਂ ਕਿਹੜੇ ਨਛੱਤਰ ਜਨਮ ਹੋਇਆ, ਅਤੇ ਇਉਂ ਨਛੱਤਰਾਂ ਮੁਤਾਬਕ ਜਿਹੜੇ ਨੇ ਉਹ ਇੱਦਾਂ ਦੇ ਡਕੌਤ। ਅਤੇ ਜੋਤ ਕੀ ਹੱਥਾਂ ਪੈਰਾਂ ਦੀਆਂ ਰੇਖਾਂ ਦਾ ਦੇਖ ਕਰਕੇ ਦੱਸਣ ਵਾਲੇ, ਅਤੇ ਰੇਖਾ ਤੋਂ ਹਿਸਾਬ ਲੈ ਲੈਣਾ ਕਿ ਤੂੰ ਜੀਵਨ ਕਾਲ ਵਿੱਚ ਤੇਰਾ ਆਹ ਜਿਹੜਾ ਨਹੀਂ ਹੋਇਆ। ਸੋ ਉਹ ਜੋਤਸ਼ੀ ਐਸਟ੍ਰੋਲੋਜਰ ਜਿਹੜੇ ਕਹਿ ਲਓ, ਜੋਤਿਸ਼ ਵਿੱਦਿਆ ਦੇ ਗਿਆਨ ਵਾਲੇ। ਅਤੇ ਵੇਦ ਦੇ ਗਿਆਤਾ ਲੋਕ, ਚਾਰੇ ਵੇਦਾਂ ਨੂੰ ਪੜ੍ਹੇ ਹੋਏ। ਇਉਂ ਵੇਦ ਹੋਏ ਜਿਹੜੇ ਅਸੀਂ ਵੇਦਾਂ ਦੇ ਗਿਆਤਾ। ਲੱਖ ਪਲੋਏ ਹੋਏ ਨੇ, ਪਹਿਲਾਂ ਲੱਖਾਂ ਹੀ ਪਲੋਏ ਨਾਸ ਹੋਏ ਨੇ ਸੰਸਾਰ 'ਤੇ। ਹਾਂਜੀ, ਪਲੋਏ ਨਾਮ ਦੌੜ ਜਾਣਦਾ, ਦੌੜ ਤੋਂ ਨਾਸ। ਕਿੰਨੇ ਹੀ ਦੌੜ ਚਲੇ ਗਏ ਨੇ ਹੋ ਕੇ ਇੱਥੋਂ ਸੰਸਾਰ ਤੋਂ। ਲੱਖਾਂ ਜੋਸ਼ੀ ਬਣੇ, ਲੱਖਾਂ ਡਕੌਤ ਬਣੇ, ਵੇਦ ਦੇ ਆਚਾਰੀਆ ਬਣੇ, ਹੋ ਕੇ ਚਲੇ ਗਏ ਨੇ ਜੀ ਇੱਥੇ ਕਿਤਨੇ ਹੀ। ਅੱਗੇ ਕਿਤੜੇ ਲੱਖ ਕਵੀਸ਼ਰਾ ਬ੍ਰਹਮ ਭਾਟ ਬ੍ਰਹਮਾਉ ਬਖੋਏ। ਪੜੋ ਸਾਰੇ। ਕਵੀਸ਼ਰਾ ਭਾਟ ਬ੍ਰਹਮਾਉ ਬਖੋਏ। ਹਾਂ, ਸੋ ਕਿਤਨੇ ਲੱਖਾਂ ਹੀ ਕਵੀਸ਼ਰ ਜਿਨ੍ਹਾਂ ਨੂੰ ਕਵਿਤਾ ਦਾ ਰਚਨ ਦਾ ਗਿਆਨ ਹੈ, ਕਾਵਿ ਵਿਦਿਆ ਦਾ ਗਿਆਨ ਹੈ, ਅਤੇ ਉਹ ਕਵੀਸ਼ਰ ਹੋਏ। ਕਵੀਆਂ ਦੇ ਈਸ਼ਰ ਕਹਿ ਲਓ, ਵੱਡੇ। ਹਾਂਜੀ, ਕਾਵਿ ਦੇ ਗਿਆਤਾ। ਇੱਕ ਤਾਂ ਹੁਣ ਆਪਣੇ ਕਵੀ ਲੋਕ ਗਾਉਂਦੇ ਨਾ ਕਿ ਕਵਿਤਾ, ਢਾਡੀ ਆਪਣੇ ਤੌਰ 'ਤੇ ਵਾਰਾਂ ਗਾਉਂਦੇ ਆ, ਪਰ ਕਵੀਸ਼ਰ ਜਿਹੜੇ ਤੋਂ ਭਾਵ ਇਹੀ ਹੈ ਜਿਹੜੇ ਕਵਿਤਾ ਦੇ ਰਚਣ ਵਾਲੇ ਰਚੈਤਾ। ਹਾਂ, ਜਿਨ੍ਹਾਂ ਨੂੰ ਕਾਵਿ ਦਾ ਗਿਆਨ ਹੈ, ਜਿਨ੍ਹਾਂ ਨੂੰ ਕਵਿਤਾ ਬਣਾ ਲੈਣਾ, ਦੋਹਰੇ ਬਣਾ ਲੈਣੇ, ਚੌਪੀਆਂ ਬਣਾ ਲੈਣੀਆਂ, ਸਵਈਏ ਉਚਾਰ ਲੈਣੇ, ਕਿਸੇ ਚੰਗੇ ਕਾਵਿ ਨੂੰ ਉਚਾਰਨਾ, ਉਹ ਕਵੀ ਲੋਕ। ਤੋ ਕਿਤਨੇ ਹੀ ਲੱਖਾਂ ਹੀ ਇਹ ਕਵੀ ਜਿਹੜੇ ਕਾਵਿ ਦੇ ਗਿਆਤਾ ਲੋਕ। ਅੱਗੇ ਬ੍ਰਹਮ ਭਾਟ। ਭਾਟ ਨਾਮ ਹੁੰਦਾ ਜਿਹੜਾ ਜੀ ਕੁਰਸੀਨਾਮਾ ਪੜ੍ਹਨ ਵਾਲਾ ਕਿਸੇ ਦਾ, ਉਹਨੂੰ ਭੱਟ ਕਹਿੰਦੇ ਸੀ। ਜਾਂ ਇਹ ਸੰਗਿਆ ਹੁਣ ਬ੍ਰਾਹਮਣਾਂ ਵਿੱਚੋਂ ਜਿਹੜੇ ਭੱਟ ਹੋਏ, ਜਿਵੇਂ ਭੱਟਾਂ ਦੀ ਬਾਣੀ ਨਹੀਂ ਆਉਂਦੀ, ਗੁਰੂ ਗ੍ਰੰਥ ਸਾਹਿਬ 'ਚ 17 ਭੱਟ ਹੋਏ ਨੇ, ਉਹ ਵੀ ਗੁਰੂ ਮਹਾਰਾਜ ਜਸ ਕਰਦੇ ਨੇ, ਤਾਂ ਜੋ ਉਹਨਾਂ ਨਾਲ ਭੱਟ ਪਿਆ। ਸੋ ਇਸ ਤਰ੍ਹਾਂ ਜਿਹੜੇ ਕਿਸੇ ਦੀ ਸਿਫਤ ਕਰਨ ਵਾਲੇ, ਕਿਸੇ ਦਾ ਕਲੌਤ ਕਰਨ ਵਾਲੇ, ਅਤੇ ਉਹ ਜਿਹੜੇ ਨੇ ਬ੍ਰਾਹਮਣ ਭੱਟ ਹੋਏ ਕਿੰਨੇ ਹੀ। ਅਤੇ ਬ੍ਰਹਮਾਓ ਬਖੋਏ। ਬ੍ਰਹਮਾਓ ਨਾਲ ਕਈ ਕਹਿੰਦੇ ਅਸੀਂ ਬ੍ਰਹਮਾ ਦੀ ਕੁਲ ਵਿੱਚੋਂ ਹੋਏ ਹਾਂ ਜੀ, ਬ੍ਰਾਹਮਣ ਕਹਿੰਦੇ ਨੇ ਅਸੀਂ ਬ੍ਰਹਮਾ ਤੋਂ ਪੈਦਾ ਹੋਏ ਤਾਂ ਬ੍ਰਾਹਮਣ ਪਿਆ ਨਾਮ ਸਾਡਾ, ਬ੍ਰਾਹਮਣ ਤੋਂ ਪੈਦਾ ਹੋਣ ਕਰਕੇ। ਤਾਂ ਕਈ ਇਹਨਾਂ ਨੇ ਇਹ ਨਾਂ ਰਖਾ ਲਏ। ਅਤੇ ਬਖੋਏ ਮੈਨੇ ਅਖਵਾਈਂਦੇ ਨੇ, ਫਾਰਸੀ ਦਾ ਸ਼ਬਦ ਆ ਬਖੋਏ। ਬਖੋਏ ਨਾਮ ਦਾ ਆਖਣ ਦਾ, ਕਹੀਂ ਦਾ, ਆਖੀਂਦੇ ਨੇ। ਹਾਂਜੀ, ਫਾਰਸੀ ਬੋਲੀ ਆ ਇਹ ਬਖੋਏ। ਬਖੋਰਾਏ ਤੋਂ ਬਣਿਆ ਇਹ। ਕੇਤੜਿਆਂ ਅਭਿਆਗਤਾ ਘਰ ਘਰ ਮੰਗਦੇ ਲੈ ਕਨਸੋਏ। ਅਭਿਆਗਤਾ ਅਬ ਤੇ ਭੱਬੇ ਤਿਆੜੇ ਵਿਚਾਲੇ ਡੈਸ ਲਾ ਕੇ ਇਹਦਾ ਉਚਾਰਨ ਹੈ ਅਭਿਆਗਤਾ। ਅਭਿਆਗਤ ਤੋਂ ਬਣਿਆ ਅਭਿਆਗਤਾ। ਹਾਂ, ਸੋ ਇਹਨੂੰ ਅਭਿਆਗਤਾ ਨਹੀਂ ਪੜ੍ਹਨਾ, ਅਭਿਆਗਤਾ। ਅਤੇ ਪੜ੍ਹੋ ਸਾਰੇ ਫਿਰ ਇੱਕ ਵਾਰੀ ਕਰ ਲਓ ਠੀਕ ਇਹਨੂੰ। ਕੇਤੜਿਆ ਅਭਿਆਗਤਾ ਘਰ ਘਰ ਮੰਗਦੇ ਲੈ ਕਰਨ ਸੋਏ। ਹਾਂ, ਕਿਤਨੇ ਇੱਕ ਤਾਂ ਅਭਿਆਗਤ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਨਾ, ਉੱਥੇ ਇਹ ਅਰਥ ਆਪਾਂ ਨੇ ਕੀਤਾ ਸੀ ਕਿ ਜਿਹੜਾ ਕਿ ਬਿਨਾਂ ਤਰੀਕ ਦੱਸੇ ਹੀ, ਬਿਨਾਂ ਅਪਾਇੰਟਮੈਂਟ ਬਣਾਏ ਕੋਈ ਪ੍ਰਾਹੁਣਾ ਆ ਜਾਵੇ, ਕੋਈ ਭਿਖਾਰੀ ਆ ਜਾਵੇ, ਉਹਨੂੰ ਅਭਿਆਗਤ ਕਹਿੰਦੇ ਨੇ। ਪਰ ਇੱਥੇ ਉਹ ਅਰਥ ਲੱਗਣਾ ਕੇਤੜਿਆਂ ਅਭਿਆਗਤਾ। ਇੱਕ ਤਾਂ ਉਹ ਨੇ ਜਿਹੜੇ ਪਹਿਲਾਂ ਜਿਨ੍ਹਾਂ ਦੇ ਜਜਮਾਨ ਨੇ ਬਾਹਮਣਾਂ ਦੇ ਰੱਖੇ ਵੇ, ਉਹ ਆਪਣੇ ਜਜਮਾਨਾਂ ਕੋਲ ਮੰਗ ਕੇ ਲੈਂਦੇ ਨੇ। ਕੁਝ ਬਾਹਮਣ ਉਹ ਵੀ ਨੇ ਜਿਨ੍ਹਾਂ ਦੇ ਜਜਮਾਨ ਹੈ ਨਹੀਂ, ਜਜਮਾਨਾਂ ਤੋਂ ਰਹਿਤ ਜਿਹੜੇ ਨੇ ਅਭਿਆਗਤ ਉਹਨਾਂ ਨੂੰ ਕਹਿੰਦੇ ਨੇ ਇੱਥੇ, ਜਜਮਾਨ ਰਹਿਤ। ਹਾਂ, ਅਤੇ ਉਹ ਜਿਹੜੇ ਨੇ ਜਿਹੜਿਆਂ ਦਾ ਤਾਂ ਜਜਮਾਨ ਨੇ ਉਹ ਤਾਂ ਜਜਮਾਨਾਂ ਕੋਲੋਂ ਮੰਗ ਲੈਂਦੇ ਨੇ ਬਾਹਮਣ ਜਾ ਕੇ। ਪਿੰਡਾਂ 'ਚ ਜੱਟ ਸਾਂਭੇ ਹੁੰਦੇ ਨੇ, ਜਿੰਨੇ ਬਾਹਮਣ ਕਿਸੇ ਘਰ ਪਿੰਡ 'ਚ ਹੋਣ ਉਹਨੇ ਨਾਲ ਜੱਟ ਸਾਂਭੇ ਨੇ, ਆ ਮੇਰਾ ਜਜਮਾਨ ਹੈ ਜੀ, ਉਹਨੇ ਉਹਦੇ ਹੀ ਜਾਣਾ। ਜਦੋਂ ਕੋਈ ਵਿਆਹ ਸ਼ਾਦੀ ਹੋਵੇ
ਕੋਈ ਹੋਰ ਖੁਸ਼ੀ ਦਾ ਗਮੀ ਦਾ ਕੋਈ ਕਾਰਜ ਹੋਵੇ ਤਾਂ ਉਹ ਆਪਣੇ ਜਜਮਾਨ ਦੇ ਹੀ ਜਾਂਦਾ ਹੈ। ਜਜਮਾਨ ਕੀ ਹੁੰਦੇ? ਜੱਟ ਜਿਹੜੇ ਉਹਨਾਂ ਦੇ ਅੱਗੇ ਦਾਨ ਦੇਣ ਵਾਲੇ ਉਹਨਾਂ ਨੂੰ। ਜਜਮਾਨ। ਹਾਂਜੀ ਜਜਮਾਨ। ਹਾਂਜੀ ਜਜਮਾਨ ਜੱਟਾਂ ਨੂੰ ਕਹਿੰਦੇ? ਨਹੀਂ, ਉਹਨਾਂ ਦੇ ਮਾਲਕ ਇਹ ਹੋਰ ਵੀ ਜਿਹੜੇ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਕਰਦੇ ਸੀ ਉਹ ਸਾਰੇ ਆ ਜਾਂਦੇ ਸੀ। ਬਾਕੀ ਉਹ ਬਾਹਮਣ ਦੇ ਜਜਮਾਨ ਤੋਂ ਭਾਵ ਹੁੰਦਾ ਹੈ ਜਿਹੜੇ ਬਾਹਮਣਾਂ ਨੂੰ ਦਾਨ ਦੇਣ ਵਾਲੇ। ਹਾਂ, ਮੁਸਲਮਾਨਾਂ ਨੂੰ ਛੱਡ ਕੇ, ਮੁਸਲਮਾਨਾਂ ਤੋਂ ਪਰੇ ਜਿਹੜੀਆਂ ਹੋਰ ਕੌਮ ਸ਼ੂਦਰ ਸਿੰਬੇ ਵੀ ਕਈਆਂ ਦੇ ਹੁੰਦੇ ਸੀ ਇਹਨਾਂ ਦੇ। ਹਾਂਜੀ, ਉਹ ਜਿਹੜੇ ਨੇ ਕਈ ਵਿਚਾਰੇ ਜਿਨ੍ਹਾਂ ਦੇ ਕੋਈ ਜਜਮਾਨ ਹੈ ਨਹੀਂ, ਉਹਨੂੰ ਕਹਿੰਦੇ ਨੇ ਇੱਥੇ ਅਭਿਆਗਤਾ। ਉਹ ਜਿਹੜੇ ਬਾਹਮਣ ਨੇ ਉਹ ਫਿਰ ਕੀ ਕਰਦੇ ਨੇ, ਘਰ ਘਰ ਮੰਗਦੇ ਲੈਣ ਕਨਸੋਏ। ਕਨਸੋਏ ਨਾਮ ਦਾ ਖਬਰ, ਉਹ ਖਬਰ ਪਤਾ ਕਰ ਲੈਂਦੇ ਨੇ ਅੱਜ ਕਿਹਦੇ ਵਿਆਹ ਹੈ ਪਿੰਡ 'ਚ, ਜਾਂ ਨਾਗ ਵਾਲੇ ਪਿੰਡ 'ਚ ਕਿਹਦੇ ਵਿਆਹ ਹੈ, ਉੱਥੇ ਆਪ ਚੱਲ ਜਾਣਾ। ਜਜਮਾਨਾਂ ਦਾ ਤਾਂ ਉਹਨੂੰ ਦੱਸ ਕੇ ਜਾਣਾ ਵੀ ਸਾਡੇ ਕੁੜੀ ਦਾ ਵਿਆਹ ਹੈ, ਤੁਸੀਂ ਆਇਓ ਜੀ, ਪੁਰੋਹਿਤ ਨੂੰ ਕਹਿਣਾ। ਪਰ ਜਿਨ੍ਹਾਂ ਦੇ ਜਜਮਾਨ ਹੈ ਨਹੀਂ ਵਿਚਾਰੇ ਇੱਦਾਂ ਨੇ, ਉਹ ਫਿਰ ਖਬਰਾਂ ਲੈ ਲੈਂਦੇ ਨੇ ਵੀ ਕਿਹਦੇ ਵਿਆਹ ਵਾ, ਕਿਹਦੇ ਖੁਸ਼ੀ ਆ, ਕਿਹਦੇ ਘਰ ਮੁੰਡਾ ਜੰਮਿਆ ਹੈ, ਕਿਹਦੇ ਘਰ ਵਿਆਹ ਹੈ। ਫਿਰ ਉੱਥੇ ਜਾ ਕੇ ਜਾ ਮੰਗ ਲੈਣਾ ਉਹਨਾਂ ਨੇ। ਹਾਂ, ਉੱਥੇ ਘਰ ਘਰ ਮੰਗਦੇ ਨੇ ਉਹ ਜਾ ਕੇ। ਅੱਜ ਕੱਲ੍ਹ ਖੁਸਰੇ ਸਾਰੀ ਖਬਰ ਰੱਖਦੇ ਜੀ, ਖੁਸਰੇ ਵੱਖਰੇ ਨੇ। ਹਾਂ, ਖਬਰ ਤਾਂ ਉਹ ਰੱਖ ਲੈਂਦੇ ਨੇ। ਖਬਰ ਪੂਰੀ ਕੰਸੋ ਲੈਂਦੇ। ਹਾਂ, ਉਹਨਾਂ ਨੂੰ ਪਤਾ ਨਹੀਂ ਕਿਹਦੇ ਕੀ ਜੰਮਿਆ। ਚਲੋ ਅੱਗੇ ਇੱਥੇ ਵੀ ਆ ਗਏ। ਇੱਥੇ ਹੈ ਨਹੀਂ। ਚਲੋ ਚਲੋ ਅੱਗੇ ਪਰ ਉਹ ਦੂਜਾ ਪੁੜ ਕੰਮ ਕਾਰ ਕਰਦਾ। ਕਰੋਗੇ ਜੀ। ਕਿਤੜੇ ਸੌਣ ਸਵਾਣੀ ਹੋਏ। ਹਾਂ, ਪੜੋ। ਕਿਤੜੇ ਕਿਤੜੇ ਸੌਣ ਸੁਹਾਣੀ ਹੋਏ। ਸੌਣ ਸਵਾਣੀ ਹੋਏ। ਕਿਤੜੇ ਜਿਹੜੇ ਨੇ ਸੌਣ ਸ਼ਗਨ ਦੱਸਣ ਵਾਲੇ। ਆ ਬਿੱਲੀ ਰਾਹ ਕੱਟ ਗਈ, ਅੱਜ ਨਾ ਜੀ ਜਾਇਓ, ਮੁੜਿਆਓ ਵਾਪਸ। ਉਹ ਜਿਹੇ ਸੌਣ ਸ਼ਗਨ ਦੱਸਣ ਵਾਲੇ। ਨਿਛ ਮਾਰਤੀ ਵੱਡੋ ਨਾਕੇ ਦਾ, ਉਹ ਜਿਹਾ ਕੋਈ ਦੱਸਣ ਵਾਲੇ। ਅਤੇ ਗਧਾ ਬੋਲ ਪਿਆ ਨਹੀਂ ਜਾਣਾ, ਸੋ ਇਹ ਜਿਹਾ ਕੁਛ। ਉਹ ਜਿਹੜੇ ਦੱਸਣ ਵਾਲੇ, ਇਹੋ ਜਿਹੇ ਸ਼ਗਨ ਦੱਸਣ ਵਾਲੇ, ਉਹ ਸ਼ਗਨ ਦੱਸ ਕੇ ਹੀ ਖਾਈ ਪੀ ਜਾਂਦੇ ਨੇ। ਉਹ ਕਿੰਨੇ ਹੀ ਉਹ ਹੋਏ ਨੇ ਜੀ ਸੌਣ ਸਵਾਣੀ, ਸ਼ਗਨਾਂ ਨੂੰ ਦੱਸ ਕੇ ਅਤੇ ਰੋਜੀ ਕਮਾਉਣ ਵਾਲੇ। ਉਹਨਾਂ ਦਾ ਨਿਰਵਾਹ ਇੱਦਾਂ ਹੀ ਹੁੰਦਾ। ਹਾਂਜੀ, ਕਿਤੜੇ ਖੱਤਰੀ ਇਹ ਸੀ ਬਾਹਮਣਾਂ ਦੇ ਗੋਤ। ਦੂਜਾ ਵਰਨ ਆ ਗਿਆ ਛਤਰੀ। ਕਈ ਕਹਿੰਦੇ ਛਤਰੀ ਵੱਖਰਾ ਜੀ, ਖੱਤਰੀ ਵੱਖਰਾ, ਭੁਲੇਖਾ ਉਹਨਾਂ ਨੂੰ। ਛਤਰੀ ਅਤੇ ਖੱਤਰੀ ਕੋਈ ਚੀਜ਼ ਹੈ। ਉਹ ਸੰਸਕ੍ਰਿਤ ਛਤਰੀ ਕਹਿ ਦਿੰਦੇ ਨੇ, ਇਹ ਬੋਲੀ 'ਚ ਆਪਾਂ ਦੇਸ਼ ਭਾਸ਼ਾ 'ਚ ਖੱਤਰੀ ਕਿਹਾ ਜਾਂਦਾ ਹੈ। ਖੱਤਰੀ ਕਿਹਨਾਂ ਨੂੰ ਕਹਿੰਦੇ ਨੇ? ਹਾਂ, ਜਿਹੜੇ ਕਿ ਯੁੱਧ ਕਰਨ, ਧਰਮ ਯੁੱਧ ਕਰਨ ਵਾਲੀ ਕੌਮ। ਉਹਨਾਂ ਦਾ ਕੰਮ ਇਹ ਹੈ ਵੀ ਜਦੋਂ ਵੀ ਕੋਈ ਆਫਤ ਆਵੇ ਧਰਮ ਯੁੱਧ ਕਰਨਾ, ਸ਼ਸਤਰਧਾਰੀ ਲੋਕ। ਹਾਂਜੀ, ਸੋ ਉਹਨਾਂ ਦੇ ਹੁਣ ਪੜ੍ਹੇ ਦੁਬਾਰੇ ਲੈਣ। ਕਿਤੜੇ ਖੱਤਰੀ ਬਾਹਰੀ ਕੇਤੜਿਆ ਹੀ 52 52 ਪੜ੍ਹੋ ਸਾਰੇ ਇਕੱਠੇ। ਕੇਤੜੇ ਖੱਤਰੀ ਬਾਹਰੀ ਕੇਤੜਿਆ ਹੀ 52 ਇੱਥੇ ਨੰਨਾ ਲਾਉਣਾ ਜੀ, ਫਿਰ ਸਾਡੇ ਨੰਨਾ ਹੈ ਨਹੀਂ। 52 ਬਾਵੇ ਤੇ ਟਿੱਪੀ ਲਾਓ। 52 ਹੀ 52 ਠੀਕ ਹੈ। 52 ਨੰਨਾ ਨਹੀਂ ਹੈ, ਬਾਵੇ ਤੇ ਟਿੱਪੀ ਕਰ ਲਓ ਜਿਹਨਾਂ ਕਿ ਨਹੀਂ। 52 ਹਾਂਜੀ, ਸੋ ਕਿਤਨੇ ਹੀ ਜਿਹੜੇ ਨੇ ਭਾਈ ਛਤਰੀਆਂ ਦੇ ਵਿੱਚ ਇਹ ਹੋਏ ਨੇ। ਆਮ ਛਤਰੀਆਂ ਦੇ ਪਹਿਲਾਂ ਪੁਰਾਣੇ ਸਮੇਂ ਵਿੱਚ ਦੋ ਹੀ ਵੰਸ਼ਾਂ ਤੀਆਂ ਛਤਰੀਆਂ ਦੀਆਂ, ਇੱਕ ਸੂਰਜਵੰਸ਼ੀ, ਇੱਕ ਚੰਦਰਵੰਸ਼ੀ। ਦੋ ਵੰਸ਼ਾਂ ਹੀ ਤੀਆਂ ਪਹਿਲਾਂ, ਸੂਰਜਵੰਸ਼ੀ ਅਤੇ ਚੰਦਰਵੰਸ਼ੀ। ਸੂਰਜਵੰਸ਼ੀਆਂ ਵਿੱਚ ਕੌਣ ਮੁਖੀ ਇਹਨਾਂ ਦਾ ਹੋਇਆ ਹੈ? ਰਾਮਚੰਦਰ ਜੀ। ਅਤੇ ਚੰਦਰਵੰਸ਼ੀਆਂ ਵਿੱਚ ਕ੍ਰਿਸ਼ਨ ਜੀ ਹੋਏ ਨੇ। ਸੋ ਇਹ ਪਹਿਲਾਂ ਦੋ ਹੀ ਜਿਹੜੀਆਂ ਸੀਆਂ। ਕਈ ਹੁਣ ਕਹੀ ਜਾਂਦੇ ਨੇ ਜੀ ਰਾਮਚੰਦਰ ਜਿਹੜਾ ਸੀ ਉਹਨੂੰ ਪੂਜਾ ਕਰਨੀ ਬਾਹਮਣਾਂ ਦੀ ਪੂਜਾ ਹੈ। ਉਹ ਬਾਹਮਣਾਂ ਦੇ ਖਿਲਾਫ ਲੜੇ ਨੇ। ਉਹ ਛਤਰੀ ਸੀ, ਪਰਸਨਾਂ ਨੂੰ ਫੜ ਕੇ ਸਜ਼ਾ ਦਿੱਤੀ ਉਹਨਾਂ ਨੇ ਉਹਨੂੰ। ਅਤੇ ਆਲੇ ਬਹੁਤੇ ਲੋਕਾਂ ਨੂੰ ਇਹ ਨਿਰਣਾ ਹੀ ਨਹੀਂ ਵੀ ਉਹ ਬਾਹਮਣ ਨੇ ਜਾਂ ਕੀ ਨੇ। ਅਤੇ ਉਹ ਤਾਂ ਬ੍ਰਾਹਮਣਾਂ ਦੇ ਖਿਲਾਫ ਲੜੇ ਨੇ। ਰਾਵਣ ਨੂੰ ਮਾਰਿਆ ਬਾਹਮਣ ਸੀ, ਬ੍ਰਾਹਮਣ ਦੇ ਖਿਲਾਫ ਲੜੇ ਨੇ। ਪਰਸਨਾਂ ਨੂੰ ਫੜ ਕੇ ਜਿਹੜੀ ਸਜ਼ਾ ਦਿੱਤੀ ਆ, ਮੁੜ ਕੇ ਦਿਖਿਆ ਨਹੀਂ ਧਰਤੀ 'ਤੇ। ਤਾਂ ਇਉਂ ਕ੍ਰਿਸ਼ਨ ਵੀ ਜਿਹੜਾ ਸੀ ਛਤਰੀ ਸੀ, ਬਾਹਮਣ ਨਹੀਂ ਸੀ। ਠੀਕ ਆ, ਪੂਜਾ ਬਾਹਮਣ ਉਹਨੇ ਕਰਨ ਲੱਗ ਗਏ ਨੇ। ਅਤੇ ਕੰਮ ਤਾਂ ਸਾਡੇ ਛਤਰੀਆਂ ਦਾ ਸੀ। ਉਹ ਸਾਡੇ ਛਤਰੀਆਂ ਦੀ ਕੁਲ ਵਿੱਚੋਂ ਜਿਹੜੇ ਆਪਾਂ ਗੁਰੂ ਕਲਗੀਧਰ ਨੇ ਵੀ 10ਵੇਂ ਗ੍ਰੰਥ ਵਿੱਚ ਕਿਹਾ ਹੈ, ਛਤਰੀ ਕਾ ਪੂਤ ਹੋ ਬਾਹਮਣ ਕੋ ਨਾ ਹੈ। ਮੈਂ ਕਿਸੇ ਬਾਹਮਣ ਦਾ ਪੁੱਤ ਥੋੜ੍ਹਾ ਹਾਂ। ਅਸੀਂ ਛਤਰੀ ਕੌਮ ਵਿੱਚੋਂ ਲੜਨ ਵਾਲੇ, ਧਰਮ ਯੁੱਧ ਕਰਨ ਵਾਲੇ ਹਾਂ। ਅਤੇ ਉਹ ਜੇ ਕੋਈ ਉੱਥੇ ਰਾਮਚੰਦਰ ਦਾ ਨਾਂ ਕਿਤੇ ਆ ਗਿਆ, ਕ੍ਰਿਸ਼ਨ ਦਾ ਆ ਗਿਆ ਜੀ, ਬਾਹਮਣਵਾਦ ਹੈ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਬਾਹਮਣ ਨੇ ਕਿ ਉਹ ਛਤਰੀ ਨੇ। ਇਸ ਲਈ ਉਹ ਭੁਲੇਖੇ ਲੋਕਾਂ ਨੂੰ ਪਏ ਹੋਏ ਨੇ ਐਸੇ। ਇਉਂ ਪੁਰਾਤਨ ਦੋ ਹੀ ਥੇ, ਚੰਦਰਵੰਸ਼ੀ ਕ੍ਰਿਸ਼ਨ ਹੋਏ ਨੇ, ਸੂਰਜਵੰਸ਼ੀ ਰਾਮਚੰਦਰ ਜੀ ਹੋਏ ਨੇ। ਹੁਣ ਜਿਹੜਾ ਵਰਤਮਾਨ ਸਮੇਂ ਛਤਰੀ ਦਾ ਅੱਗੇ ਵੱਧ ਗਿਆ ਕੰਮ, ਇਹਦੇ ਵਿੱਚ ਚਾਰ ਚੀਜ਼ਾਂ ਹੋਰ ਰਲ ਗਈਆਂ, ਜਿਨ੍ਹਾਂ ਵਿੱਚ
ਆ ਇੱਥੇ ਲਿਖੇ ਭਾਈ ਸਾਹਿਬ ਜੀ ਨੇ ਲਿਖਿਆ ਹੈ, ਇੱਕ ਵਾਰ ਹੀ ਆ ਬਾਹਰ ਹੀ ਲਿਖਿਆ ਨਾ ਇੱਥੇ, ਹਾਂਜੀ ਬਾਰੀ ਇੱਕ ਵਾਰ ਹੀ ਤੇ ਨਾਲ ਹੁੰਦੇ ਨੇ ਖੁਖਰਾਨ, ਖੋਖਰ ਵੀ ਕਹਿੰਦੇ ਉਹਨਾਂ ਨੂੰ, ਸ਼ਾਇਦ ਕਹਿੰਦੇ ਤੁਹਾਡੇ ਕਹਿੰਦੇ ਖੋਖਰ ਗੋਤ ਹੋਊਗਾ। ਆ ਖੋਖਰਾਨ ਅੱਗੇ ਹੈਗਾ ਜੀ। ਬਾਹਰ ਹੀ ਤੇ ਖੁਖਰਾਨ ਤੇ ਬੁੰਜਾਹੀ ਤੇ ਚੌਥੇ ਸਰੀਨ, ਚਾਰ ਸਰੀਣੀਆਂ ਹੋਰ ਹੋ ਗਈਆਂ ਛਤਰੀਆਂ ਦੀਆਂ। ਬਾਹਰ ਹੀ ਤੋਂ ਬਾਅਦ ਖੁਖਰਾਨ, ਖੁਖਰਾਨ ਤੋਂ ਆ ਜਿਹੜੇ ਆ ਬੁੰਜਾਹੀ, ਬਵੰਜਾਹੀ ਤੋਂ ਬਜਾਏ ਨਾ ਬੁੰਜਾਹੀ ਲਿਖ ਲਿਓ ਹੁਣ ਉੱਥੇ, ਬੱਬੇ ਨੂੰ ਔਕੜ ਉੱਤੇ ਟਿੱਪੀ, ਜੱਜੇ ਨੂੰ ਕੰਨਾ ਹੈ ਮੇਰੇ ਬੁੰਜਾਹੀ। ਇੱਕ ਇਹ ਸ਼੍ਰੇਣੀ ਹੋ ਗਈ ਛਤਰੀਆਂ ਦੀ। ਇੱਕ ਹੋ ਗਏ ਸਰੀਨ। ਸੋ ਸਰੀਨ ਕਿਹੜੇ ਹੋਏ? ਇਹ ਜਿਹੜੇ ਅਸੀਂ ਨਾ ਜਿਵੇਂ ਸਮਾਂ ਪਲਟਿਆ, ਹਾਂਜੀ, ਇਹਨਾਂ ਦੀਆਂ ਅੱਗੇ ਹੋਰ ਗਾਹਾਂ ਜਿਹੜੇ ਸੀ ਗੋਤ ਹੋਰ ਬਹੁਤ ਵੱਧ ਗਏ ਸਮੇਂ ਦੇ ਨਾਲ। ਜਿਹੜੇ ਤੇ ਬਾਹਰ ਹੀ ਥੇ ਇਹਨਾਂ ਦੇ 12 ਗੋਤ ਹੋਰ ਹੋ ਗਏ ਅੱਗੇ, ਤਾਂ ਹੀ ਬਾਹਰ ਹੀ ਆਇਆ, ਬਾਹਰ ਹੀ ਨਾਮ ਦਾ 12 ਦਾ ਆਇਆ, ਬਾਹਰ ਹੀ ਹਾਂਜੀ 12 ਗੋਤ ਇਹਨਾਂ ਦੇ ਹੋਰ ਹੋ ਗਏ। ਜਿਹੜੇ ਸੀ ਖੁਖਰਾਨ ਇਹਨਾਂ ਦੇ 8 ਗੋਤ ਹੋਰ ਵੱਧ ਗਏ ਅੱਗੇ, ਇਉਂ ਵਾਧਾ ਹੋਈ ਗਿਆ ਛਤਰੀਆਂ ਵਿੱਚ। ਜਿਹੜੇ ਸੀ ਬੁੰਜਾਹੀ ਇਹਨਾਂ ਦੇ 52 ਗੋਤ ਹੋ ਗਏ ਅੱਗੇ, ਇਉਂ ਹੋਇਆ। ਜਿਹੜੇ ਸੀ ਸਰੀਨਾਂ ਦੇ ਜਿਹੜੇ ਸੀ 20 ਗੋਤ ਵੱਧ ਗਏ, ਇਉਂ ਛਤਰੀਆਂ ਵਿੱਚ ਅੱਗੇ ਜਿਵੇਂ ਵਾਧਾ ਹੋਈ ਗਿਆ। ਸੋ ਇਹਨਾਂ ਵਿੱਚੋਂ ਜਿਹੜੇ ਸੀ ਨਾ 2.5 ਘਰ ਵਾਲੇ, ਉਹ 2.5 ਘਰ ਦੇ ਬਾਰੇ ਮੈਂ ਬਾਅਦ 'ਚ ਦੱਸਦਾ 2.5 ਘਰ ਨਾਂ ਕਿਉਂ ਪਿਆ। 2.5 ਘਰ ਇਸ ਕਰਕੇ ਪਿਆ ਕਿ ਅਲਾਉਦੀਨ ਖਿਲਜੀ ਇੱਕ ਮੁਸਲਮਾਨ ਰਾਜਾ ਹੋਇਆ ਹੈ, ਦਿੱਲੀ 'ਤੇ ਰਾਜ ਕੀਤਾ ਅਲਾਉਦੀਨ ਖਿਲਜੀ। ਉਹਦੇ ਟਾਈਮ ਦੇ ਉੱਤੇ ਜਿਹੜੇ ਛਤਰੀ ਉਹਦੀ ਫੌਜ ਵਿੱਚ ਸੀ ਨਾ, ਜਿਹੜੇ ਫੌਜ ਵਿੱਚ ਯੁੱਧ ਕਰਦੇ ਕਿਤੇ ਮਾਰੇ ਗਏ, ਜਿਹੜੀਆਂ ਉਹਨਾਂ ਦੀਆਂ ਵਿਧਵਾ ਇਸਤਰੀਆਂ ਸੀ ਛਤਰੀਆਂ ਦੀਆਂ, ਉਹਦੇ ਬਾਰੇ ਅਲਾਉਦੀਨ ਖਿਲਜੀ ਨੇ ਐਲਾਨ ਕੀਤਾ ਕਿ ਇਹ ਪੁਨਰ ਵਿਆਹ ਕਰਾ ਸਕਦੇ ਨੇ, ਦੂਜਾ ਵਿਆਹ ਪੁਨਰ ਵਿਆਹ ਹੋ ਸਕਦਾ, ਜਿਹੜੀਆਂ ਵਿਚਾਰੀਆਂ ਵਿਧਵਾ ਹੋ ਗਈਆਂ। ਉਹਦੇ ਸੰਬੰਧ ਵਿੱਚ ਕੁਝ ਤਾਂ ਜਿਹੜੇ ਛਤਰੀ ਸੀ ਅਨੁਸਾਰੀ ਹੋਏ, ਜਿਹੜਾ ਉਹਨੇ ਐਲਾਨ ਕੀਤਾ ਨਾ ਅਲਾਉਦੀਨ ਖਿਲਜੀ ਨੇ, ਅਤੇ ਉਹਦੇ ਜਿਹੜੇ ਅਨੁਸਾਰੀ ਹੋ ਗਏ, ਉਹਨੂੰ ਮੰਨ ਲਿਆ ਉਹਦੇ ਦਿੱਤੇ ਐਲਾਨ ਨੂੰ, ਉਹ ਤਾਂ ਬਣ ਗਏ ਸਰੀਨ, ਸਰਾ ਈਨ, ਜਿਨ੍ਹਾਂ ਨੇ ਸਰਾਂ ਦੀ ਈਨ ਮੰਨ ਲਈ ਉਹ ਸਰੀਨ ਹੋ ਗਏ। ਇਹਦਾ ਸਰੀਨ ਆਇਆ ਹੈ, ਉਹ ਸਰੀਨ ਬਣ ਗਏ। ਬਾਕੀ ਜਿਹੜੇ ਸੀ 2.5 ਘਰ ਵਾਲੇ ਕਿਵੇਂ ਬਣੇ? ਕੁਝ ਉਸ ਵੇਲੇ ਛਤਰੀਆਂ ਨੇ ਵਿਰੋਧ ਕੀਤਾ ਇਸ ਗੱਲ ਦਾ ਵੀ ਪੁਨਰ ਵਿਆਹ ਨਹੀਂ ਹੋਣਾ ਚਾਹੀਦਾ, ਵਿਧਵਾ ਹੀ ਰਵੇ। ਉਸੇ ਦੇ ਇਸ ਗੱਲ ਦੇ ਕਹਿੰਦੇ ਹੱਕ ਵਿੱਚ ਨਹੀਂ। ਉਹ ਕੁਝ ਪਿੰਡ ਵਿੱਚੋਂ ਕਾਜਨੰਦ ਨਗਰ 'ਚੋਂ ਇਕੱਠੇ ਹੋ ਕੇ, ਪਿੰਡ ਦਾ ਨਾਂ ਸੀ ਕਾਜਨੰਦ, ਉਹ ਪਿੰਡ 'ਚੋਂ ਇਕੱਠੇ ਹੋ ਕੇ ਕੁਝ ਜਿਹੜੇ ਸੀ ਖੰਨੇ ਅਤੇ ਜਿਹੜੇ ਸੀ ਆਪਣੇ ਮੇਰੇ ਛਤਰੀ ਜਿਹੜੇ ਸੀ, ਉਹ ਇਕੱਠੇ ਹੋ ਕੇ ਵਿਰੋਧ ਕਰਕੇ ਲੋਕਾਂ ਨੂੰ ਨਾਲ ਲੈ ਕੇ ਚਲੇ ਵੀ ਆਪਾਂ ਵਿਰੋਧ ਕਰੀਏ, ਰਾਜੇ ਨੂੰ ਜਾ ਕੇ ਦੱਸੀਏ ਅਲਾਉਦੀਨ ਖਿਲਜੀ ਨੂੰ ਵੀ ਅਸੀਂ ਦੇ ਹੱਕ 'ਚ ਨਹੀਂ। ਜਿਹੜੇ ਤਾਂ 2.5 ਕੋਹ ਤੋਂ ਉਹਨਾਂ ਦੇ ਨਾਲ ਹੋ ਕੇ ਤੁਰ ਪਏ ਪਿੰਡਾਂ 'ਚ ਉੱਠ ਕੇ, 2.5 ਕੋਹ ਲੰਘੇ ਸੀ ਅਜੇ ਦਿੱਲੀ ਵੱਲ ਨੂੰ, ਕਾਜਨੰਦ ਪਿੰਡ ਤੋਂ 2.5 ਕੋਹ ਅੱਗੇ ਨੂੰ ਗਏ ਨੇ। ਜਿਹੜੇ ਤਾਂ ਉਹਨਾਂ ਵਿੱਚੋਂ ਅੱਗੇ ਨੂੰ ਤੁਰ ਪਏ ਉਹ 2.5 ਘਰੇ ਬਣ ਗਏ, 2.5 ਕੋਹ ਤੋਂ ਨਾਲ ਉੱਠ ਕੇ ਤੁਰ ਪਏ। ਜਿਹੜਿਆਂ ਨੇ 12 ਕੋਹ ਤੋਂ ਉੱਠ ਕੇ ਚੱਲੇ ਉਹ ਬਾਹਰ ਹੀ ਹੋ ਗਿਆ, ਬਾਹਰ ਹੀ ਆਇਆ ਨਾ, ਅਤੇ ਉਹ ਬਾਹਰ ਹੀ ਹੋ ਗਏ। 52 ਹੀ ਕਿਹੜੇ ਹੋਏ? ਜਿਹੜੇ ਅੱਡ ਅੱਡ ਫਿਰ ਕੋਹਾਂ ਤੋਂ ਦੂਰ ਦੂਰ ਦੇ ਫਾਸਲਿਆਂ ਤੋਂ ਨਾਲ ਜਾ ਕੇ ਇਕੱਠੇ ਹੋ ਗਏ ਇਹਦੇ ਵਿਰੋਧ ਵਿੱਚ, ਉਹ 52 ਹੀ ਹੋ ਗਏ। ਸੋ ਇਉਂ ਇਹ 2.5 ਘਰ ਵਾਲੇ ਜਿਹੜੇ ਸੀ ਨਾ, 2.5 ਘਰ ਵਾਲਿਆਂ ਦੇ ਫਿਰ ਜਿਹੜੇ ਸੀ ਉਹਨਾਂ 'ਚ ਕਿਹੜੇ ਹੋਏ? ਮੇਰਾ ਖੱਤਰੀ ਹੁੰਦਾ ਨਾ, ਮੇਰੇ ਕਪੂਰ ਖੰਨਾ ਆਦਿਕ, ਇਹ ਉਹਨਾਂ 'ਚੋਂ ਹੋਏ। ਇਸੇ ਤਰ੍ਹਾਂ ਅਗਲੇ 6 ਜਾਤੀਆਂ ਦੇ ਹੋਰ ਹੋਏ ਇਹਨਾਂ ਵਿੱਚੋਂ ਹੀ। ਉਹ 6 ਜਾਤੀਆਂ ਆਉਂਦੇ ਨੇ ਬਹਿਲ ਖੱਤਰੀ ਗੋਤ ਨੇ ਇਹਨਾਂ ਦੇ, ਬਹਿਲ ਦੇ ਨਾਲ ਧੌਣ ਆਦਿ, ਕਿਸੇ ਤਰ੍ਹਾਂ ਚੋਪੜੇ ਹੁੰਦਾ ਜੋ ਖੱਤਰੀਆਂ ਕੋ ਚੋਪੜਿਆ ਗਈ, ਸਹਿਗਲ, ਇਸੇ ਤਰ੍ਹਾਂ ਸਾਧ ਸੰਗਤ ਜੀ ਤਲਵਾਰ ਅਤੇ ਪੁਰੀ ਆਦਿਕ, ਇਹਨਾਂ 6 ਹੋ ਗਏ। ਸੋ ਇਸੇ ਤਰ੍ਹਾਂ ਬਹਿਲ ਜਾਤੀ ਦੇ ਹੋਰ ਅੱਗੇ ਹੋ ਗਏ। ਅਤੇ ਇਵੇਂ ਵਾਹੀ ਅਤੇ ਵਿੱਜ ਕੁਝ ਇਹ ਹੋ ਗਏ। ਕੁਝ ਜਿਵੇਂ ਗੁਰੂ ਨਾਨਕ ਸਾਹਿਬ ਜੀ ਬੇਦੀ ਅਤੇ ਤਿਹਣ ਅਤੇ ਭੱਲੇ, ਅਤੇ ਇਹ ਵੀ ਛਤਰੀਆਂ ਦੀਆਂ ਹੀ ਜਿਹੜੇ ਨੇ ਅੱਗੇ ਬੰਸਾਂ ਚੱਲੀਆਂ। ਸੋ ਇਉਂ ਸਾਧ ਸੰਗਤ ਇਹ ਗੋਤ ਜਿਹੜੇ ਸੀ ਬਣੇ ਨੇ। ਪੜ੍ਹੋ ਇਹਨਾਂ ਨੂੰ ਹੁਣ ਤੁਸੀਂ ਆ ਦੁਬਾਰੇ, ਹਾਂਜੀ ਇਸੇ ਕੋਤੋਂ ਉਸ ਤੋਂ ਇਸੇ ਲਾਈਨ ਨੂੰ ਪੜ੍ਹ ਲਓ ਦੁਬਾਰੇ। ਕਿਤੜੇ ਖੱਤਰੀ ਬਾਰੀ ਕੇਤੜਿਆ ਹੀ 52 ਹੀ। ਇਉਂ ਕਿਤਨੇ ਉਹ ਬਾਹਰ ਹੀ ਜਿਹੜੇ ਸੀ
ਉਹ ਹੋਏ। ਕਿਤਨੇ ਜਿਹੜੇ ਸੇ 52 ਹੀ ਜਿਹੜੇ ਦੂਰ ਦੂਰ ਤੋਂ ਆ ਕੇ ਰਲੇ, ਉਹ 52 ਹੀ ਹੋ ਗਏ, 52 ਗੋਤ ਅੱਗੇ ਬਣ ਗਏ। ਸੋ ਇਉਂ ਛਤਰੀਆਂ ਦੇ ਗੋਤ ਇਹ ਬਣੇ। ਹਾਂਜੀ। ਪਾ ਵਾਦੇ ਪਾ ਚਾਦਿਆਂ ਫਲੀਆਂ ਖੋਖ ਰਾਇਨ ਅਵਗਾਹੀ। ਪੜੋ ਸਾਰੇ ਠੀਕ ਪੜਿਆ। ਪਾ ਵਾਦੇ ਪਾ ਚਾਦਿਆਂ ਫਲੀਆਂ ਖੋਖ ਰਾਇਨ ਅਵਗਾਹੀ। ਸੋ ਇਹ ਵੀ ਛਤਰੀਆਂ ਦੇ ਗੋਤ ਹੋ ਗਏ ਪਵਾਦੇ। ਅਤੇ ਇਉਂ ਜਿਹੜੇ ਅਸੀਂ ਪਚਾਦੇ ਜਿਹੜਾ ਹੈਗਾ ਸਤਲੁਜ ਤੋਂ ਲੈ ਕੇ ਰਾਵੀ ਦਰਿਆ ਦਾ ਵਿਚਾਲਾ ਸਿੰਧ ਵਾਲਾ ਜਿਹੜਾ ਕਿਨਾਰਿਆਂ 'ਤੇ ਰਹਿਣ ਵਾਲਾ ਏਰੀਆ ਸੀ, ਉਹਨੂੰ ਪਚਾਦੇ ਕਿਹਾ ਜਾਂਦਾ ਹੈ। ਸਤਲੁਜ ਤੋਂ ਰਾਵੀ ਤੱਕ ਦਾ ਇਲਾਕਾ ਅਤੇ ਸਿੰਧ ਦਾ ਇਲਾਕਾ, ਉਹ ਇਲਾਕੇ ਨੂੰ ਪਚਾਦੇ ਕਿਹਾ ਜਾਂਦਾ ਹੈ। ਇਵੇਂ ਫਲੀਆਂ ਵੀ ਇਹ ਛਤਰੀਆਂ ਦੇ ਗੋਤ ਹੈ। ਖੋਖਰੈਣ ਖੋਖਰ ਗੋਤ, ਇਹ ਸਾਰੇ ਇਹ ਤੇ ਕਿਤਨੇ ਹੀ ਬੇਅੰਤ ਅਵਗਾਹੀ ਮੈਨੇ ਬੇਅੰਤ ਹੀ ਇਹ ਇੱਦਾਂ ਦੇ ਇਹ ਗੋਤ ਕਹੇ ਜਾਂਦੇ ਨੇ ਕਿ ਛਤਰੀਆਂ ਦੇ। ਕੇਤੜਿਆਂ ਫਲੀਆਂ ਦੁਈਆਂ ਨਾ ਸਮਝ ਲਿਓ, ਫਲੀਆਂ ਇਹ ਛਤਰੀਆਂ ਦਾ ਗੋਤ ਹੈ। ਹਾਂ ਕੇਤੜਿਆਂ ਇੱਕ ਮਿੰਟ। ਚੌੜੌਤਰੀ। ਇੱਕ ਮਿੰਟ ਰੁਕੋ। ਹਾਂ ਹੁਣ ਚੱਲੋ ਅੱਗੇ। ਕੇਤੜਿਆਂ ਚੌੜੌਤਰੀ ਚੌੜੋਤਰੀ। ਚੌੜੌਤਰੀ। ਕੇਤੜਿਆਂ ਸੇਰੀਨ ਵਿਲਾਹੀ। ਹਾਂ ਪੜ੍ਹ ਲਓ ਜੀ ਸਾਰੇ। ਕੇਤੜਿਆਂ ਚੌੜਾਤਰੀ ਕੇਤੜਿਆਂ ਸੈਰੀਨ ਵਿਲਾਹੀ। ਸੈਰੀਨ ਨਹੀਂ ਸੇਰੀਨ। ਸੇਰੀਨ ਸਰੀਨ ਜਿਹਦਾ ਹੁਣੇ ਤੁਹਾਨੂੰ ਦੱਸ ਕੇ ਹਟਿਆ। ਸਰੀਨ ਕਿੱਥੋਂ ਬਣਿਆ ਗੋਤ, ਯਾਦ ਰਹਿ ਗਿਆ ਕਿ ਨਹੀਂ? ਆ ਹੁਣੇ ਦੱਸਿਆ ਸੀ ਸਰੀਨ ਕਿੱਥੋਂ ਬਣਿਆ। ਹਾਂ ਜਿਹੜੇ ਸਰਾ ਦੀ ਈਨ ਮੰਨ ਗਈ ਇਹਨਾਂ ਨੇ। ਸਰ ਈਨ ਕਿਹੜੇ ਰਾਜਾ ਸੀ ਉਹ ਭਲਾ? ਅਲਾਉਦੀਨ ਖਿਲਜੀ। ਅਲਾਉਦੀਨ ਖਿਲਜੀ ਦੀ ਸਰਾ ਵਿੱਚ ਆ ਗਏ ਜਿਹੜੇ, ਉੱਥੋਂ ਬਣ ਗਏ ਸਰੀਨ। ਕਿੰਨੇ ਸਰੀਨ ਗੋਤ ਆਮ ਹੈਗੇ ਨੇ। ਹਾਂ ਉੱਥੋਂ ਸਰੀਨ ਬਣਿਆ। ਸੋ ਕੇਤੜਿਆ ਚੌੜੋਤਰੀ ਇਹ ਵੀ ਗੋਤ ਆ ਇਹਨਾਂ ਦਾ, ਛਤਰੀਆਂ ਦਾ। ਚੜੋਤ ਹੋਏ ਜਿਹੜੇ ਕਿਤਨੇ ਸਰੀਨ ਇੱਦਾਂ। ਇਹ ਵਿਲਾਹੀ। ਹਾਂਜੀ ਵਿਲਾਹੀ ਵੀ ਗੋਤ ਆ ਉਹਨਾਂ ਦਾ। ਕੇਤੜਿਆਂ ਅਵਤਾਰ ਹੋਏ। ਕਿੰਨੇ ਇਹਨਾਂ ਵਿੱਚੋਂ ਅਵਤਾਰ ਹੋਏ ਫਿਰ ਛਤਰੀਆਂ ਵਿੱਚੋਂ? ਹਾਂ ਚੱਕਰਵਰਤ ਰਾਜੇ ਦਰਗਾਹੀ। ਕਿੰਨੇ ਚੱਕਰਵਰਤੀ ਰਾਜੇ ਵੀ ਹੋਏ ਨੇ ਛਤਰੀਆਂ ਦੇ ਕਿੰਨੇ। ਅਤੇ ਦਰਗਾਹੀ ਦਰਬਾਰਾਂ ਵਾਲੇ, ਦਰਬਾਰ ਲਾਉਂਦੇ ਰਾਜੇ ਹੋ ਕੇ। ਹਾਂਜੀ ਅਤੇ ਰਾਮਚੰਦਰ ਕਿਸ਼ਨ ਇਹਨਾਂ 'ਚੋਂ ਹੀ ਹੋਏ ਨਾ ਫਿਰ, ਛਤਰੀਆਂ ਵਿੱਚੋਂ ਹੀ ਇਹ ਅਵਤਾਰ ਹੋਏ। 5 ਅਵਤਾਰ ਹੋਏ। ਅੱਗੇ ਸੂਰਜਵੰਸ਼ੀ ਆਖੀਆਂ। ਹਾਂ ਇਹਨਾਂ ਨੂੰ ਸੂਰਜਵੰਸ਼ੀ ਕਿਹਾ ਜਾਂਦਾ ਰਾਮਚੰਦਰ ਨੂੰ। ਅੱਗੇ ਸੋਮਵੰਸ਼ ਸੂਰਵੀਰ ਸਿਪਾਹੀ। ਸੋਮ ਨਾਮ ਹੈ ਚੰਦਰਮਾ ਦਾ। ਚੰਦਰਵੰਸ਼ੀ ਕੌਣ ਹੋਏ? ਕ੍ਰਿਸ਼ਨ ਜੀ। ਸੋ ਇਉਂ ਇਹ ਬੜੇ ਬੜੇ ਸੂਰਵੀਰ ਬਹਾਦਰ ਛਤਰੀ ਕੌਮ ਵਿੱਚੋਂ ਪੈਦਾ ਹੋਏ, ਜਿਹੜੇ ਸੂਰਮੇ ਸਿਪਾਹੀ ਹੋਏ, ਲੜਨ ਵਾਲੇ ਹੋਏ। ਕੁਝ ਧਰਮ ਰਾਏ ਧਰਮਾਤਮਾ। ਹਾਂ ਧਰਮ ਵਿਚਾਰ ਨਾ ਬੇਪਰਵਾਹੀ। ਸੋ ਸਾਰਿਆਂ ਦਾ ਵਿਚਾਰ ਕੌਣ ਕਰਦਾ ਹੈ? ਧਰਮ ਰਾਜਾ ਜਿਹੜਾ ਬੜਾ ਧਰਮਾਤਮਾ ਹੈ। ਕਈਆਂ ਨੇ ਮੰਨਿਆ ਵੀ ਧਰਮ ਰਾਜਾ ਵੀ ਛਤਰੀ ਹੋਇਆ ਹੈ, ਉਹ ਵੀ ਛਤਰੀ ਕੁਲ ਵਿੱਚੋਂ ਹੀ ਹੋਇਆ। ਸੋ ਇਸ ਕਰਕੇ ਇੱਥੇ ਉਹਨਾਂ ਛਤਰੀਆਂ ਨਾਲ ਆਇਆ ਇੱਥੇ ਧਰਮ ਰਾਏ ਧਰਮਾਤਮਾ। ਧਰਮ ਰਾਜਾ ਧਰਮਾਤਮਾ। ਧਰਮ ਰਾਜਾ ਵੀ ਜਿਹੜਾ ਬੜਾ ਧਰਮਾਤਮਾ ਹੈ, ਧਰਮ ਕਮਾਉਣ ਵਾਲਾ ਹੈ। ਕੀ ਕਰਦਾ ਹੈ? ਧਰਮ ਵਿਚਾਰ। ਪੜ੍ਹੋ ਸਾਰਾ ਇਹਨੂੰ। ਧਰਮ ਵਿਚਾਰ ਨਾ ਬੇਪਰਵਾਹੀ। ਸਾਰੀ ਲਾਈਨ ਫੇਰ ਪੜ੍ਹੋ। ਧਰਮ ਰਾਏ ਧਰਮਾਤਮਾ ਧਰਮ ਵਿਚਾਰ ਨਾ ਬੇਪਰਵਾਹੀ। ਵਿਚਾਰ ਤੇ ਜ਼ਰੂਰ ਜਮ ਕਲਾਉਣੀ ਹੈ। ਧਰਮ ਵਿਚਾਰ ਧਰਮ ਵਿਚਾਰ ਨਾ ਬੇਪਰਵਾਹੀ। ਨਾ ਬੇਪਰਵਾਹੀ। ਹਾਂ ਧਰਮ ਵਿਚਾਰ ਨਾ ਨਹੀਂ ਕਰਨਾ, ਨਾ ਵਿਚਾਰ ਨਾਲ ਨਹੀਂ ਲਾਉਣਾ, ਨਾ ਕਿੱਧਰ ਲਾਉਣਾ ਹੈ? ਬੇਪਰਵਾਹ ਨਾਲ। ਬੇਪਰਵਾਹੀ ਨਾਲ ਤਾਂ ਅਰਥ ਬਣੂਗਾ। ਸੋ ਧਰਮ ਰਾਜਾ ਧਰਮਾਤਮਾ ਤੇ ਕੀ ਕਰਦਾ? ਧਰਮ ਦੀ ਵਿਚਾਰ ਕਰਕੇ। ਹਾਂਜੀ। ਜਿਹੋ ਜਿਹਾ ਕੋਈ ਕਰਮ ਕਰਕੇ ਜਾਂਦਾ ਹੈ ਉਹ ਧਰਮ ਦਾ ਵਿਚਾਰ ਕਰਦਾ ਉਹਦੇ ਕਰਮਾਂ ਅਨੁਸਾਰ, ਪਰ ਇਨਸਾਫ ਐਸਾ ਕਰਦਾ ਹੈ ਉਹਦੇ ਵਿੱਚ ਨਾ ਬੇਪਰਵਾਹੀ। ਬੇਪਰਵਾਹੀ ਨਹੀਂ ਕੋਈ ਕਰਦਾ। ਬੇਪਰਵਾਹੀ ਦੇ ਨਾਲ ਕਿਸੇ ਦਾ ਕਰਮ ਦਾ ਫੈਸਲਾ ਨਹੀਂ ਦਿੰਦਾ ਵੀ ਰਿਸ਼ਵਤ ਤੋਂ ਲੈ ਕੇ ਕਿਸੇ ਦੇ ਉਲਟ ਕਰ ਦੂਗਾ, ਜਾਂ ਕਿਸੇ ਦੀ ਜਿਹੜਾ ਫਰਮਾਇਸ਼ ਮੰਨ ਕੇ, ਜਿਵੇਂ ਹੁਣ ਵਾਲੇ ਜੱਜ ਮੰਨ ਲੈਂਦੇ ਨੇ, ਫਰਮਾਇਸ਼ ਮੰਨ ਕੇ ਕਿਸੇ ਦੇ ਖਿਲਾਫ ਫੈਸਲਾ ਨਹੀਂ ਕਰਦਾ। ਬੇਪਰਵਾਹੀ ਨਹੀਂ ਕਰਦਾ ਜਦੋਂ ਫੈਸਲਾ ਕਰਦਾ ਹੈ। ਹਾਂਜੀ। ਦਾਨ ਖੜਗ ਮੰਤ ਭਗਤ ਸਲਾਹੀ। ਅਤੇ ਫਿਰ ਛਤਰੀ ਕਿਹਨੂੰ ਕਹਿੰਦੇ ਨੇ ਉਹ ਇੱਥੇ ਦੱਸਿਆ ਹੈ। ਦਾਨ ਲੈਣਾ ਨਹੀਂ, ਛਤਰੀ ਨੇ ਦਾਨ ਕਰਨਾ ਹੁੰਦਾ ਹੈ। ਛਤਰੀ ਦਾਨ ਕਰਦਾ ਹੈ। ਬਾਹਮਣ ਦਾਨ ਲੈਂਦਾ ਇਹਨਾਂ ਕੋਲੋਂ, ਇਹ ਦਾਨ ਕਰਦਾ ਹੈ, ਦਸਵੰਧ ਕੱਢਦਾ ਆਪਣਾ। ਅਤੇ ਖੜਗ ਨਾਮ ਤਲਵਾਰ ਦਾ ਹੈ। ਸ਼੍ਰੀ ਸਾਹਿਬ ਅਤੇ ਸ਼ਸਤਰਧਾਰੀ ਹੈ, ਬਿਨਾਂ ਹਥਿਆਰਾਂ ਤੋਂ ਨਹੀਂ ਰਹਿੰਦਾ।
ਛਤਰੀ ਕਾਹਦਾ ਜੇ ਕੋਲ ਘਰੇ ਹਥਿਆਰ ਨਾ ਹੋਣ। ਹੁਣ ਆਪਾਂ ਕਹਾਉਂਦੇ ਛਤਰੀਆਂ ਸਾਰਿਆਂ ਕੋਲ, ਮੈਨੂੰ ਨਹੀਂ ਲੱਗਦਾ ਵੀ ਕਿਸੇ ਕੋਲ ਪਏ ਹੋਣਗੇ ਘਰੇ ਰਿਵਾਲਵਰ ਜਾਂ ਜਿਹੜੀਆਂ ਨੇ ਬੰਦੂਕਾਂ ਘਰੇ। ਕਦੇ ਜੋ ਫਿਰ ਜੀ ਕਾਲਾ ਮਾਰ ਗਿਆ ਜੀ ਆ ਕੇ, ਹਾਂਜੀ ਫਿਰ ਮਾਰ ਅਤੇ ਤੁਸੀਂ ਤਾਂ ਜਿਹੜੀਆਂ ਬੰਗਾ ਪੈਂਦੀਆਂ ਨੇ ਨਾ ਵੀ ਕਾਲਾ ਮਾਰ ਗਿਆ। ਜੇ ਕਦੇ ਘਰੇ ਰੱਖेंगे ਹੋਣਗੇ ਚੰਗੇ, ਇੱਥੇ ਤਾਂ ਲਾਇਸੈਂਸ ਬਣਦੇ ਨੇ, ਵੱਡੇ ਤੋਂ ਵੱਡਾ ਲਾਇਸੈਂਸ ਬਣਾ ਕੇ ਰੱਖੋ ਘਰੇ, ਅਤੇ ਫਿਰ ਤਿਆਰ ਪਰ ਤਿਆਰ ਹੋ ਕੇ ਰਹੋ। ਛਤਰੀ ਕਾਹਦੇ ਹੋ ਜੇ ਕੋਈ ਦੂਜੀ ਦੂਜਾ ਹੀ ਮਾਰ ਜਾਵੇ, ਬਾਹਮਣੇ ਮਾਰ ਜਾਵੇ, ਕੋਈ ਹੋਰ ਮਾਰ ਜਾਵੇ ਤੁਹਾਨੂੰ, ਅਤੇ ਛਤਰੀ ਕੌਮ ਕਾਹਦੀ ਹੋਰ ਹੱਕਦਾਰ ਹੋਏ। ਸਾਨੂੰ ਹਥਿਆਰਬੰਦ ਲੈਣਾ ਚਾਹੀਦਾ। ਦੇਖਿਆ ਸੀ ਨਾ ਜਦੋਂ ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਦਿੱਲੀ ਵਾਲਿਆਂ ਨੂੰ, ਦਿੱਲੀ ਵਾਲਿਓ ਤਕੜਾ ਜਿਹੜਾ ਸਮਾਂ ਆਉਣ ਲੱਗਾ ਬੜਾ ਖਰਾਬ, ਆ ਤੁਸੀਂ TV ਖਰੀਦੀ ਜਾਂਦੇ ਹੋ, ਹੋਰ ਐਸੋ ਇਸ ਤਰ੍ਹਾਂ ਦੇ ਸਮਾਨ ਖਰੀਦੀ ਜਾਂਦੇ ਹੋ, ਜੇ ਦੁਸ਼ਮਣ ਪੈ ਕੇ ਚੱਕ ਕੇ TV ਮਾਰੋਗੇ ਸਿਰ 'ਚ ਉਹਦੇ। ਹਥਿਆਰਬੰਦ ਹੋਵੋ। ਜਿਨ੍ਹਾਂ ਨੇ ਤਾਂ ਬੇਨਤੀ ਮੰਨ ਲਈ, ਹਥਿਆਰ ਰੱਖ ਲਏ। ਜਦੋਂ 84 ਦੇ ਆਇਆ ਸਮਾਂ, ਉਹਨਾਂ ਤਾਂ ਆਪਣਾ ਧੀਆਂ ਭੈਣ ਦੀ ਆਪਣੀ ਵੀ ਬਚਾ ਲਈ ਅਤੇ ਧੀਆਂ ਭੈਣਾਂ ਵੀ ਬਚਾ ਲਈਆਂ। ਜਿਹੜੇ ਆਏ ਸੀ ਧਾੜ ਚੜ੍ਹ ਕੇ, ਅੱਗੋਂ ਉਹਨਾਂ ਨੇ ਗੱਡੀ ਚੜ੍ਹਾਈ ਮੂਹਰੋਂ, ਪਹਿਲਾਂ ਢੇਰੀਆਂ ਲਾਈਆਂ ਨੇ ਉਹਨਾਂ ਨੇ ਮੂਹਰੋਂ। ਅੰਦੌਰ ਦਾ ਕਿਸੇ ਦਾ ਥੀ ਸਰਦਾਰ, ਉਹਨੇ ਮਹਾਂਪੁਰਖਾਂ ਦੀ ਇੱਕ ਬੇਨਤੀ ਮੰਨੀ ਅਤੇ ਕੋਠੇ ਚੜ੍ਹ ਗਿਆ ਅਤੇ ਆਪਣਾ ਲੈ ਕਰਕੇ ਰਾਈਫਲ ਜਿਹੜੀ ਸੀ ਢੇਰੀਆਂ ਲਾਈਆਂ, ਆ ਬੰਜਾਲ ਕੋਈ ਨੇੜੇ ਆ ਜਾਵੇ ਕੋਈ। ਇਸ ਤਰ੍ਹਾਂ ਜਿਨ੍ਹਾਂ ਕੋਲ ਨਹੀਂ ਸੀ, ਨਹੀਂ ਬੇਨਤੀ ਮੰਨੀ। ਅਸੀਂ ਤਾਂ ਜੀ ਇੰਦਰਾ ਗਾਂਧੀ ਸਾਡੀ ਮਾਂ ਇੱਥੇ ਹੀ ਰਹਿਣਾ ਸੀ, ਤਾਂ ਅਸੀਂ ਭੰਡਾਲੇ ਦੀ ਕਿਉਂ ਮੰਨੀਏ। ਫਿਰ ਉਹੀ ਜਿਹੜੇ ਅਸੀਂ ਸਾਰੇ ਖਿਆਲ ਕਰ ਲਿਆ ਵੀ ਕਿ ਉਹਨਾਂ ਦਾ ਹਾਲ ਹੋਇਆ। ਸੜੇ ਪੁੱਤਰ ਸਾੜੇ, ਪਿੱਤੀ ਸਾੜੇ, ਭਰਾ ਸਾੜੇ ਅਤੇ ਪਾੜੇ, ਕੀ ਕੁਛ ਨਹੀਂ ਹੋਇਆ। ਬੱਚੇ ਪਾੜ ਕੇ ਮੂਹਰੇ ਸਿੱਟੇ, ਤਾਂ ਤਾਂ ਹੀ ਹੋਇਆ ਕਿ ਉਹ ਹਥਿਆਰਬੰਦ ਨਹੀਂ ਸੀ। ਇਸ ਲਈ ਜ਼ਰੂਰੀ ਹੈ, ਭਾਵੇਂ ਤੁਸੀਂ ਕਿਤੇ ਵੀ ਰਹਿੰਦੇ ਹੋ, ਜਿੱਥੇ ਵੀ ਆਪਾਂ ਰਹਿ ਰਹੇ ਹਾਂ, ਸਾਨੂੰ ਹਥਿਆਰਬੰਦ ਲੈਣਾ ਚਾਹੀਦਾ ਹੈ। ਇਉਂ ਖੜਗ ਨਾਮ ਹਥਿਆਰ ਸ੍ਰੀ ਸਾਹਿਬ ਦੇ ਧਾਰਨੀ ਹੀ ਛਤਰੀ ਕਹਾ ਸਕਦਾ ਹੈ। ਮੰਤ ਦੱਸਿਆ ਗੁਰੂ ਦਾ ਮੰਤਰ ਜਿਹੜਾ ਪੜ੍ਹਨਾ ਛਤਰੀਆਂ ਨੇ, ਜੋ ਗੁਰੂ ਮਹਾਰਾਜ ਸਾਨੂੰ ਗੁਰਮੰਤਰ ਦਿੱਤਾ ਹੈ ਅਤੇ ਉਹਦੀ ਕਮਾਈ ਕਰਨੀ, ਇਹ ਵੀ ਖੜਗ ਹੈ। ਇਹ ਵੀ ਇੱਕ ਖੰਡਾ, ਦੋ ਖੰਡੇ ਰੱਖਣੇ ਨੇ, ਇੱਕ ਭਗਤੀ ਰੂਪੀ ਖੰਡਾ, ਇੱਕ ਪ੍ਰਤੱਖ, ਅਤੇ ਨਾਲ ਹੀ ਭਗਤ ਸਲਾਹੀ। ਭਗਤੀ ਕਰਨ ਵਾਲੇ ਛਤਰੀ ਜਿਹੜੇ ਨੇ ਭਗਤੀ ਵੀ ਕਰਦੇ ਨੇ ਅਤੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ। ਕਈਆਂ ਨੇ ਚਲੋ ਹੋਰ ਤਾਂ ਵੱਡਾ ਹਥਿਆਰ ਕੀ ਰੱਖਣਾ ਹੈ, ਰਿਵਾਲਵਰ ਜਾਂ ਇੱਥੇ 40 AK-47 ਦੇ ਵੀ ਕਹਿੰਦੇ ਲਾਇਸੈਂਸ ਮਿਲਦੇ ਨੇ। ਇੱਕ ਵੀਰ ਦੇ ਘਰੇ ਗਏ ਅਸੀਂ, ਉਹਦਾ ਇੱਕ ਕਮਰਾ ਹੀ ਭਰਿਆ ਹੋਇਆ ਹਥਿਆਰਾਂ ਨਾਲ। ਵਾਕਿਆ ਵੀ ਉਹ ਜਿਹੜਾ ਹੈ ਉਹਨੇ ਆਪਣਾ ਹਥਿਆਰਬੰਦ ਹੋਏ ਨੇ। ਅਤੇ ਕਈਆਂ ਨੇ ਤਾਂ ਕਿਰਪਾਨ ਵੀ ਕਲਗੀਧਰ ਦੀ ਜਿਹੜਾ ਅੰਮ੍ਰਿਤ ਛਕਾਉਣ ਵੇਲੇ ਦਿੱਤੀ ਹੈ, ਉਹ ਵੀ ਜਿਹੜੀ ਲਾ ਕੇ ਛੋਟੀ ਜਿਹੀ ਪਾ ਲਈ, ਐਵੇਂ ਦੰਦਾਂ 'ਚੋਂ ਮੈਲ ਜੀ ਕੱਢਣ ਵਾਲੀ ਨਿੱਕੀ ਜੀ। ਉਹ ਕਕਾਰ ਨਹੀਂ ਮਿਲਿਆ ਜਾਂਦਾ। ਘੱਟੋ ਘੱਟ ਜਿਹੜੀ ਹੈ 6 ਇੰਚ ਤੋਂ ਉੱਪਰ ਤੋਂ ਵੱਧ ਜਿੰਨੀ ਲੰਬਾਈ ਵਾਲੀ ਹੋਵੇ ਪਾਓ, ਅਤੇ ਇਉਂ ਖੜਗਧਾਰੀ ਹੋਵੋ। ਪਰਮੇਸ਼ਰ ਦਾ ਨਾਂ ਵੀ ਇੱਥੇ ਖੜਗਧਾਰੀ ਬਣਿਆ। ਖੜਗ ਕੇਤ ਮੈਂ ਸਰਨ ਤੇ ਹਾਰੀ, ਪਰਮੇਸ਼ਰ ਆਪ ਸ਼ਸਤਰਧਾਰੀ ਹੈ, ਖੜਗਧਾਰੀ ਹੈ, ਅਤੇ ਅਸੀਂ ਕਿਉਂ ਨਾ ਹੋਈਏ। ਸੋ ਇਸ ਤਰ੍ਹਾਂ ਦਾਨ ਖੜਗ ਮੰਤ ਭਗਤ ਸਲਾਹੀ, ਦਾਨ ਖੜਗ ਮੰਤ ਭਗਤ ਸਲਾਹੀ, ਇਉਂ ਦਾਨ ਕਰਦੇ ਸ਼ਸਤਰਧਾਰੀ ਅਤੇ ਮੰਤਰ ਪਕਾਉਂਦੇ ਗੁਰੂ ਦਾ ਬਖਸ਼ਿਆ ਹੋਇਆ। ਭਗਤੀ ਦੁਆਰਾ ਸਿਫਤ ਸਲਾਹ ਪਰਮੇਸ਼ਰ ਦੀ ਕਰਦੇ। ਇਹ ਛਤਰੀ ਉਹ ਕਹਾਉਂਦੇ ਨੇ, ਉਹ ਛਤਰੀ ਕਹਾਉਣ ਦੇ ਹੱਕਦਾਰ ਨੇ। ਹਾਂਜੀ, ਹੁਣ ਆਉਣਗੇ ਜੀ ਵੈਸ ਜਾਤੀ ਦੇ। ਪਹਿਲਾਂ ਬ੍ਰਾਹਮਣ ਦੇ ਆਉਂਦੇ ਆ ਗਏ 18 ਗੋਤਾਂ ਵਾਲੇ, ਛਤਰੀਆਂ ਦੇ ਹੋ ਗਏ ਸਾਰੇ ਗੋਤ, ਅਤੇ ਹੁਣ ਜਿਹੜੇ ਵੈਸ ਜਾਤੀ ਵਾਲੇ ਨੇ, ਵੈਸ ਜਿਹੜੇ ਜੋਬਾਂ ਕਰਨ ਵਾਲੇ, ਸਾਰੇ ਵੈਸ ਹੀ ਜਿਹੜੇ ਜੋਬਾਂ ਕਰਦੇ। ਹਾਂਜੀ, ਅੱਗੇ ਜੀ ਕਿਤੜੇ ਵੈਸ ਵਖਾਣੀਆਂ ਰਾਜਪੂਤ ਰਾਵਤ ਵਿਚਾਰੀ। ਕਿਤੜੇ ਜਿਹੜੇ ਨੇ ਵੈਸ, ਜਿਹੜੇ ਨੇ ਵੈਸ ਜਾਤੀ ਵਿੱਚੋਂ ਨੇ। 4 ਵਰਣ ਨਾ, ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ। ਇਹ ਹੁਣ ਵੈਸਾਂ ਦੀ ਗੱਲ ਹੋ ਰਹੀ ਹੈ। ਅਤੇ ਕੁਝ ਨੇ ਰਾਜਪੂਤ, ਰਾਵਤ ਨਾਮ ਹੈ, ਇਹ ਵੀ ਇੱਕ ਰਾਜਪੂਤਾਂ ਦੀ ਇੱਕ ਜਿਹੜੀ ਹੈ ਜਾਤੀ ਹੈ। ਰੇਵਤ ਤੋਂ ਰਾਵਤ ਬਣਿਆ। ਪੜ੍ਹੋ ਦੁਬਾਰੇ ਜੀ। ਕਿਤੜੇ ਵੈਸ ਵਖਾਣੀਆਂ ਰਾਜਪੂਤ ਰਾਵਤ ਵਿਚਾਰੀ। ਹਾਂ, ਇਹ ਰਾਜਪੂਤਾਂ ਦੀ ਜਾਤੀ ਆ ਰਾਵਤ। ਉਹ ਰਾਜਪੂਤਾਂ ਵਿੱਚ ਹੋਏ। ਰਾਜਪੂਤ ਦੇ ਵੀ ਸਾਧ ਸੰਗਤ ਜੀ 4 ਅੱਗੇ ਹਿੱਸੇ ਹੋਏ ਨੇ ਰਾਜਪੂਤਾਂ ਦੇ, ਅਤੇ 4 ਕਿਹੜੇ ਨੇ ਲਿਖ ਲਓ। ਇੱਕ ਪਰਮਾਰ, ਇੱਕ ਚੌਹਾਨ। ਹਾਂ, ਪਰਮਾਰ ਜਿਹੜੇ ਨੇ ਰਾਜਪੂਤ ਨੇ, ਪਰਮਾਰ, ਚੌਹਾਨ, ਸੋਲੰਕੀ, ਅਤੇ ਚੌਥਾ ਹੈਗਾ ਪ੍ਰਹਾਰ। ਇਹ ਵੀ ਰਾਜਪੂਤਾਂ ਦਾ ਹੀ ਗੋਤ ਹੈ। ਆ ਵਿਰਸੇ ਵਾਲਾ ਕਹਿੰਦੀ ਪ੍ਰਹਾਰਿਆ ਕਹਿੰਦੇ। ਹਾਂਜੀ,
ਹਾਂ ਇਹ ਰਾਜਪੂਤ ਨੇ ਸਾਰੇ। ਅਤੇ ਪਰਮਾਰ ਆਦਿਕ ਇਹ ਰਾਜਪੂਤਾਂ ਦੇ 4 ਅੱਗੇ ਗੋਤ ਨੇ। ਪ੍ਰਿਥੀ ਰਾਜ ਚੌਹਾਨ ਉਹ ਰਾਜਪੂਤ ਹੈ ਨਾ, ਪ੍ਰਿਥੀ ਰਾਜਾ। ਅਤੇ ਇਉਂ ਸਾਰੇ ਇਹ ਕੁਝ ਰਾਜਪੂਤਾਂ ਦੀਆਂ ਜਾਤੀਆਂ ਦੀ ਵਿਚਾਰ ਕਰ ਰਹੇ ਨੇ। ਪਰਮਾਰ ਆਦਿਕ, ਪ੍ਰਹਾਰ ਆਦਿਕ, ਚੌਹਾਨ, ਸੋਲੰਕੀ ਆਦਿਕ। ਹਾਂਜੀ। ਤੂਰ ਗੌੜ ਪਵਾਰ ਲਖ ਮਲਣ ਹਾਸ ਮੱਲਣ ਪਾਣਾ ਭਾਰਾ ਕਰਕੇ ਆਦਿਕ ਲਾ ਕੇ ਨਾ ਮੰਮੇ 'ਤੇ, ਭਾਵੇਂ ਨਹੀਂ ਭਾਰਾ ਕਰ ਦਿਓ ਉਹਨੂੰ। ਮੱਲਣ ਹਾਸ ਚੌਹਾਨ ਚਿਤਾਰੀ। ਪੜ੍ਹੋ ਸਾਰੇ। ਤੂਅਰ ਗੌੜ ਪਵਾਰ ਲਖ। ਤੂਰ ਗੌੜ ਪਵਾਰ ਲਖ ਹਾਂਜੀ। ਮਲਣ ਹਾਸ ਚੌਹਾਨ ਚਿਤਾਰੀ। ਇਉਂ ਜਿਹੜੇ ਨੇ ਤੂਰ ਵੀ ਇਹ ਇੱਕ ਗੋਤ ਹੈ ਜਿਹੜਾ ਕਿ ਵਾਹਿਗੁਰੂ ਇਹ ਰਾਜਪੂਤਾਂ ਨਾਲ ਵੀ ਸੰਬੰਧਿਤ ਹੋ ਜਾਂਦਾ ਹੈ। ਤੂਰ ਹੈਗੇ ਨਾ ਗੋਤ ਕਈ ਇੱਥੇ। ਹਾਂਜੀ। ਹਾਂ ਤੂਰ ਇਸੇ ਤਰ੍ਹਾਂ ਗੌੜ ਗੋਤ ਇਵੇਂ ਹੀ ਪੜ੍ਹਿਓਗੇ। ਪਵਾਰ ਇਹਨਾਂ ਦੇ ਆ ਗਏ ਰਾਜਪੂਤਾਂ ਦੇ। ਤੂਰ ਵੀ ਰਾਜਪੂਤਾਂ ਵਿੱਚ ਕੁਝ ਮੰਨੇ ਗਏ ਨੇ, ਜੱਟ ਜਾਤੀ ਵਿੱਚੋਂ ਵੀ ਹੈਗੇ ਨੇ। ਅਤੇ ਤੂਰ ਜਿਹੜੇ ਨੇ ਇੱਧਰੋਂ ਵੀ ਨੇ, ਰਾਜਪੂਤਾਂ ਵਾਲੇ ਪਾਸੇ ਵੀ ਨੇ। ਕੀ ਆ ਪ੍ਰਹਾਰ ਪਵਾਰ ਪਰਮਾਰਾਂ ਨੂੰ ਕਹਿੰਦੇ ਨੇ। ਹਾਂਜੀ। ਪਵਾਰ ਇੱਕ ਅਲੱਗ ਵੀ ਹੈ। ਇੱਕ ਪ੍ਰਹਾਰ ਗੋਤ ਹੈ, ਇੱਕ ਪਰਮਾਰ ਹੈ, ਅੱਡ ਅੱਡ ਨੇ। ਇਹ ਪਰਮਾਰ ਤੋਂ ਭਾਵ ਹੈ ਇਹ। ਹਾਂਜੀ। ਤੂਰ ਨਾਮ ਬਾਜੇ ਦਾ ਵੀ ਹੁੰਦਾ ਹੈ। ਗੌੜ ਫਿਰ ਇਹ ਪੰਡਤਾਂ 'ਚ ਵੀ ਗੌੜ, ਪੰਡਤਾਂ 'ਚੋਂ ਵੀ ਨੇ ਜੱਟ ਜਿਹੜੇ ਨੇ ਇੱਧਰ ਵੀ ਆ ਗਏ ਨੇ, ਰਾਜਪੂਤਾਂ ਵਿੱਚ ਵੀ ਹੈਗੇ ਨੇ। ਪਰ ਬੋਲੋ ਜੀ ਅੱਗੇ। ਕਛਵਾਹੇ ਰਾਠੌੜ ਲੱਖ ਰਾਣੇ। ਨਹੀਂ ਆਪਾਂ ਚੌਹਾਨ ਦੀ ਰਹਿ ਗਈ ਸੀ ਨਾ। ਤੂਰ ਗੌੜ ਪਵਾਰ ਲੱਖ। ਤੂਰ ਗੌੜ ਪਵਾਰ ਲੱਖ ਮੱਲਣ ਹਾਸ ਚੌਹਾਨ ਚਿਤਾਰੀ। ਮੱਲਣ ਵੀ ਜਿਹੜਾ ਹੈ ਰਾਜ ਜਾਤੀ ਹੈ ਇਹਨਾਂ ਦੀ। ਮੱਲਣ ਅਤੇ ਹਾਸ। ਹਾਂ ਮੱਲਣ ਵੀ ਅਤੇ ਹਾਸ ਵੀ। ਸੋ ਇਹ ਸਾਰੇ ਗੋਤ ਹੀ ਮੰਨੇ ਗਏ ਨੇ। ਅਤੇ ਹਾਸ ਵੀ ਚੌਹਾਨ ਤਾਂ ਆਪਾਂ ਪਹਿਲਾਂ ਵਿਚਾਰੇ ਹੀ ਹੈ ਨਾ ਉਹਨਾਂ ਦਾ। ਹਾਂਜੀ। ਹਾਂਜੀ ਇੱਕ ਮਿੰਟ ਚਲੋ ਅੱਗੇ। ਹਾਂਜੀ। ਕਛਵਾਹੇ ਰਾਠੌੜ ਲੱਖ ਰਾਣੇ ਰਾਏ ਭੂਮੀਏ ਭਾਰੀ। ਵਿਸ਼ਰਾਮ ਗਲਤ ਹੋ ਗਿਆ, ਲੱਖ ਤੇ ਵਿਸ਼ਰਾਮ ਕਰੋ। ਕਛਵਾਹੇ ਰਾਠੌਰ ਲੱਖ। ਕਛਵਾਹੇ ਰਾਠੌੜ ਲੱਖ ਰਾਣੇ ਰਾਏ ਭੂਮੀਏ ਭਾਰੀ। ਰਾਣੇ ਰਾਏ ਭੂਮੀਏ ਭਾਰੀ। ਕਛਵਾਹੇ ਵੀ ਇਹ ਗੋਤ ਹੈ ਅਤੇ ਰਾਠੌਰ ਇਹ ਸਾਰੇ ਰਾਜਪੂਤਾਂ ਦੇ ਗੋਤ ਨੇ। ਅਤੇ ਰਾਣੇ ਜਿਵੇਂ ਮਹਾਰਾਜਾ ਰਾਣਾ ਪ੍ਰਤਾਪ ਉਹ ਰਾਣਾ ਉਹਨਾਂ ਨਾਲ ਲੱਗਿਆ। ਅਤੇ ਇਵੇਂ ਹੀ ਰਾਏ ਇਹਨਾਂ ਦੀ ਜਿਹੜੇ ਗੋਤ ਨੇ। ਇਉਂ ਭੂਮੀਏ ਜਿਨ੍ਹਾਂ ਨੇ ਗਾਂ ਫਿਰ ਦੀਆਂ ਜ਼ਮੀਨਾਂ ਖਰੀਦ ਲਈਆਂ ਭੂਮੀਏ ਹੋ ਗਏ। ਅਤੇ ਭਾਰੀ ਬਹੁਤ ਸਾਰੇ ਇਹ ਹੋ ਗੁਜ਼ਰੇ ਨੇ। ਬਾਗ ਬਘੇਲੇ ਕੇਤੜੇ ਬਲਵੰਡ ਲੱਖ ਬੰਦੇਲੇ ਕਾਰੀ। ਹਾਂ ਬਾਗ ਇਹ ਵੀ ਰਾਜਪੂਤਾਂ ਦੀ ਜਾਤੀ ਹੈ। ਬਘੇਲ ਦੇ ਰਹਿਣ ਵਾਲੇ ਇਹ ਰਾਜਪੂਤ ਜਾਤੀ। ਬਲਵੰਡ ਜਿਹੜੇ ਨੇ ਇਹਨਾਂ ਦੀ ਜਾਤੀ ਵਿੱਚੋਂ ਆ ਰਹੇ ਨੇ ਇਹ। ਇੱਕ ਸਤਾ ਬਲਵੰਡ ਹੋਏ ਉਹ ਤਾਂ ਮਰਾਸੀ 'ਤੇ ਨਾ ਮਾਰਦੇ ਰਬਾਬੀ ਇੱਥੇ ਉਹ ਨਾ ਸਮਝੇ ਉੱਥੇ। ਬਲਵੰਡ ਜਿਹੜਾ ਹੈ ਇਹਨਾਂ ਦੀ ਇਹ ਰਾਜਪੂਤਾਂ ਦੀ ਜਾਤ ਹੀ ਹੈ। ਹਾਂਜੀ। ਕੇਤੜਿਆਂ ਹੀ ਅਤੇ ਇਵੇਂ ਲੱਖ ਬੰਦੇਲ ਦੇਸ਼ ਦੇ ਰਹਿਣ ਵਾਲੇ। ਹਾਂਜੀ। ਬੰਦੇਲੇ ਇਹ ਉਸ ਇਲਾਕੇ ਦੇ ਬੰਦੇਲ ਖੰਡ ਦੇ ਰਹਿਣ ਵਾਲੇ ਜਾਂ ਬੰਦੇਲਾ ਰਾਜਪੂਤਾਂ ਦੀ ਗੋਤ ਵੀ ਹੈ। ਅਤੇ ਇਹਦੇ ਬਾਰੇ ਆਉਂਦਾ ਹੈ ਕਿ ਇੱਕ ਜਿਹੜਾ ਸੀ ਦੇਵੀ ਦਾ ਉਪਾਸਕ ਹੋਇਆ ਇਹਨਾਂ ਵਿੱਚੋਂ ਰਾਜਪੂਤਾਂ ਵਿੱਚੋਂ। ਉਹ ਦੇਵੀ ਦੀ ਉਪਾਸਕ ਵਿੱਚੋਂ ਦੇਵੀ ਦੀ ਉਪਾਸਨਾ ਕਰਨ ਆਪਣੇ ਆਪ ਕੁਰਬਾਨੀ ਦਿੱਤੀ ਉਹਨੇ। ਕੁਰਬਾਨੀ ਦੇਣ ਤੋਂ ਉਸ ਕੁਰਬਾਨੀ ਵੇਲੇ ਉਹਦਾ ਖੂਨ ਡਿਗਲਿਆ। ਖੂਨ ਤੋਂ ਜਿਹੜਾ ਸੀ ਅੱਗੇ ਜਿਹੜਾ ਪੈਦਾ ਹੋਇਆ ਬੰਦਾ ਉਹ ਤੋਂ ਬੁੰਦੇਲਾ ਬਣਿਆ। ਬੁੰਦੇਲੇ ਨਾ ਬੂੰਦੇਲੇ ਉਹਦੇ ਖੂਨ ਤੋਂ ਪੈਦਾ ਹੋਈ ਜਿਹੜੀ ਕੌਮ ਸੀ ਉਹ ਬੰਦੇਲੇ ਹੋਏ। ਉਹ ਵੀ ਮਸਲਾ ਬੰਨੇ ਜਾਂਦੇ ਨੇ। ਇੱਕ ਮਿੰਟ ਰੁਕੋ। ਚਲੋ ਫਿਰ ਪਾਲਿਓ ਸੇ ਲੈਣ ਨੂੰ। ਕੇਤੜਿਆਂ ਹੀ ਭਰਟੀਏ ਦਰਵਾ ਕੇਤੜੇ ਬਲਵੰਡ ਲੱਖ। ਲੈ ਇਹ ਕੋਈ ਪੜ੍ਹਿਆ ਤੁਸੀਂ? ਇਹ ਹੋਣਾ ਹੈ ਨਾ। ਇਸ ਤਰ੍ਹਾਂ ਦੇ ਬਣੇ ਜੀ ਬੰਦੇਲਖੰਡ ਦੇ ਰਹਿਣ ਵਾਲੇ ਜਾਂ ਬੰਦੇਲੇ ਉਹਦੀ ਅੰਸ਼ਬੰਦ ਜਿਹੜੀ ਹੋਈ। ਜਿਹੜਾ ਕਿ ਦੇਵੀ ਕਿਹੜੀ ਇਹਦੀ ਪੂਜਾ ਕੀਤੀ ਸੀ? ਬਾਸ਼ਨੀ ਦੇਵੀ ਸੀ। ਬਾਸ਼ਨੀ ਦੇਵੀ ਦੀ ਪੂਜਾ ਕੀਤੀ ਇਹਨਾਂ ਦੇ ਵਿੱਚੋਂ ਵੱਡਿਆਂ ਨੇ ਰਾਜਪੂਤਾਂ ਦੇ ਨੇ। ਉਹ ਦੇਵੀ ਦੀ ਪੂਜਾ ਕਰਨ ਲੋਕਾਂ ਨੇ ਜਿਹੜਾ ਕੁਰਬਾਨੀ ਦੇਤੀ ਇਹਨੇ ਆਪਣੀ ਪੂਜਾ ਕਰਨੇ ਕੁਰਬਾਨ ਹੋ ਗਿਆ ਕੁਰਬਾਨੀ ਕਰਤੀ। ਉਹ ਇਹੋ ਜਿਹਾ ਕੁਛ ਹੁੰਦਾ ਇਹਨਾਂ ਦਾ ਦੇਵੀਆਂ ਦਾ। ਕੁਰਬਾਨੀ ਦਿਓ ਜੇ ਮਰੋ ਇਹਨਾਂ ਦੇ ਅੱਗੇ। ਉਹ ਜਿਹੜੀ ਖੂਨ ਡੁੱਲਿਆ
ਉਹ ਤੋਂ ਜਿਹੜਾ ਪੈਦਾ ਹੋਇਆ ਵਰਦਾਨ ਨਾਲ ਉਹ ਬੰਦੇਲਾ ਹੋਇਆ, ਬੂੰਦ ਤੋਂ ਪੈਦਾ ਹੋਇਆ ਬੁੰਦੇਲੇ। ਹਾਂਜੀ ਅੱਗੇ ਜੀ ਕੇਤੜਿਆਂ ਹੀ ਭੁਰਟੀਏ ਦਰਬਾਰਾਂ ਅੰਦਰ ਦਰਬਾਰੀ। ਭੁਰਟੀਏ ਕਰ ਲਿਓ, ਭੁਰਟੀਏ ਪੱਬੇ ਨੂੰ ਕੜਾ ਨਾ। ਹਾਂਜੀ हाँ पुरट्टिए बोलो, राजू पारा करके पुरट्टिए। ਭੁਰਟੀਏ केतड़ियाँ ही पुरट्टिए, ਕੇਤੜਿਆਂ ਹੀ ਭੁਰਟੀਏ दरबारा अंदर दरबारी। ਦਰਬਾਰਾਂ ਅੰਦਰ ਦਰਬਾਰੀ। कितने ही भलेटे भट्टिए, भट्टिए कौम दे जो ना भट्टिए तो भट्टी बन गए अगे। तो इउं दरबारां दे अंदर राजा दरबारां में दरबारी होए है। हाँ जी कितने ਕਿਤੜੇ ਗੁਣੀ ਪਧੌੜੀਏ ਪਧੌੜੀਏ। ਦੇਸ਼ ਵੱਡੇ ਅਤਵਾਰੀ। हाँ पढ़ो सारे। कितने गुणी पधौड़िए, ਗੁਣੀ ਪਧੌੜੀਏ देश देश वड्डे इतवारी। कितने ਜਿਹੜੇ ਸੀ ਭਦੌੜ ਦੇ ਜਿਹੜਾ ਹੈ ਇਲਾਕੇ ਦਾ ਵੀ ਨਾਂ ਹੈ ਤੇ ਰਾਜਪੂਤਾਂ ਦੀ ਜਾਤੀ ਵੀ ਹੈ। ਤੇ ਉਹ ਹੋਏ ਭਦੌੜੀਏ। ਕਿਵੇਂ ਬਏ, ਕਿੱਥੋਂ ਬਣੀ, ਕਿੱਥੋਂ ਆਏ ਭਦੌੜ ਵਾਲੇ ਜਿਹੜੇ ਬਣੇ। ਚੰਬਲ ਘਾਟੀ ਦੇਖੀਏ ਨਾ ਤੁਸੀਂ, ਕਹਿੰਦੇ ਚੰਬਲ ਘਾਟੀ ਦੇ ਡਾਕੂ। ਤੁਸੀਂ ਆਗਰਾ ਟੱਪੋ, ਗਵਾਲੀਅਰ ਦੇ ਵਿੱਚ, ਗਵਾਲੀਅਰ ਤੋਂ ਪਹਿਲਾਂ ਆਗਰੇ ਤੋਂ ਬਾਅਦ ਜਾਂਦੇ ਹੋ ਨਾ ਹਜ਼ੂਰ ਸਾਹਿਬ ਨੂੰ, ਆਗਰੇ ਤੋਂ ਬਾਅਦ ਆਉਂਦਾ ਚੰਬਲ ਦਰਿਆ। ਉਹ ਬਹੁਤ ਦੂਰ ਤੱਕ ਉਹ ਘਾਟੀ ਬਣੀ ਹੋਈ ਆ ਅਤੇ ਜੰਗਲ ਜਿਹਾ ਬਣਿਆ ਪਿਆ। ਅਤੇ ਉਹ ਜਿਹੜਾ ਸੀ ਆਪਣਾ ਪਧਾਵਰ ਦਾ ਇਲਾਕਾ, ਚੰਬਲ ਘਾਟੀ ਤੋਂ ਲੈ ਕੇ ਪਧਾਵਰ ਦਾ ਇਲਾਕਾ ਜਿਹੜਾ ਸੀ, ਉੱਥੋਂ ਦੇ ਵਸਨੀਕਾਂ ਨੂੰ ਭਦੌੜੀਏ ਨਾਂ ਪੈ ਗਿਆ। ਅਤੇ ਭਦੌੜ ਪਿੰਡ ਵੀ ਹੈ ਪੰਜਾਬ 'ਚ। ਪਸੌੜ ਕੁਝ ਸਵੇਰ ਪਸੌੜੀਏ ਵੀ ਹੈਗੇ ਨੇ, ਪਰ ਉਹ ਇਹ ਨਾ ਸਮਝੋ ਪਸੌੜੀਆਂ ਤਾਂ ਕੰਮ ਬਹੁਤ ਖਰਾਬ ਕੀਤਾ ਸੀ ਸਾਰਾ। ਪਸੌੜੀਆਂ ਨੇ ਪੰਚਖੰਡ ਬਣਾ ਲਿਆ ਇੱਕ ਆਪਣਾ ਹੀ। ਉਹਦੇ ਵਿੱਚ ਪੰਚਖੰਡ ਵਿੱਚ ਕੀ ਕੀਤਾ, ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਕੱਢ ਦਿੱਤੀ ਅਤੇ ਜਿਹੜੇ ਸੀ ਭੱਟਾਂ ਦੇ ਸਵਈਏ ਕੱਢ ਦਿੱਤੇ, ਰਾਗਮਾਲਾ ਉਹ ਕੱਢ ਕੇ ਸਾਰੀ ਬਾਣੀ ਇੱਕ ਪੋਥੀਆਂ ਸਵਾ ਦਿੱਤੀਆਂ। ਅਤੇ ਜਦੋਂ ਇਹ ਗੱਲ ਸਾਰੇ ਪੰਥ ਵਿੱਚ ਫੈਲੀ ਵੀ ਆਹ ਕਰਤੂਤ ਇਹਨਾਂ ਨੇ ਕੀਤੀ ਹੈ, ਅਤੇ ਇਹਨਾਂ ਨੂੰ ਉੱਥੇ ਬੁਲਾਇਆ। ਅਕਾਲ ਤਖਤ 'ਤੇ ਗਏ ਨਹੀਂ, ਉੱਥੋਂ ਤਨਖਾਹੀਆ ਕਰਾਰ ਦੇ ਦਿੱਤਾ ਪੰਥ ਨੇ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਉਸ ਵੇਲੇ। ਅਤੇ ਨਾਲ ਹੁਕਮ ਕੀਤਾ ਵੀ ਜਿਹੜੀਆਂ ਇਹਨਾਂ ਨੂੰ ਪੋਥੀਆਂ ਛਾਪੀਆਂ ਨੇ ਨਾ, ਅਤੇ ਉਹਨਾਂ ਜਿਨ੍ਹਾਂ ਕੋਲ ਵੀ ਪਈਆਂ ਸਾਰੀਆਂ ਅਕਾਲ ਤਖਤ 'ਤੇ ਪਹੁੰਚਾ ਦਿਓ ਅਤੇ ਸੰਸਕਾਰ ਕੀਤੇ। ਅਜੇ ਵੀ ਜੇ ਕਿਸੇ ਕੋਲ ਪਈਆਂ ਨੇ, ਉਹ ਪਈਆਂ ਹੋਣ ਤੋਂ ਅਕਾਲ ਤਖਤ ਤੋਂ ਛੇਕਿਆ ਹੋਇਆ ਗੱਲ ਹੈ ਅਤੇ ਪਹੁੰਚਾ ਦੇਣੀਆਂ ਚਾਹੀਦੀਆਂ ਨੇ। ਅਤੇ ਇਉਂ ਉਹ ਪਸੌੜ ਵਾਲੇ ਸੀ ਜਿਨ੍ਹਾਂ ਨੇ ਇਹ ਬਾਣੀ ਵਿੱਚ ਫਰਕ ਪਾਇਆ, ਭਗਤਾਂ ਦੀ ਬਾਣੀ ਕੱਢ ਦਿੱਤੀ। ਯਤਨ ਹੁਣ ਵੀ ਕੁਝ ਲੋਕ ਕਰ ਰਹੇ ਨੇ, ਹੌਲੀ ਹੌਲੀ ਤਿਆਰੀ ਕਰ ਰਹੇ ਨੇ ਉਹ ਤਾਂ, ਪਰ ਹਾਲੇ ਉਹਨਾਂ ਦੀ ਬਾਂਹ ਨਹੀਂ ਜਾ ਰਹੀ। ਪਹਿਲਾਂ 10 ਗ੍ਰੰਥ ਨੂੰ ਲੈ ਰਹੇ ਨੇ, ਹੌਲੀ ਹੌਲੀ ਫਿਰ ਉਹਨਾਂ ਨੇ ਇਹਦੇ ਇਸ ਪਾਸੇ ਆਉਣ ਦੀ ਤਿਆਰੀ ਆ। ਸੁਚੇਤ ਰਹਿਣਾ ਪੈਣਾ ਆਪਾਂ ਨੂੰ ਬਹੁਤ। ਸੋ ਇਸ ਤਰ੍ਹਾਂ ਉਹ ਲੋਕਾਂ ਨੇ ਉਹ ਜਿਹੜੀਆਂ ਪੋਥੀਆਂ ਛਾਪੀਆਂ ਅਤੇ ਉਹ ਪਸੌੜ ਵਾਲੇ ਸੀ। ਇਹਨਾਂ ਵਿੱਚੋਂ ਇੱਕ ਤੇਜਾ ਸਿੰਘ ਪਸੌੜੀਆ ਵੀ ਹੋਇਆ, ਉਹ ਬਾਅਦ 'ਚ ਹੋਇਆ ਇਹਨਾਂ 'ਚੋਂ ਤੇਜਾ ਸਿੰਘ ਪਸੌੜ ਦਾ। ਉਹਨੇ ਕੀ ਕੀਤਾ, ਉਹਦਾ ਅੰਗਰੇਜ਼ਾਂ ਨੇ ਸੋਚਿਆ ਵੀ ਸਿੱਖ ਬਹਾਦਰ ਕਿੱਥੋਂ ਨੇ, ਕਿਵੇਂ ਇੰਨੀ ਬਹਾਦਰੀ ਇਹਨਾਂ 'ਚ ਆਉਂਦੀ ਹੈ। ਉਹਨਾਂ ਨੇ ਕੁਝ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨਾਂ ਨੂੰ ਬਹਾਦਰ ਬਣਾਉਂਦੀ ਹੈ, ਇਹ ਤੋਂ ਇਹਨਾਂ ਨੂੰ ਸੰਕੇ ਖੜੇ ਕਰ ਦਿਓ ਅਤੇ ਇੱਦਾਂ ਕੋਈ ਫਰਕ ਪਾਓ। ਅਤੇ ਪਸੌੜੀਏ ਤੇਜਾ ਸਿੰਘ ਦਾ ਕੋਈ ਮੁਕੱਦਮਾ ਸੀ ਅੰਗਰੇਜ਼ਾਂ ਦੇ ਪਾਸ, ਉਹਨਾਂ ਨਾਲ ਸੌਦਾ ਕਰ ਲਿਆ ਵੀ ਮੇਰਾ ਮੁਕੱਦਮਾ ਮੇਰੇ ਹੱਕ 'ਚ ਕਰ ਦਿਓ, ਮੈਂ ਤੁਹਾਡੀ ਗੱਲ ਮੰਨ ਕੇ ਗੁਰੂ ਗ੍ਰੰਥ ਕੋਈ ਫਰਕ ਪਾ ਦਿੰਦਾ। ਅਤੇ ਫਰਕ ਕੀ ਪਾਇਆ, ਗੁਰੂ ਗ੍ਰੰਥ ਸਾਹਿਬ ਲਿਖਣ ਲੱਗਾ, ਸਾਰਾ ਗੁਰੂ ਗ੍ਰੰਥ ਸਾਹਿਬ ਲਿਖਿਆ ਅਤੇ ਜੇ ਰਾਗਮਾਲਾ ਨਾ ਲਿਖੀ, ਰਾਗਮਾਲਾ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ। ਅਕਾਲ ਤਖਤ ਸਾਹਿਬ 'ਤੇ ਲੈ ਕੇ ਆਇਆ। ਉਸ ਗੱਲ ਦਾ ਪਤਾ ਲੱਗਿਆ ਅਤੇ ਉਹਦਾ ਵਿਰੋਧ ਹੋਇਆ, ਸਾਰੇ ਪੰਥ ਵਿੱਚ ਵਿਰੋਧ ਹੋਇਆ, ਪਰ ਜਿੱਦ ਕੀਤੀ। ਅਤੇ ਉਸ ਵੇਲੇ ਪਸੌੜੀਆਂ ਦਾ ਹੀ ਜਥੇਦਾਰ ਸੀ ਉੱਥੇ ਅਕਾਲ ਤਖਤ ਦਾ, ਉਹਨਾਂ ਨੇ ਉਹ ਬੀੜ ਉੱਥੇ ਜਿਹੜੀ ਸੀ ਪ੍ਰਕਾਸ਼ ਕਰਨ ਲਈ ਰੱਖਣ ਦਾ ਯਤਨ ਕਰਿਆ। ਪਰ ਅਖੀਰ ਵਿੱਚ ਪੰਥ ਨੇ ਇਕੱਠੇ ਹੋ ਕਰਕੇ ਇਸ ਵਿਰੋਧ ਵਿੱਚ ਇਕੱਠਾ ਹੋਇਆ ਅਤੇ ਅਰਦਾਸ ਕੀਤੀ ਸਾਰੇ ਪੰਥ ਨੇ ਅਕਾਲ ਤਖਤ 'ਤੇ, ਸੱਚੇ ਪਾਤਸ਼ਾਹ ਜੇ ਤਾਂ ਤੇਜਾ ਸਿੰਘ ਸੱਚਾ ਹੈ ਫਿਰ ਤਾਂ ਸਾਨੂੰ ਉਹਦੇ ਬਾਰੇ ਕੋਈ ਨਾ ਕੋਈ ਤੁਹਾਡੇ ਵੱਲੋਂ ਜਲਵਾ ਹੋਣਾ ਚਾਹੀਦਾ ਹੈ, ਜੇ ਇਹ ਝੂਠਾ ਤਾਂ ਇਹਨੂੰ ਕੋਈ ਨਾ ਕੋਈ ਦੰਡ ਸੱਚੇ ਪਾਤਸ਼ਾਹ ਤੁਸੀਂ 7 ਦਿਨ ਦੇ ਵਿੱਚ ਕੋਈ ਬਖਸ਼ਿਸ਼ ਕਰੋ। ਇਹ ਅਰਦਾਸ ਖਾਲਸੇ ਨੇ ਇਕੱਠੀ ਹੋ ਕੇ ਕੀਤੀ। ਤਾਂ ਉਸ ਵੇਲੇ ਕੀ ਹੋਇਆ, ਇਹਦੀ ਜਵਾਨ 'ਚ ਕੀੜੇ ਪੈ ਗਏ ਪਸੌੜੀਏ ਦੇ, ਤੇਜਾ ਸਿੰਘ ਦੇ। ਅਤੇ ਜਦੋਂ ਪਏ ਫਿਰ ਇਹਨੂੰ ਭਗਦੜ ਮੱਚੀ, ਅਕਾਲ ਤਖਤ 'ਤੇ ਪੇਸ਼ ਹੋਇਆ, ਖਾਲਸਾ ਜੀ ਮੈਨੂੰ ਮਾफ़ ਕਰੋ, ਮੇਰੀ ਅਰਦਾਸ ਕਰੋ, ਮੇਰੇ ਤੋਂ ਗਲਤੀ ਜਿਹੜੀ ਸੀ ਹੋਈ ਹੈ, ਜਿਹੜੀ ਮੈਂ ਬਾਣੀ ਰਾਗਮਾਲਾ ਵਿੱਚ ਨਹੀਂ ਲਿਖੀ। ਉਹ ਫਿਰ ਉਸ ਵੇਲੇ ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ ਵੀ ਉੱਥੇ ਪਹੁੰਚੇ ਹੋਏ ਸੀ। ਉਸ ਵੇਲੇ ਫੈਸਲਾ ਹੋਇਆ ਵੀ ਫਿਰ ਇਹ ਜਿਹੜਾ ਸੀ ਦਸਤਾਵੇਜ਼ ਤਿਆਰ ਹੋਇਆ, ਕਾਗਜ਼ਾਤ ਸਾਰੇ ਤਿਆਰ ਹੋਏ ਅਕਾਲ ਤਖਤ ਸਾਹਿਬ 'ਤੇ, ਅਕਾਲ ਤਖਤ ਦੀ ਮੋਹਰ ਦੇ ਹੇਠ।
ਉਹ ਜਿਹੜੀ ਬੀੜ ਸੀ ਉਸ ਵੇਲੇ ਜਿਹੜੀ ਲਿਖੀ ਹੋਈ, ਉਹ ਆਲਾ ਸਿੰਘ ਕਹਿਣ ਲੱਗਿਆ ਵੀ ਅਕਸਰ ਹੈ ਤਾਂ ਬੀੜ ਹੈ, ਗੁਰਬਾਣੀ ਹੈ, ਰਾਗਮਾਲਾ ਨਹੀਂ ਲਿਖੀ, ਚਲੋ ਇਹ ਅਸੀਂ ਆ ਜਾ ਕੇ ਇਹਨੂੰ ਚੜ੍ਹਾ ਲਾਂਗੇ, ਇਹ ਬੀੜ ਸਾਨੂੰ ਸੌਂਪ ਦੇ, ਇਹਦੀ ਸੇਵਾ ਅਸੀਂ ਕਰਾਂਗੇ। ਪੰਥ ਨੇ ਉਹਦੀ ਬੇਨਤੀ ਮੰਨ ਕੇ ਆਲਾ ਸਿੰਘ ਪਟਿਆਲੇ ਵਾਲੇ ਰਾਜੇ ਨੂੰ ਉਹ ਬੀੜ ਦਿੱਤੀ। ਇਸ ਵੇਲੇ ਬੀੜ ਉਹਦੇ ਜਿਹੜਾ ਆਲਾ ਸਿੰਘ ਦਾ ਬੁਰਜਾ ਪਟਿਆਲੇ ਉੱਤੇ ਪਈ ਹੋਈ ਹੈ, ਜੇ ਕਿਸੇ ਨੇ ਦਰਸ਼ਨ ਕਰਨੇ ਹੈ ਉੱਥੇ ਕਰ ਸਕਦੇ, ਜਿਹੜੀ ਬਿਨਾਂ ਰਾਗਮਾਲਾ ਤੋਂ ਉਹਨਾਂ ਨੇ ਉੱਥੋਂ ਲਿਖਵਾਈ ਸੀ ਤੇਜਾ ਸਿੰਘ ਤੋਂ। ਨਾਲ ਉਹ ਸਾਰੇ ਕਾਗਜ਼ਾਤ ਵੀ ਦਸਤਾਵੇਜ਼ ਉੱਥੇ ਮੌਜੂਦ ਹੈ। ਧੂਪਦੀਪ ਕਰਦਾ ਰਿਹਾ ਪਟਿਆਲੇ ਵਾਲਾ ਰਾਜਾ। ਅਤੇ ਇਸ ਤਰ੍ਹਾਂ ਉਹ ਭਸੌੜੀਏ ਹੋਏ ਸੀ ਜਿਨ੍ਹਾਂ ਨੇ ਪੰਥ ਵਿੱਚ ਇੰਨਾ ਫਰਕ ਪਾਇਆ। ਪਰ ਇਹ ਨੇ ਭਦੌੜੀਏ ਉਹ ਉਹਨਾਂ ਨੇ ਫਿਰ ਜਿਹੜੀ ਸੀ ਆਪਣੇ ਵੱਲੋਂ ਲਿਖ ਕੇ ਜਿਹੜੀ ਸੀ ਨਾਲ ਵਿੱਚ ਐਡ ਕੀਤੀ ਹੈ ਨਾਲ, ਪਰ ਉਹ ਲਿਖਤ ਨਾਲ ਮਿਲਦੀ ਨਹੀਂ ਨਾ, ਅਤੇ ਪਰ ਉਹਨੇ ਫਿਰ ਤਾਂ ਪੂਰੀ ਕੀਤੀ। ਪਰ ਇਹ ਜਿਹੜੇ ਦੇ ਭਦੌੜੀਏ ਤਾਂ ਜਿਹੜੇ ਚੰਬਲ ਦਰਿਆ ਤੋਂ ਲੈ ਕੇ ਭਦਾਵਰ ਦੇ ਇਲਾਕੇ ਵਾਲੇ ਭਦੌੜੀਏ ਕਹਾਏ ਨੇ, ਆ ਜਿਹੜੇ ਇੱਥੇ ਆਏ ਹੈ, ਭਸੌੜੀਏ ਨਹੀਂ ਸਮਝਣਾ। ਸੋ ਕਿਤੜੇ ਗੁਣੀ ਭਦੌੜੀਏ, ਦੇਸ ਦੇਸ ਵੱਡੇ ਤਵਾਰੀ। ਪਰ ਉਹ ਤਨਖਾਹੀਏ ਮਰ ਗਏ ਸੀ ਫਿਰ, ਜਿਹੜੇ ਸੀ ਜਿਨ੍ਹਾਂ ਨੇ ਪੰਚਖੰਡ ਬਣਾਇਆ ਸੀ ਨਾ, ਤਨਖਾਹੀਏ ਚੜ੍ਹਾਈ ਕਰਕੇ। ਹਾਂ ਅੱਗੇ ਜੀ, ਹਉਮੈ ਮੋਏ ਨਾ ਹਉਮੈ ਮਾਰੀ। ਹਾਂ ਇਹ ਜਿੰਨੇ ਉੱਪਰ ਕਹੇ ਨੇ, ਚਾਹੇ ਉਹ ਛਤਰੀ ਨੇ, ਚਾਹੇ ਵੈਸ ਨੇ, ਚਾਹੇ ਉਹ ਬ੍ਰਾਹਮਣਾਂ ਦੇ 18 ਗੁਰੂ ਉੱਪਰ ਲਿਖੇ ਨੇ। ਭਾਈ ਸਾਹਿਬ ਦੇ ਕਹੇ ਹਉਮੈ ਮੋਏ ਨਾ ਹਉਮੈ ਮਾਰੀ। ਹਉਮੈ ਤੇ ਵਿਸ਼ਰਾਮ, ਮੋਏ ਤੇ ਵਿਸ਼ਰਾਮ ਕਰੋ। ਹਉਮੈ ਮੋਏ ਅੱਗੇ ਨਾ ਹਉਮੈ ਮਾਰੀ। ਬਹੁਤੇ ਤਾਂ ਹਉਮੈ 'ਚ ਮਰ ਗਏ। ਹਉਮੈ ਇਹਨਾਂ ਨੇ ਨਹੀਂ ਮਾਰੀ, ਹਉਮੈ ਨੇ ਇਹਨਾਂ ਨੂੰ ਮਾਰ ਲਿਆ। ਹਾਂ ਚਲੋ। ਕੇਤੜੇ ਸੂਦ ਸਦਾਏ ਦੇ, ਹਾਂ ਕੇਤੜੇ ਕਾਇਤ ਲਿਖਣ ਹਾਰੇ। ਹਾਂਜੀ ਸਾਡੇ ਕੋਲ ਕਿਤੜੇ ਹੈ। ਕਿਤੜੇ ਤੁਹਾਡੇ ਕੋਲ ਕੀ ਹੈ? ਹਾਂ ਕਿਤੜੇ ਤੁਹਾਡੇ ਕੋਲ ਕਿਤੜੇ ਹੈ ਜੀ? ਕਿਤੜੇ ਕਿਤੜੇ ਹੀ ਹੈ ਜੀ। ਕਾਕੇ ਨੂੰ ਲਾ ਨਾਲ ਹੈ? ਨਹੀਂ ਜੀ ਸਿਆਰੀ ਨਾਲ ਹੈ ਨਾ। ਹਾਂਜੀ, ਹਾਂਜੀ। ਫਿਰ ਕਿਤੜੇ ਪੜੋ। ਕਿਤੜੇ ਕਿਤੜੇ ਸੂਦ ਸਦਾਏ ਦੇ, ਕਿਤੜੇ ਸੂਦ ਸਦਾਏ ਦੇ, ਕਿਤੜੇ ਕਾਇਥ ਲਿਖਣ ਹਾਰੇ। ਕਿਤੜੇ ਕਾਇਥ ਲਿਖਣ ਹਾਰੇ। ਕਿਤੜੇ ਮੈਨੇ ਕਿਤਨੀ ਸੂਦ ਕਹਾਉਂਦੇ ਨੇ। ਹਾਂਜੀ ਇਹ ਵੀ ਗੋਤ ਹੈ ਨਾ ਸੂਦ। ਉੱਥੇ ਪੱਤਰਕਾਰ ਹੈ ਇਹਦਾ ਇੱਕ ਭੂਸ਼ਣ ਸੂਦ ਮਲੋਹ ਦਾ, ਇਹ ਅਜੀਤ ਅਖਬਾਰ ਦਾ, ਉਹ ਸੂਦ ਗੋਤ ਹੈ ਇਹਦਾ। ਸੋ ਇਸ ਤਰ੍ਹਾਂ ਕਿਤਨੇ ਸੂਦ ਕਹਾਉਂਦੇ ਨੇ ਆਪਣੇ ਆਪ ਨੂੰ। ਕਿਤੜੇ ਕਾਇਥ, ਕਾਇਥ ਨਾਮ ਹੁੰਦਾ ਮੁਨਸ਼ੀ, ਹਿਸਾਬ ਕਿਤਾਬ ਰੱਖਣ ਵਾਲੇ। ਹੁੰਦਾ ਗੁਰਬਾਣੀ ਵਿੱਚ ਕਾਇਥ ਚੇਥੂ ਨਾ ਹੈ, ਉੱਥੇ ਮੁਨਸ਼ੀ ਦਾ ਹੀ ਭਾਵ ਹੈ, ਜਿਹੜੇ ਹਿਸਾਬ ਕਿਤਾਬ ਰੱਖਦੇ। ਆ ਵਕੀਲਾਂ ਦੇ ਨਾਲ ਜਿਹੜੇ ਹੁੰਦੇ ਮੁਨਸ਼ੀ ਹੁੰਦੇ ਨੇ, ਉਹ ਹੁਣ ਵਾਲਿਆਂ ਨੂੰ ਕਹਿ ਲਓ ਵੀ ਉਹਨਾਂ ਦੇ ਸਕੱਤਰ ਕਹਿ ਲਓ, ਗ੍ਰਹਿ ਸਕੱਤਰ ਆ ਗਿਆ ਜੀ ਫਲਾਣੇ ਦਾ। ਹਾਂਜੀ ਉਹ ਸਕੱਤਰ ਮੁਨਸ਼ੀ। ਹਾਂਜੀ ਸੋ ਕਿਤਨੇ ਉਹ ਲਿਖਣ ਵਾਲੇ ਨੇ ਲਿਖਾ। ਅੱਗੇ ਜੀ ਕੇਤੜਿਆਂ ਹੀ ਬਾਣੀਏ। ਹਾਂ ਬਾਣੀਏ ਵੇਖੋ ਵੱਖਰੇ ਨੇ, ਖੱਤਰੀ ਵੱਖਰੇ ਨੇ। ਕਈ ਬਾਣੀਆਂ ਨੂੰ ਛਤਰੀ ਕਹੀ ਜਾਂਦੇ ਨੇ। ਸੇ ਨਹੀਂ ਬਾਣੀਏ ਜਿਹੜਾ ਨੂਣ ਤੇਲ ਆਦਿ ਸੌਦਾ ਵੇਚਣ ਵਾਲੇ ਦੁਕਾਨਦਾਰ ਜਾਤ, ਉਹ ਬਾਣੀਏ। ਕਿਤੜੇ ਭਾਵੜਿਆ, ਕਿਤੜੇ ਭਾਵੜਿਆ ਸੁਨਿਆਰੇ। ਕਿਤੜੇ ਭਾਵੜੇ ਨੇ ਜਿਹੜੇ ਜੈਨ ਮਤ ਨੂੰ ਮੰਨਣ ਵਾਲੇ ਨੇ, ਉਹਨੂੰ ਭਾਵੜੇ ਕਹਿੰਦੇ ਨੇ। ਇਹ ਜਾਨੀਆਂ ਨੂੰ ਮੰਨਦੇ ਨੇ ਜਾਂਦੇ। ਅਤੇ ਕਿਤੜੇ ਸੁਨਿਆਰੇ ਨੇ, ਸੋਨੇ ਦਾ ਕੰਮ ਕਰਨ ਵਾਲੇ। ਹਾਂਜੀ ਕਿਤਨੇ ਹੋਰ ਕੀ ਨੇ? ਕੇਤੜਿਆਂ ਲੱਖ ਜੱਟ ਹੋਏ। ਹਾਂ ਕੇਤੜਿਆਂ ਛੀਂਬੇ ਸੰਸਾਰੇ। ਲੱਖ ਤਾਂ ਨਹੀਂ ਪਾਠ ਤੁਹਾਡੇ ਕੋਲ ਕਿਸੇ ਕੋਲ? ਲੱਖ ਹੈ, ਕਈਆਂ ਕੋਲ ਲੱਖ ਵੀ ਹੈ। ਦੋਏ ਪ੍ਰਚਾਰਤ ਨੇ ਪਾਠ ਰਹਿਣ ਦਿਓ। ਕਿ ਜੇ ਲੱਖ ਹੈ ਤਾਂ ਲੱਖ ਠੀਕ ਹੈ, ਲੱਖ ਵਾਲਾ ਵੀ ਠੀਕ, ਅਰਥ ਉਹੀ ਹੈ। ਕੇਤੜਿਆਂ ਲੱਖ ਜਾਟ ਹੋਏ। ਕੇਤੜਿਆਂ ਲੱਖ ਜਾਟ ਹੋਏ। ਕਿੰਨੇ ਜਾਟ ਆ ਹਰਿਆਣੇ ਵਿੱਚ, ਜਾਟ ਕੌਮ ਹੈ ਨਾ, ਅਤੇ ਉੱਥੇ ਜਾਟ ਨੇ। ਹਾਂਜੀ ਕੇਤੜਿਆਂ ਸੀਂਬੇ ਸਹਿ ਸਾਰੇ, ਜਾਂ ਜੱਟ ਖੇਤੀਬਾੜੀ ਕਰਨ ਵਾਲੇ ਜੱਟ ਹੋ ਗਏ ਆਪਣੇ ਪੰਜਾਬ ਦੇ, ਉਹ ਵੀ ਜੱਟ ਕੌਮ ਦੇ ਨੇ। ਛੀਂਬੇ ਕੱਪੜੇ ਸਿਉਣ ਵਾਲੇ, ਇਉਂ ਸੰਸਾਰ ਵਿੱਚ ਪੈਦਾ ਹੋਏ। ਕੇਤੜਿਆਂ ਠਾਠੇਰਿਆਂ। ਹਾਂ ਕੇਤੜਿਆਂ ਲੋਹਾਰ ਵਿਚਾਰੇ। ਠੀਕ ਹੈ ਪੜ੍ਹੋ ਸਾਰੇ। ਠਾਠੇਰਿਆਂ ਠਠੇਰੇ ਕੌਣ? ਪਿੱਤਲ ਦੇ ਭਾਂਡੇ ਬਣਾਉਣ ਵਾਲੇ, ਪਿੱਤਲ ਕਾਂਸੀ ਦੇ ਭਾਂਡੇ ਬਣਾਉਂਦੇ। ਅੱਗੇ ਸ਼ਹਿਰਾਂ ਵਿੱਚ ਇਹ ਠਠੇਰੇ ਹੀ ਬਣਾਉਂਦੇ ਸੀ। ਹੁਣ ਤਾਂ ਪ੍ਰੈਸ ਦੇ ਕਰੇ ਕਰਾ ਜਗਾਦਰੀ ਤੋਂ ਆ ਜਾਂਦੇ ਨੇ, ਸਟੀਲ ਦੇ ਥਾਲੀਆਂ ਖਰੀਦ ਲਿਆਉਂਦੇ ਆਪਾਂ ਕੈਨੇਡਾ ਵਾਲੇ ਵੀ ਜਾ ਕੇ। ਅਤੇ ਪਰ ਇਹ ਉਦੋਂ ਠਠੇਰੇ ਬਣਾਉਂਦੇ ਸੀ ਭਾਂਡੇ। ਨਾਭੇ 'ਚ ਬਾਜ਼ਾਰ ਹੈ ਠਠੇਰਾ ਬਾਜ਼ਾਰ, ਜਲੰਧਰ ਵੀ ਕਹਿੰਦੇ ਹੈਗਾ।
ਉਹ ਉੱਥੇ ਇਹੀ ਲੋਕ ਨੇ ਠੱਕ ਹੋਈ ਜਾਂਦੀ ਸਾਰਾ ਦਿਨ ਭਾਂਡੇ ਬਣਾਉਂਦਿਆਂ ਦੀ, ਕੰਨੀ ਪਾਈ ਨਾ ਸੁਣਦਾ। ਇਉਂ ਉਹ ਠਠੇਰੇ ਕੇਤੜਿਆਂ ਲੋਹਾਰ, ਲੋਹੇ ਦੇ ਚੀਜ਼ਾਂ ਬਣਾਉਣ ਵਾਲੇ ਲੋਹਾਰ, ਉਹ ਵੀ ਗਿਣੇ ਗਏ ਨੇ, ਵਿਚਾਰੇ ਗਏ ਨੇ। ਹਾਂਜੀ ਕਿਤੜੇ ਤੇਲੀ ਆਖੀਆਂ। ਹਾਂ ਕਿਤਨੇ ਹੀ ਭਾਈ ਤੇਲੀ ਜਿਹੜੇ ਤੇਲ ਦਾ ਕੰਮ ਕਰਦੇ ਸੀ, ਤੇਲ ਕੱਢਦੇ ਸੀ। ਹਾਂ ਘਰਾਂ 'ਚ ਕੋਲੂ ਲਾਏ ਹੁੰਦੇ ਤੇਲੀਆਂ ਦੇ, ਬਲਦ ਰੱਖੇ, ਬਲਦ ਨਾਲ ਕੋਲੂ ਚੱਲਦਾ, ਤੇਲ ਨਿਕਲਦਾ, ਖਲ ਵੇਚਦੇ। ਅਤੇ ਹੁਣ ਬਣਿਆ ਬਣਾਈ ਆ ਜਾਂਦਾ, ਭਰੀਆਂ ਭਰਾਈਆਂ ਬੋਤਲਾਂ ਆਪਣੇ ਪੰਜਾਬ ਤੋਂ ਜਾਂ ਸੁਪਰ ਸਟੋਰਾਂ ਤੋਂ ਲੈ ਆਉਂਦੇ ਹੋ। ਅਤੇ ਤੇਲ ਦਾ ਕੰਮ ਕਰਨਾ, ਤੇਲ ਅੱਗੇ ਉੱਥੋਂ ਹੀ ਮਿਲਦਾ ਸੀ। ਕਿਤੜੇ ਹਲਵਾਈ ਬਾਜ਼ਾਰੇ। ਹਾਂ ਕਿਤਨੇ ਹਲਵਾਈ ਮਠਿਆਈਆਂ ਬਣਾਉਣ ਵਾਲੇ, ਅਤੇ ਇਉਂ ਬਾਜ਼ਾਰਾਂ ਵਿੱਚ ਵੇਚਦੇ ਮਿਠਾਈਆਂ ਬਣਾ ਕੇ। ਕੇਤੜਿਆ ਲੱਖ ਪੰਖੀਏ। ਹਾਂ ਕਿਤੜੇ ਨਾਈ ਤੈ ਵਣਜਾਰੇ। ਕੇਤੜੀਆ ਲੱਖ ਪੰਖੀਏ, ਲੱਖ ਪੰਖੀ, ਪੰਖੀ ਤੋਂ ਭਾਵ ਹੈ ਪੰਛੀ। ਪੰਛੀਆਂ 'ਚ ਪੰਛੀ ਇੱਕ ਥਾਂ ਨਹੀਂ ਨਾ ਰਹਿੰਦਾ, ਆ ਲੈਣੇ 'ਤੇ ਬੈਠਾ, ਹੋਰ ਦਰਖਤ 'ਤੇ ਜਾ ਲੈਣਾ ਪਾਇਆ, ਇੱਕ ਥਾਂ ਤਾਂ ਨਹੀਂ ਉਹਨਾਂ ਦਾ ਵਾਸਾ। ਇਉਂ ਪੰਖੀਆਂ ਤੋਂ ਲੈਣਾ, ਪੰਖੀਆਂ ਵਾਂਗੂ ਨਹੀਂ ਜਾਂਦਾ, ਇੱਕ ਕੋਈ ਘਰ ਵਾਸ ਨਹੀਂ, ਸਿਕਰੀ ਗੱਲ। ਹਾਂਜੀ ਚੌਹੂ ਵਰਨਾ। ਸਿਗਲੀ ਗੱਲ ਨਾ ਲਿਖ ਲਿਓ, ਸਿਰਕੀ ਵਾਸ ਕਰ ਲਿਓ। ਇੱਕ ਜਿਨ੍ਹਾਂ ਦੇ ਕਿਥੋਂ ਟਿਕਾਣਾ ਨਹੀਂ, ਅੱਜ ਇੱਥੇ ਨੇ, ਕੱਲ੍ਹ ਨੂੰ ਹੋਰ ਕਿਸੇ ਪਿੰਡ ਜਾ ਚੱਲੇ, ਉੱਥੋਂ ਉੱਠ ਕੇ ਹੋਰ ਅੱਗੇ ਚੱਲ ਗਏ। ਸਿਰਕੀ ਵਾਸ। ਸਿਗਲੀ ਘਰ ਤਾਂ ਬਹੁਤ ਜਿਹੜੇ ਹਥਿਆਰ ਬਣਾਉਂਦੇ ਨੇ ਇੱਧਰ ਨੇ, ਆਪਣੇ ਮੱਧ ਪ੍ਰਦੇਸ਼ ਦੇ ਇਲਾਕੇ ਵਿੱਚ, ਨਾਗਪੁਰ ਦੇ ਇਲਾਕੇ ਵਿੱਚ ਬੜੇ ਤਕੜੇ ਸਿੱਖ ਨੇ। ਉਹ ਸ਼ਾਸਤਰ ਉੱਥੋਂ ਅੱਗੇ ਬਣ ਕੇ ਆਉਂਦੇ ਸੀ, ਸ੍ਰੀ ਸਾਹਿਬਾਂ ਹੋਰ ਜਿਹਨੇ ਹਥਿਆਰ ਉਹ ਬਣਾਉਂਦੇ, ਰਾਜਿਆਂ ਨੂੰ ਲਿਆ ਕੇ ਦਿੰਦੇ। ਉਹ ਇੱਕ ਵੱਖਰੀ ਕੌਮ ਹੈ, ਬੜੇ ਪੱਕੇ ਸਿੱਖ ਨੇ ਉਹ। ਹਾਂਜੀ ਕੇਤੜਿਆ ਲੱਖ ਪੰਖੀਏ। ਕੇਤੜਿਆ ਲੱਖ ਪੰਖੀਏ। ਪੰਖੀ ਵਾਂਗੂ ਜਿਹੜੇ ਥਾਂ ਥਾਂ 'ਤੇ ਜਾ ਕੇ ਸਿਰਕੀ ਵਾਸ। ਕਿਤੜੇ ਨਾਈ, ਨਾਈ ਜਿਹੜੇ ਨੇ ਨਹੁੰ ਨੂੰ ਲਾਉਂਦੇ ਪਿੰਡਾਂ 'ਚ, ਘਰਾਂ 'ਚ ਆ ਕੇ, ਅੱਗੇ ਉਹੀ ਲਾਉਂਦੇ ਹੁੰਦੇ ਸੀ ਘਰਾਂ 'ਚ, ਨਹੁੰ ਲਾਇਆ ਉਹਨੇ, ਅਤੇ ਕੰਡਾ ਕੁੰਡਾ ਕੱਢਿਆ ਹੋਣਾ ਕਿਤੇ ਹਨੇਰ ਦੇ ਨਾਲ, ਅਤੇ ਗੰਢਾਂ ਗੁੰਢਾਂ ਦੇ ਆਉਣੀਆਂ, ਵੱਧ ਕੇ ਕੀ ਕਰਨਾ, ਸਿਰ ਮੁੰਨਿਆ ਹੋਣਾ। ਅਤੇ ਫਿਰ ਉਹਨਾਂ ਤੋਂ ਦਾਣੇ ਲੈਂਦੇ ਮਹੀਨਿਆਂ ਦੇ, 6 ਮਹੀਨੇ ਬਾਅਦ ਇਕੱਠੇ ਹੋ ਕੇ ਉਹ ਨਾਈ ਕੌਮ। ਹੁਣ ਆਪੇ ਕਰ ਲੈਂਦੇ ਨੇ ਸ਼ੀਸ਼ੇ ਮੂਹਰੇ ਬਹਿ ਕੇ, ਸਾਡੇ ਵਾਲੇ ਤਾਂ ਜਾਣ ਦੀ ਲੋੜ ਹੀ ਨਹੀਂ। ਹਾਂਜੀ ਨੌ ਜਿਹੜੇ ਨੇ ਵਧੇ ਹੋਏ ਆਪਣੇ, ਇਹ ਨਾਈ ਲਾਉਂਦੇ ਹੁੰਦੇ ਸੀ ਅੱਗੇ। ਹਾਂ ਨਾਈ ਕੌਮ ਪਿੰਡਾਂ 'ਚ। ਅੱਜ ਬੁੜੀਆਂ ਨੇ ਕਹਿਣਾ ਮਰ ਗਿਆ ਨਾਈ, ਆਇਆ ਨਹੀਂ, ਨੌ ਕਿੱਡੇ ਕਿੱਡੇ ਵੱਧ ਗਏ। ਹਾਂ ਅਤੇ ਘਰਾਂ 'ਚ ਜਾ ਕੇ ਨਹੁੰ ਲਾ ਕੇ ਆਉਂਦੇ ਹੁੰਦੇ, ਜੇ ਕੰਡਾ ਲੱਗ ਗਿਆ ਤਾਂ ਉਹਨੇ ਨਹਿਰ ਨਾਲ ਕੱਢ ਕੇ ਆਉਂਦੇ। ਹਾਂ ਨਹਿਰ ਨਾ ਆਉਂਦਾ ਹੀ ਕਰਦੇ ਨਹੀਂ, ਨਹਿਰ ਨਾ ਜਾਂਦਾ ਤਿੱਖਾ ਉਹਨਾਂ ਕੋਲ, ਉਹਨਾਂ ਨਹੁੰ ਲਾ ਕੇ ਆਉਂਦੇ ਹੁੰਦੇ। ਹਾਂਜੀ ਵਾਹ ਵਧੀਆ ਲਾਉਂਦੇ ਸੀ। ਹੁਣ ਲੋੜ ਨਹੀਂ ਪੈ ਗਈ। ਚਲੋ ਅਤੇ ਵਿਆਹਾਂ ਵਿੱਚ ਕੰਮ ਕਰਦੇ ਵਿਚਾਰੇ, ਗੰਢਾਂ ਗੁੰਢਾਂ ਦੇ ਕੇ ਆਉਂਦੇ ਉਹ ਨਾਈ। ਅਤੇ ਕੁਝ ਵਣਜਾਰੇ, ਵਪਾਰ ਕਰਨ ਵਾਲੇ, ਉਹਨਾਂ ਨੂੰ ਵੀ ਵਣਜਾਰੇ ਕਹਿੰਦੇ ਨੇ। ਅਤੇ ਚੂੜੀਆਂ ਵੇਚਣ ਵਾਲੇ ਵੀ ਵਣਜਾਰੇ ਕਹਿੰਦੇ ਨੇ। ਆ ਗਿਆ ਵਣਜਾਰਾ, ਕਹਿੰਦੇ ਚੂੜੀਆਂ ਚੜਾ ਲਓ ਗਿਆ ਜਾਂ ਕੁਛ, ਅਤੇ ਉਹ ਵਣਜਾਰੇ ਚੂੜੀਆਂ ਵੇਚਣ ਵਾਲੇ। ਅੱਗੇ ਜੀ ਹਾਂਜੀ ਚੌਹਾਂ ਵਰਨਾਂ ਦੇ ਗੋਤ ਅਪਾਰੇ। ਇਹ ਚੌਹਾਂ ਵਰਨਾਂ ਦੇ ਗੋਤ ਭਾਈ ਸਾਹਿਬ ਨੇ ਇੱਥੇ ਕਥਨ ਕੀਤੇ ਨੇ। ਕਿੰਨਾ ਗਿਆਨ ਸੀ ਭਾਈ ਗੁਰਦਾਸ ਸਾਹਿਬ ਜੀ ਨੂੰ, ਸਾਰਾ ਉਹ ਗੋਤਾਂ ਦਾ ਇਤਿਹਾਸ ਕਿਵੇਂ ਲੈ ਕੇ ਲਿਆਂਦਾ। ਹਾਂ ਅਪਾਰੇ ਬੇਅੰਤ ਹੀ ਗੋਤ। ਹੁਣ ਆ ਗਏ ਜੀ ਵਰਨ ਮੱਤ। 4 ਵਰਨਾਂ ਦੇ ਨਾਲ ਜਿਹੜੇ ਨੇ ਚਾਰ ਆਸ਼ਰਮ। ਕਿਹੜੇ 4 ਆਸ਼ਰਮ ਨੇ ਬਾਈ? ਕਿਹੜੇ ਵਰਨ 4 ਆਸ਼ਰਮ? ਠਾਹ ਭੁੱਲ ਜਾਂਦੇ। ਜੰਗਮ ਉਹ ਤਾਂ ਹੈਗੇ ਨੇ 6। ਨਹੀਂ ਉਹ ਤਾਂ ਖੱਟ ਦਰਸ਼ਨ ਨੇ। ਉਹ ਤਾਂ ਉਹ ਕੈਦ ਉਹ ਗ੍ਰਸਤੀ, ਬ੍ਰਹਮਚਰਜ, ਸੰਨਿਆਸੀ, ਬਾਣਪ੍ਰਸਤ, ਇਹ 4 ਆਸ਼ਰਮ ਨੇ। ਪਹਿਲਾ ਬ੍ਰਹਮਚਰਜ, ਜਿੰਨੇ ਚਿਰ ਵਿਆਹ ਨਹੀਂ ਕਰਾਇਆ ਉਹ ਬ੍ਰਹਮਚਰਜ ਆਸ਼ਰਮ ਹੈ। ਵਿਆਹ ਕਰਾ ਕੇ ਗ੍ਰਸਤੀ ਹੋ ਗਏ, ਫਿਰ ਕਹਿੰਦੇ ਛੱਡੋ ਹੁਣ ਗ੍ਰਸਤੀ ਨੂੰ ਵੀ, ਸੰਨਿਆਸੀ ਬਣ ਗਏ। ਹਮ ਤਾਂ ਜੀ ਘਰ ਵਾਲੇ ਛੱਡੇ ਆਏ ਹਾਂ ਅਤੇ ਸੰਨਿਆਸੀ ਹੋ ਗਏ। ਉੱਥੇ ਨਹੀਂ ਟਿਕ ਕਹਿੰਦੇ ਹੁਣ ਜੰਗਲਾਂ ਨੂੰ ਚੱਲੋ, ਜੰਗਲਾਂ ਜਾ ਵਾਸਾ ਕਰਿਆ, ਪਸ਼ੂਆਂ ਵਾਂਗ ਉੱਧਰ ਨੂੰ ਫਿਰੇ ਤੁਰੇ ਨੇ। ਇਹ 4 ਆਸ਼ਰਮ। ਕਿਰਪਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਸਾਨੂੰ ਗ੍ਰਸਤ ਧਰਮ ਸਭ ਤੋਂ ਵੱਡਾ ਬਖਸ਼ਿਸ਼ਾਂ ਕੀਤੀਆਂ ਵੀ ਗ੍ਰਸਤ ਰਹਿ ਕੇ ਹੀ ਜਿਹੜਾ ਹੈ ਰੱਬ ਨੂੰ ਪਾਓ। ਹਾਂ ਚਲੋ ਹੁਣ ਆ ਰਹੇ ਨੇ ਉਹ ਮਤ ਆ ਰਹੇ ਨੇ। ਹੁਣ ਕਿਤੜੇ ਗ੍ਰਹੀ ਪੜ੍ਹੋ ਜੀ। ਕਿਤੜੇ ਗ੍ਰਹੀ ਆਖੀਆਂ। ਕਿਤਨੇ ਗ੍ਰਹੀ ਨਾਲ ਨੇ ਗ੍ਰਸਤੀ, ਕਿੰਨੇ ਗ੍ਰਸਤੀ ਆਖੀ ਦੇ ਨੇ? ਕੇਤੜਿਆ ਲੱਖ ਫਿਰਨ ਉਦਾਸੀ। ਕਿੰਨੇ ਉਦਾਸੀ ਹੋ ਕੇ ਫਿਰਦੇ ਨੇ। ਸੰਨਿਆਸ ਲੈ ਲਿਆ ਜੀ ਅਸੀਂ ਤਾਂ ਗ੍ਰਸਤ ਤੋਂ। ਹਾਂਜੀ ਪਹਿਲਾਂ ਗ੍ਰਸਤ ਵਿੱਚੋਂ ਪੈਦਾ ਹੋਏ, ਉਸੇ ਕਿਸੇ ਨੂੰ ਮਾੜਾ ਕਹਿਣ ਲੱਗ ਗਏ ਅਤੇ ਉਹਨਾਂ ਦੇ ਘਰੇ ਆ ਕੇ ਮੰਗਦੇ ਨੇ। ਹਾਂਜੀ
ਕੇਤੜਿਆ ਜੋਗੀਸਰਾ ਕਿੰਨੇ ਹੀ ਫਿਰ ਜੋਗੀ ਬਣ ਗਏ, ਕੇਤੜਿਆ ਹੋਏ ਇੱਕ ਸੰਨਿਆਸੀ ਸੰਨਿਆਸੀ ਬਣ ਗਏ ਜੀ। ਮਾੜਾ ਦੱਸਦੇ ਜਿਹੜੇ ਗ੍ਰਸਤ ਨੂੰ, ਸੰਨਿਆਸੀ ਆ ਜੀ ਅਸੀਂ ਤਾਂ। ਸੰਨਿਆਸੀ 10 ਨਾਮ ਧਰ ਸੰਨਿਆਸੀਆਂ ਦੇ 10 ਨਾਂ ਤੁਹਾਨੂੰ ਲਿਖਾਏ ਹੋਏ ਨੇ, 10 ਤਰ੍ਹਾਂ ਦੇ ਸੰਨਿਆਸੀ। ਜੋਗੀ 12 ਪੰਥ ਤੇ ਨਿਵਾਸੀ ਜੋਗੀਆਂ ਦੇ 12 ਪੰਥ, ਆਈ ਪੰਥ ਵਗੈਰਾ ਇਹ ਇਕੱਲਾ ਯਾਦ ਹੋਣਾ ਸਾਰਿਆਂ ਨੂੰ, ਬਾਕੀ ਨਹੀਂ ਕੋਈ ਜਾਣਦਾ। ਆਈ ਹੇਥ ਸੋ ਕੰਥੜੀ ਗਮੈ ਗੋਪਾਲ ਸੋ ਜਾਨ, ਚੋਲੀ ਦਾਸ ਧਵਜ ਪਾਗਲ ਪੰਥ ਵੀ ਇਹਨਾਂ ਦਾ ਇੱਕ। ਇਉਂ ਰਾਵਲ ਬਨਮਾਨ, ਇਉਂ 12 ਪੰਥ ਨੇ ਜੋਗੀਆਂ ਦੇ। ਲਿਖ ਕੇ ਘਰੇ ਲਿਜਾ ਰੱਖਦੇ ਨੇ, ਯਾਦ ਨਹੀਂ ਕਰਦੇ। ਚਲੋ ਅੱਗੇ। ਕੇਤੜਿਆ ਲਖ ਪਰਮਹੰਸ ਨਹੀਂ ਉਹ ਪਲ ਹਾਂ ਠੀਕ ਹੈ। ਕਿਤੜ- ਕਿੰਨੇ ਹੀ ਪਰਮਹੰਸ ਕਹਾਉਂਦੇ ਆਪਣੇ ਆਪ ਨੂੰ। ਕਿਤੜੇ ਬਾਨ ਪ੍ਰਸਤ ਬਨਵਾਸੀ ਆ ਬਾਨਪ੍ਰਸਤ ਵੀ ਹੈਗਾ, ਦੇਖੋ ਜਿਹੜਾ ਤੁਹਾਨੂੰ ਚੌਥਾ ਆਸ਼ਰਮ ਲਿਖਾਇਆ ਹੈ, ਬਨਾਂ 'ਚ ਰਹਿਣ ਵਾਲੇ। ਅਸੀਂ ਤਾਂ ਹੁਣ ਬਾਨਪ੍ਰਸਤ ਹਾਂ ਜੀ, ਜੰਗਲ 'ਚ। ਬਾਨ ਨਾਮ ਜੰਗਲ ਦਾ। ਪਰਮਹੰਸ ਜਿਹੜੇ ਸੱਤ ਦੀ ਵਿਚਾਰ ਕਰਦੇ ਨੇ, ਇੱਕ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ, ਇੱਕ ਜਿਹੜੇ ਨੇ ਚੰਗੀ ਤਰ੍ਹਾਂ ਸਿਰ ਚੰਗੀ ਤਰ੍ਹਾਂ ਰਗੜਾ ਕੇ ਮੰਨਿਆ ਹੋਇਆ, ਤੇ ਉਹ ਵੀ ਕਹਿੰਦੇ ਸੀ ਪਰਮਹੰਸ ਹਾਂ ਜੀ। ਕੇਤੜਿਆ ਹੀ ਡੰਡ ਧਾਰ ਮਾੜੇ ਮੋਟੇ ਬਾਲ ਲੈਣੇ, ਇੱਕਦਮ ਥੋੜ੍ਹੇ ਬਹੁਤ ਪ੍ਰੋਪਰ ਮੁੱਲੇ ਹੁੰਦੇ ਨੇ। ਇੱਕ ਚੰਗੀ ਤਰ੍ਹਾਂ ਰਗੜ ਕੇ ਮੁੱਲਿਆ ਹੁੰਦਾ ਹੈ, ਹਾਈਵੇ ਵਾਂਗੂ ਜੇ ਬਣਾਇਆ ਹੋਵੇ ਉੱਦਾਂ ਦੇ, ਉਹ ਵੀ ਪਰਮਹੰਸ ਕਹਾਉਂਦੇ ਨੇ। ਕੇਤੜਿਆ ਹੀ ਡੰਡ ਧਾਰ ਕਿੰਨੇ ਦੰਡੀ ਧਾਰ ਸੰਨਿਆਸੀ, ਬੰਗਾ ਟੇਢਾ ਦਾ ਡੰਡਾ ਹੱਥ 'ਚ ਰੱਖਣਾ। ਅਸੀਂ ਦੰਡੀ ਸੰਨਿਆਸੀ ਹਾਂ ਜੀ, ਹੱਥ 'ਚ ਡੰਡਾ ਰੱਖਦੇ। ਕਿਤੜੇ ਜੈਨੀ ਜੀ ਦਇਆਸੀ ਕਿੰਨੇ ਜੈਨੀ ਨੇ, ਜੀਆਂ ਦੇ ਦਇਆ ਦਇਆ ਕਰਦੇ ਹਾਂ ਜੀ ਅਸੀਂ ਤਾਂ। ਮੂੰਹ 'ਤੇ ਪੱਟੀ ਜਿਹੀ ਬੰਨ੍ਹੀ ਹੁੰਦੀ ਆ ਨਾ, ਹੱਥ ਵਿੱਚ ਝਾੜੂ ਜਿਹਾ ਫੜਿਆ ਹੁੰਦਾ, ਕੀੜਾ ਆ ਕੇ ਪਰਾਂ ਕਰ ਦੇਣਾ ਇਸ 'ਤੇ ਜੂਠਾ ਖਾਣਾ। ਅਤੇ ਉਹ ਜਿਹੜੇ ਇੱਦਾਂ ਦੀ ਦਇਆ ਕਰਨ ਵਾਲੇ, ਉਹ ਜੈਨੀ ਵੀ ਕਿਤੇ ਨਹੀਂ। 6 ਘਰ 6 ਗੁਰ ਆਖੀਨ 6 ਠੀਕ ਪੜਿਆ ਉਹਨਾਂ ਨੇ, 6 ਆੜਾ ਲਾ ਕੇ ਬੋਲੋ ਸਾਰੇ। 6 ਘਰ 6 ਗੁਰ ਆਖੀਨ 6 ਉਪਦੇਸ਼ ਭੇਸ ਅਭਿਆਸੀ 6 ਕਰਕੇ 6 ਸ਼ਾਸਤਰ, ਸਾਂਗ ਸ਼ਾਸਤਰ, ਨਿਆਏ ਸ਼ਾਸਤਰ ਆਦਿਕ ਜਿਹੜੇ ਨੇ, ਮੀਮਾਂਸਾ ਅਤੇ ਯੋਗ ਸ਼ਾਸਤਰ, ਵੇਦਾਂਤ ਸ਼ਾਸਤਰ ਆਦਿ। 6 ਸ਼ਾਸਤਰ। ਘਰ ਨਾਮ ਇੱਥੇ ਸ਼ਾਸਤਰ ਦਾ 16 ਵਿੱਚ ਆਇਆ ਸੀ ਨਾ। 6 ਘਰ 6 ਗੁਰ 6 ਉਪਦੇਸ਼। ਜਿਵੇਂ 6 ਉਹਨਾਂ ਦੇ ਗੁਰੂ ਨੇ ਕਰਤੇ ਨੇ, ਉਹਨਾਂ ਇੱਕ ਸ਼ਾਸਤਰ ਦੇ ਔਥਰ ਨੇ ਜਿਹਨੇ ਸ਼ਾਸਤਰ ਬਣਾਏ। ਸਾਂਗ ਸ਼ਾਸਤਰ ਦਾ ਕਰਤਾ ਕੌਣ? ਕਪਿਲ ਮੁਨੀ। ਨਿਆਏ ਦਾ ਗੌਤਮ ਰਿਸ਼ੀ। ਇਵੇਂ ਵਿਸ਼ੇਸ਼ਕ ਦਾ ਕਨਾਦ ਰਿਸ਼ੀ, ਉਹਨਾਂ ਦੇ ਕਰਤੇ ਹੋਏ। ਇਵੇਂ ਜਿਹੜਾ ਸੀ ਮੀਮਾਂਸਾ ਦਾ ਜੈਮਨੀ ਰਿਸ਼ੀ। ਇਸੇ ਤਰ੍ਹਾਂ ਜਿਹੜਾ ਸੀ ਯੋਗ ਸ਼ਾਸਤਰ ਦਾ ਪਤੰਜਲੀ ਰਿਸ਼ੀ। ਇਵੇਂ ਵਿਧਾਨ ਸ਼ਾਸਤਰ ਦਾ ਕੌਣ ਕਰਤਾ ਸੀ? ਵੇਦ ਵਿਆਸ। ਹਾਂ, ਉਹ ਬੀਬਾ ਨੂੰ ਯਾਦ ਨੇ। ਸੋ ਇਸ ਤਰ੍ਹਾਂ 6 ਉਹਨਾਂ ਦੇ ਗੁਰ ਹੋਏ। ਆਖੀ ਦੇ ਨੇ 6 ਉਪਦੇਸ਼। 6 ਸ਼ਾਸਤਰਾਂ ਦੇ ਅੱਡ ਅੱਡ ਉਪਦੇਸ਼ ਨੇ। ਇਉਂ ਅੱਡ ਅੱਡ ਭਾਈ ਭੇਸ ਨੇ, ਅੱਡ ਅੱਡ ਅਭਿਆਸ ਨੇ, ਭਿੰਨ ਭਿੰਨ ਤਰ੍ਹਾਂ ਦੇ। 6 ਰੁੱਤ 12 ਮਾਹ ਕਰ ਹਾਂ, ਸੂਰਜ ਇੱਕੋ 12 ਰਾਸੀ ਸ਼ਾਬਾਸ਼। 6 ਰੁੱਤਾਂ ਨੇ ਅਤੇ 12 ਮਹੀਨੇ ਨੇ, ਪਰ ਸੂਰਜ ਇੱਕੋ ਹੀ ਹੈ। ਇੱਕੋ ਸੂਰਜ ਨੇ 12 ਮਹੀਨੇ ਬਣਾਤੇ, ਇੱਕੋ ਸੂਰਜ ਨੇ 12 ਰਾਸਾਂ ਬਣੀਆਂ, ਇੱਕੋ ਹੀ ਸੂਰਜ ਤੋਂ 6 ਰੁੱਤਾਂ। ਹਾਂਜੀ, ਜਦੋਂ ਇੱਕ ਰਾਸ ਤੋਂ ਦੂਜੀ ਰਾਸ ਸੂਰਜ ਆਉਂਦਾ, ਸੰਗਰਾਂਦ ਉਦਣ ਹੁੰਦੀ ਆ। ਹਾਂਜੀ, ਗੁਰਾ ਗੁਰੂ ਸਤਿਗੁਰ ਅਬਿਨਾਸੀ ਇਉਂ ਗੁਰੂਆਂ ਦੇ ਗੁਰੂ ਕੌਣ? ਸਤਿਗੁਰੂ। ਕੌਣ ਸਤਿਗੁਰੂ? ਕੌਣ ਹੈ? ਪਰਮੇਸ਼ਰ। ਸਤਨਾਮ ਜਿਹੜਾ ਨਾਸ਼ ਨਹੀਂ ਹੁੰਦਾ, ਗੁਰਨਾਮ ਚੇਤਨ ਸਤਿਗੁਰ ਦੇ, ਉਹ ਕੌਣ ਹੈ? ਪਰਮੇਸ਼ਰ। ਜਿਹੜਾ ਅਬਿਨਾਸੀ ਹੈ, ਕਦੇ ਨਾਸ਼ ਨਹੀਂ ਹੁੰਦਾ, ਉਹ ਗੁਰੂਆਂ ਦਾ ਗੁਰੂ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਨਾ, ਸਾਡਾ ਗੁਰੂ ਕੌਣ ਹੈ? ਆਦ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਹ ਗੁਰੂਆਂ ਦੇ ਗੁਰੂ ਪਰਮੇਸ਼ਰ। ਹਾਂਜੀ, ਕਿਤੜੇ ਹੁਣ ਸਾਧਾਂ ਬਾਰੇ ਆਊਗਾ ਜੀ। ਇਹਨਾਂ ਦੇ ਕਿੰਨੇ ਕਿੰਨੇ ਟੋਲੇ। ਕਿਤੜੇ ਸਾਧ ਵਖਾਣੀਆਂ ਕਿੰਨੇ ਆਪਣੇ ਆਪ ਨੂੰ ਸਾਧ ਕਹਾਉਂਦੇ ਨੇ, ਸਾਧ ਹੁੰਦੇ ਆ ਜੀ। ਹਾਂਜੀ, ਸਾਧ ਸੰਗਤ ਵਿੱਚ ਪਰਉਪਕਾਰੀ। ਸਾਧ ਸਮਝਾਉਂਦੇ ਨੇ, ਪਰਉਪਕਾਰ ਦੇ ਕੰਮ ਕਰਦੇ ਨੇ। ਜਿਹੜੇ ਸਹੀ ਸਾਧ ਨੇ, ਸੱਚੇ ਸਾਧ ਨੇ, ਪਖੰਡੀ ਖਰਾਬ ਕਰਦੇ ਨੇ, ਉਹ ਵੀ ਅੱਗੇ ਆਊਗਾ। ਹਾਂਜੀ, ਕੇਤੜਿਆਂ ਲੱਖ ਸੰਤ ਜਨ। ਕਈ ਸੰਤ ਜਨ ਨੇ ਭਾਈ, ਸੰਤ ਆਤਮਾ ਨੇ। ਹਾਂਜੀ, ਕੇਤੜਿਆਂ ਨਿਜ ਭਗਤ ਭੰਡਾਰੀ। ਕਿੰਨੇ ਜਿਹੜੇ ਨੇ ਨਿਜ ਦੀ ਭਗਤੀ, ਆਪਣੇ ਨਿਜ ਆਤਮਾ ਸਰੂਪ ਨੂੰ ਪ੍ਰਾਪਤ ਕਰਨ ਵਾਸਤੇ ਭਗਤੀ ਕਰਦੇ ਨੇ। ਭਗਤੀ ਦੇ ਭੰਡਾਰ ਭਰ ਕੇ ਰੱਖੇ ਨੇ ਉਹਨਾਂ ਨੇ, ਕਿਤਨੇ ਉਹ ਨੇ। ਹਾਂਜੀ, ਕੇਤੜਿਆਂ ਜੀਵਨ ਮੁਕਤ। ਕਿੰਨੇ ਹੀ ਜੀਵਨ ਮੁਕਤ ਕਹਾਉਣ ਵਾਲੇ ਨੇ। ਹਾਂਜੀ, ਬ੍ਰਹਮ ਗਿਆਨੀ ਬ੍ਰਹਮ ਵਿਚਾਰੀ। ਕਿੰਨੇ ਭਾਈ ਬ੍ਰਹਮ ਗਿਆਨੀ ਵੀ ਹੋਏ ਨੇ ਅਤੇ ਹੈਗੇ ਵੀ ਨੇ।
ਤੇ ਹੋਣਗੇ ਵੀ ਜਿਵੇਂ ਜਿਵੇਂ ਸਮਾਂ ਆਊਗਾ। ਸੰਸਾਰ ਤਾਂ ਹੀ ਖੜਾ ਹੈ। ਜਿੱਦਣ ਮੁੱਕ ਗਿਆ ਨਾ ਸੰਸਾਰ ਤੋਂ ਕੋਈ ਬ੍ਰਹਮ ਗਿਆਨੀ, ਸੰਸਾਰ ਨਹੀਂ ਰਹਿ ਸਕੂਗਾ। ਜੇ ਖੜਾ ਹੈ ਕਿਸੇ ਬ੍ਰਹਮ ਗਿਆਨੀ ਕਰਕੇ ਖੜਾ ਹੈ। ਪਰ ਹੋ ਸਕਦਾ ਡੇਰਿਆਂ ਵਿੱਚ ਬਹੁਤੇ ਨਾ ਹੋਣ, ਗ੍ਰਸਤੀਆਂ ਵਿੱਚ ਹੈਗੇ ਨੇ ਅਜੇ, ਜਿਹੜੇ ਕਿਰਤ ਵੀ ਕਰਦੇ ਨੇ, ਸਵੇਰੇ ਅੰਮ੍ਰਿਤ ਵੇਲੇ ਉੱਠਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਵਿੱਚ ਕਈ ਬ੍ਰਹਮ ਗਿਆਨੀ ਘਰਾਂ 'ਚ ਹੈਗੇ ਨੇ, ਪਰ ਗੁਪਤ ਬੈਠੇ ਨੇ। ਹਾਂਜੀ। ਕੇਤੜਿਆਂ ਸਮਦਰਸੀਆ, ਕਿੰਨੇ ਹੀ ਭਾਈ ਸਮਦਰਸੀ ਜਿਹੜੇ ਨੇ ਸਮਾਨ ਬਿਰਤੀ ਵਾਲੇ, ਮਿੱਤਰ ਸ਼ਤਰੂ ਨੂੰ ਸਮਾਨ ਸਮਝਣਾ, ਨਿੰਦਿਆ ਉਸਤਤੀ ਨੂੰ ਬਰਾਬਰ ਸਮਝਣਾ, ਦੁੱਖ ਸੁੱਖ ਨੂੰ ਸਮਾਨ ਸਮਝਣਾ, ਇਹੋ ਜਿਹੇ ਸਮਦਰਸੀ ਵੀ, ਸਮਬਿਰਤੀ ਵਾਲੇ, ਸਮਦ੍ਰਿਸ਼ਟੀ ਵੀ ਕਿਤਨੇ ਨੇ। ਹਾਂਜੀ। ਕੇਤੜਿਆਂ ਨਿਰਮਲ ਨਿਰੰਕਾਰੀ, ਕਿੰਨੇ ਹੀ ਭਾਈ ਨਿਰਮਲ ਪੰਥੀ ਨੇ, ਨਿਰੰਕਾਰੀ ਨੇ, ਨਿਰੰਕਾਰ ਨੂੰ ਮੰਨਣ ਵਾਲੇ, ਜਿਹੜੇ ਨਿਰਗੁਣ ਦੀ ਉਪਾਸਨਾ ਕਰਨ ਵਾਲੇ, ਨਿਰਮਲ ਨੇ। ਹਾਂਜੀ। ਕਿਤੜੇ ਲੱਖ ਵਿਵੇਕੀਆ, ਕਿੰਨੇ ਹੀ ਭਾਈ ਲੱਖਾਂ ਹੀ ਵਿਵੇਕੀ ਨੇ। ਇੱਕ ਤਾਂ ਕੁਝ ਕੁ ਵਿਵੇਕੀ ਇਹ ਨੇ ਨਾ, ਅਸੀਂ ਜੀ ਕਿਸੇ ਦੇ ਹੱਥ ਦਾ ਨਹੀਂ ਖਾਣਾ, ਅਸੀਂ ਜਿਹੜਾ ਜੀ ਆਪਣੇ ਆਪ ਹੱਥੀਂ ਰੋਟੀ ਪਕਾ ਕੇ ਖਾਣੀ ਹੈ। ਲੱਕੜਾਂ ਵੀ ਧੋ ਕੇ ਕੋਈ ਬਾਲ ਕੇ, ਲੱਕੜਾਂ ਧੋ ਕੇ ਬਾਲ ਕੇ ਅੰਨ ਪਾਣੀ ਬਣਾਉਂਦੇ, ਅਸੀਂ ਵਿਵੇਕੀ ਹੁੰਦੇ ਹਾਂ ਜੀ। ਹੋਰ ਨਹੀਂ ਸਾਡੀ ਕੋਈ ਰਸੋਈ ਤਿਆਰ ਕਰ ਸਕਦਾ, ਆਪੇ ਬਣਾ ਕੇ ਤਿਆਰ ਕਰਕੇ ਖਾਣੀ। ਕੁਝ ਉੱਦਾਂ ਦੇ ਵਿਵੇਕੀ ਨੇ, ਪਰ ਗੁਰਮਤਿ ਅਨੁਸਾਰ ਵਿਵੇਕੀ ਇਹ ਵੀ ਨੇ। ਬਿਬ ਏਕ, ਬਿਬ ਨਾਮ ਦੋ ਦਾ, ਜਿਹੜੇ ਦੋ ਤੋਂ ਇੱਕ ਹੋ ਗਏ। ਬਿਬ ਏਕ, ਬਿਬ ਦੋ ਦਾ ਅਰਥ ਹੈ ਜਿਹੜੇ ਦੋ ਤੋਂ ਇੱਕ ਹੋ ਗਏ ਨੇ, ਇੱਕ ਬਣ ਗਏ ਨੇ ਜਿਹੜੇ, ਉਹਨਾਂ ਨੂੰ ਵਿਵੇਕੀ। ਜਾਂ ਸੱਤ ਦਾ ਨਿਰਣਾ ਕਰਨ ਵਾਲੇ ਵਿਵੇਕੀ, ਹਾਂ, ਗਿਆਨਵਾਨ, ਉਹ ਵੀ ਕਿੰਨੇ ਹੀ ਨੇ। ਕੇਤੜੇ ਦੇਹ ਵਿਦੇਹ ਆਕਾਰੀ, ਕਿਤੜੇ ਦੇ ਵਿਦੇਹ ਆਕਾਰੀ, ਕਈ ਦੇਹ ਤੋਂ ਵਿਦੇਹ ਮੁਕਤ ਹੋ ਗਏ ਨੇ। ਵਿਦੇਹ ਮੁਕਤ ਕਿਹੜੇ ਨੇ? ਉਹਨਾਂ ਨੂੰ ਆਪਣੀ ਦੇਹ ਨਾਲ ਵੀ ਕੋਈ ਲਗਾਓ ਨਹੀਂ। ਦੂਜੇ ਨੇ ਕਿਸੇ ਨੇ ਰੱਖਣੀ ਤਾਂ ਰੱਖ ਲਓ, ਉਹਨਾਂ ਨੇ ਦੇਹ ਨੂੰ ਵੀ ਕਿਸੇ ਨਾਲ ਉਹਦਾ ਲਗਾਓ ਨਹੀਂ ਹੈ। ਨਾ ਇਹਨੂੰ ਕੋਈ ਭੋਜਨ ਨਾ ਪਾਣੀ ਦੇਣ ਦੀ, ਉਹ ਨਹੀਂ ਇਹਨੂੰ ਦਿੰਦੇ, ਉਹਨੇ ਦੇਹ ਤੋਂ ਵੀ ਪਰੇ ਉਹਨੇ। ਉਹ ਕਿਸੇ ਨੇ ਕੋਈ ਰੱਖਣੀ ਤਾਂ ਰੱਖ ਲਓ, ਇਉਂ ਵਿਦੇਹ ਮੁਕਤ। ਹਾਂਜੀ। ਕਿਤੇ ਭਾਏ ਭਗਤ ਪੈ, ਉਹੀ ਬੰਦੇ ਵਿਵੇਕ ਬੁੱਧੀ ਬਿਬ ਤੋਂ ਇੱਕ ਹੋ ਗਏ ਜੀ। ਕਿਤੜੇ ਦੇ ਵਿਦੇਹ ਆਕਾਰੀ ਹੋ ਗਿਆ। ਅੱਗੇ ਚਲੋ, ਸ਼ਾਬਾਸ਼। ਭਾਏ ਭਗਤ ਪੈ ਵਰਤਣਾ, ਠੀਕ ਹੈ। ਸਹਿਜ ਸਮਾਦ ਬੈਰਾਗ ਸਵਾਰੀ, ਠੀਕ। ਭਾਏ ਭਗਤ ਭੈ ਵਰਤਣਾ, ਭਾਏ ਨਾਮ ਪ੍ਰੇਮ ਦਾ, ਭਗਤ ਨਾਮ ਭਗਤੀ। ਭਾਏ ਭਗਤ, ਹਾਂ, ਇਹ ਭੱਬੇ ਨੂੰ ਕੰਨਾ ਜਿਹੜੀ ਸਿਆਰੀ ਨਾਲ ਹੈ। ਹਾਂਜੀ। ਹਾਂ, ਫਿਰ ਪੜੋ ਭਾਏ ਭਗਤ। ਭਾਏ ਭਗਤ, ਭਾਏ ਮੈਨੇ ਪ੍ਰੇਮਾ ਭਗਤੀ ਕਰਨ ਵਾਲੇ, ਭਾਏ ਮੀਨਸ ਪ੍ਰੇਮ, ਪ੍ਰੇਮਾ ਭਗਤੀ ਕਰਨ ਵਾਲੇ ਕਿਤਨੇ? ਭੈ ਵਿੱਚ ਰਹਿਣ ਵਾਲੇ ਰੱਬ ਦੇ। ਹਾਂਜੀ। ਇਉਂ ਵਰਤਦੇ ਨੇ ਜੀਵਨ ਵਿੱਚ। ਕਿੰਨੇ ਹੀ ਸਹਿਜ ਸਮਾਧ, ਸ਼ਾਂਤੀ ਵਿੱਚ ਰਹਿੰਦੇ ਨੇ, ਸਮਾਧੀ ਲਾਉਂਦੇ ਨੇ। ਕਿਤਨੇ ਹੀ ਬੈਰਾਗੀ, ਹਾਂਜੀ, ਇਉਂ ਆਪਣੇ ਆਪ ਨੂੰ ਸਵਾਰਨਾ ਕੀਤਾ ਉਹਨਾਂ ਨੇ। ਗੁਰਮੁਖ, ਜਾਂ ਸਾਨੂੰ ਵੀ ਇੱਦਾਂ ਬਣਨਾ ਚਾਹੀਦਾ ਹੈ। ਪ੍ਰੇਮਾ ਭਗਤੀ ਕਰੀਏ, ਰੱਬ ਦੇ ਭੈ ਵਿੱਚ ਰਹੀਏ, ਗੁਰੂ ਦੇ ਭੈ ਵਿੱਚ ਰਹੀਏ, ਸ਼ਾਂਤ ਸਹਿਜ ਵਿੱਚ ਰਹੀਏ, ਸ਼ਾਂਤ ਸਮਾਧੀ ਸਿਮਰਨ ਕਰਨ ਵੇਲੇ ਸਮਾਧੀ ਲੀਨ ਹੋ ਕੇ ਕਰੀਏ, ਬਰਾਗ ਦਸ਼ਾ ਵਿੱਚ ਰਹੀਏ। ਹਾਂਜੀ। ਗੁਰਮੁਖ ਸੁਖ ਫਲ ਗਰਭ ਨਿਵਾਰੀ, ਇਉਂ ਗੁਰਮੁਖ ਜਿਹੜੇ ਨੇ ਭਾਈ, ਗਰਭ ਨਾਮ ਹੰਕਾਰ ਦਾ, ਨਿਵਾਰੀ ਮੈਨੇ ਨਿਵਰਤ ਕਰਨਾ, ਹੰਕਾਰ ਦੀ ਨਿਵਰਤੀ ਕਰਕੇ ਸੁਖ ਫਲ ਦੀ ਪ੍ਰਾਪਤੀ ਕਰਨ ਵਾਲੇ ਉਹ ਗੁਰਮੁਖ ਨੇ। ਹਾਂਜੀ। ਹੁਣ ਉਹ ਇਹ ਸੀ ਸਾਧ, ਹੁਣ ਕਿ ਅਸਾਧ ਆਉਣਗੇ ਪਖੰਡੀ। ਹਾਂਜੀ। ਕਿਤੜੇ ਲੱਖ ਅਸਾਧ ਜੱਗ ਵਿੱਚ, ਸੰਸਾਰ ਦੇ ਵਿੱਚ ਲੱਖਾਂ ਹੀ ਪਖੰਡੀ ਵੀ ਬਹੁਤ ਨੇ। ਹਾਂਜੀ। ਕਿਤੜੇ ਚੋਰ ਜਾਰ ਜੁਆਰੀ, ਕਿਤਨੇ ਚੋਰ ਨੇ ਸੰਸਾਰ ਵਿੱਚ, ਜਿਵੇਂ ਜਪਜੀ ਸਾਹਿਬ 'ਚ ਕਿਹਾ, ਅਸੰਖ ਚੋਰ ਹਰਾਮਖੋਰ, ਉਸ ਪੌੜੀ ਵੀ ਸਾਰਾ ਨਿਰਣਾ ਦਿੱਤਾ ਹੈ। ਕਿੰਨੇ ਜਾਰ ਨੇ ਬਗਾਨਿਆਂ ਘਰਾਂ 'ਚ ਜਾ ਕਰਕੇ ਬੇਸਬਰੇ ਹੋ ਕੇ ਜਾਤ ਸੱਤ ਭੰਗ ਕਰਕੇ ਆਉਂਦੇ ਆਪਣਾ, ਤੇ ਨਾਲੇ ਅਗਲੇ ਦਾ। ਉਹ ਜਿਹੇ ਯਾਰ ਜੁਆਰੀ ਹੈ, ਜੂਆ ਖੇਡਣ ਵਾਲੇ ਕਿਤਨੇ ਹੀ ਨੇ। ਹਾਂਜੀ। ਬਟਵਾੜੇ ਠੱਗ ਕੇਤੜੇ, ਹਾਂ। ਕੇਤੜਿਆਂ ਨਿੰਦਕ ਅਵਿਚਾਰੀ, ਹਾਂ, ਬਟਵਾੜੇ ਨਾਮ ਹੁੰਦੇ ਆ ਜਿਹੜੇ ਰਾਹ ਵਿੱਚ ਲੁੱਟਣ ਵਾਲੇ, ਰਾਹ ਘੇਰ ਕੇ ਲੁੱਟ ਲੈਣ ਵਾਲੇ। ਹਾਂ, ਇੱਥੇ ਵੀ ਕਈ ਨੇ ਜਾਂਦੇ, ਕਹਿੰਦਾ ਪਰਸ ਖੋਹ ਕੇ ਲੈ ਜਾਣਾ ਰਾਹ 'ਚੋਂ ਹੀ। ਅਤੇ ਇਉਂ ਉਹ ਰਾਹ ਮਾਰ, ਰਾਹ ਵਿੱਚ ਲੁੱਟ ਖਸੁੱਟ ਕਰਨ ਵਾਲੇ, ਉਹਨੂੰ ਕਹਿੰਦੇ ਬਟਵਾੜੇ। ਬਟ ਨਾਮ ਰਾਹ ਦਾ ਹੈ। ਹਾਂਜੀ। ਅਤੇ ਠੱਗ ਨੇ, ਕਈ ਠੱਗੀਆਂ ਮਾਰ ਜਾਂਦੇ। ਇਹ ਕਿਤਨੇ ਇਹ ਨੇ। ਕਿੰਨੇ ਨਿੰਦਕ ਨੇ, ਅਵਿਚਾਰੀ, ਵਿਚਾਰ ਤੋਂ ਰਹਿਤ ਲੋਕ ਕਿਤਨੇ ਹੀ ਨੇ, ਮੂਰਖ। ਹਾਂਜੀ। ਕੇਤੜਿਆਂ ਅਕਿਰਤ ਕਹਣ, ਕਿੰਨੇ ਹੀ ਕਿਰਤਕਾਲ ਨੇ। ਕਿਰਤਕਾਲ ਕਿਹਨੂੰ ਕਹਿੰਦੇ ਨੇ? ਕਿਸੇ ਦੇ ਕੀਤੇ ਹੋਏ ਭਲੇ ਨੂੰ, ਪਰਉਪਕਾਰ ਨੂੰ ਜਿਹੜਾ ਭੁਲਾ ਦੇਵੇ, ਉਹਨੂੰ ਕਿਰਤਕਾਲ ਕਹਿੰਦੇ ਨੇ। ਹਾਂਜੀ। ਕਿਤੜੇ ਬੇਮੁਖ ਤੇ ਅਨਚਾਰੀ, ਬੇਮੁਖ ਕਿਹੜੇ ਨੇ? ਜਿਹੜੇ ਗੁਰੂ ਤੋਂ ਬੇਮੁਖ ਹੋ ਗਏ, ਗੁਰੂ ਨੂੰ ਛੱਡ ਕੇ ਹੋਰ ਪਾਸੇ ਤੁਰ ਗਏ, ਅਤੇ ਉਹ ਬੇਮੁਖ। ਸੁਆਮ ਅਣਚਾਰੀ, ਜਿਹੜੇ ਢਿੱਲੇ ਅਚਾਰ ਵਾਲੇ, ਬੈਡ ਕਰੈਕਟਰ ਵਾਲੇ,
ਖੋਟੇ ਕਰਤੱਵਾਂ ਵਾਲੇ ਦੁਰੇ ਆਚਾਰ ਵਾਲੇ ਉਹ ਅਣਚਾਰੀ ਨੇ। ਸਵਾਮ ਤਰੋਈ ਵਿਸ਼ਵਾਸ ਘਾਤ ਲੂਣ ਹਰਾਮੀ ਮੂਰਖ ਭਾਰੀ। ਕਿੰਨੇ ਇਹ ਨੇ ਸਵਾਮ ਨਾਮ ਸਵਾਮੀ ਮਾਲਕ ਦਾ, ਆਪਣੇ ਮਾਲਕ ਦਾ ਹੀ ਕਤਲ ਕਰ ਦੇਣਾ, ਆਪਣੇ ਮਾਲਕ ਦਾ ਹੀ ਬੁਰਾ ਤੱਕਣਾ, ਬੁਰਾਈ ਤੱਕਣੀ ਹਮੇਸ਼ਾ। ਤੇ ਉਹ ਜਿਹੜੇ ਨੇ ਸਵਾਮੀ ਦਾ ਧਰੋ ਮਾਲਕ ਨਾਲ ਛਲ ਕਰਨ ਵਾਲੇ। ਕਿਤਨੇ ਵਿਸ਼ਵਾਸਘਾਤ, ਭਰੋਸਾ ਦੇ ਕੇ ਬੇਭਰੋਸਗੀ ਹੋ ਕਰਾ ਦੇਣੀ, ਭਰੋਸਾ ਦੇ ਕੇ ਕਿਸੇ ਨੂੰ ਜਿਹੜਾ ਸੀ ਤੇ ਭਰੋਸੇ ਦਾ ਤਿਆਗ ਕਰ ਦੇਣਾ, ਉਹਨੂੰ ਵਿਸ਼ਵਾਸਘਾਤ ਕਹਿੰਦੇ ਨੇ। ਤੇ ਲੂਣ ਹਰਾਮੀ ਕਿੰਨੇ ਕਹਿੰਦਾ, ਨਮਕ ਖਾ ਕੇ ਹਰਾਮ ਕਰ ਦੇਣਾ, ਜਿਹਦਾ ਖਾਧਾ ਉਹਦਾ ਹੀ ਨੁਕਸਾਨ ਕੀਤਾ, ਉਹ ਲੂਣ ਹਰਾਮੀ ਹੋ ਗਏ। ਮੂਰਖ ਭਾਰੀ, ਕਿੰਨੇ ਮੂਰਖ ਭਾਰੀ ਨੇ। ਪੜੋ ਜੀ। ਬਿਖਲੀਪਤ ਵੇਸਵਾ। ਇਹਨੂੰ ਬਖਲੀਪ ਤੇ ਨਹੀਂ ਪਾਣਾ, ਬਿਖਲੀ ਪਤ ਪਾਠ ਇਕੱਠਾ ਹੈ। ਬਿਖਲੀ ਤੇ ਲੱਲੇ ਤੇ ਪੱਪੇ ਦੇ ਵਿਚਾਲੇ ਡੈਸ ਲਾ ਕੇ ਪੜਿਓ, ਬਿਖਲੀ ਪਤ। ਬਿਖਲੀ ਪਤ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ ਸ਼ਬਦ ਅੱਖਰ ਇਹ ਬਿਖਲੀ ਪਤ। ਬਿਖਲੀ ਪਤ ਵੇਸਵਾ। ਬੇਸਵਾ ਵੇਸਵਾ ਹਾਂ। ਰਵਤ ਮਦ ਮਤ ਵਾਲੇ। ਨਹੀਂ, ਵਿਸ਼ਰਾਮ ਗਲਤ ਹੋ ਗਿਆ, ਰਵਤ ਤੇ ਵਿਸ਼ਰਾਮ ਕਰੋ। ਬਿਖਲੀ ਪਤ ਵੇਸਵਾ ਰਵਤ। ਬਿਖਲੀ ਪਤ ਵੇਸਵਾ ਰਵਤ। ਮਦ ਮਤ ਵਾਲੇ ਵੱਡੇ ਵਿਕਾਰੀ। ਮਦ ਮਤ ਵਾਲੇ ਵੱਡੇ ਵਿਕਾਰੀ। ਸੋ ਬਿਖਲੀ ਨਾਮ ਬੇਸਵਾ ਦਾ ਪਤੀ, ਜਿਹੜੇ ਬੇਸਵਾ ਗਮਨ ਕਰਨ ਵਾਲੇ। ਬੇਸਵਾ ਰਵਤ, ਰਵਤ ਨਾਮ ਦਾ ਭੋਗਣਾ। ਹਾਂ, ਬੇਸਵਾ ਦੇ ਭੋਗਾਂ ਵਿੱਚ ਪੈਣ ਵਾਲੇ, ਬੇਸਵਾ ਨਾਲ ਪ੍ਰੀਤ ਰੱਖਣ ਵਾਲੇ, ਉਹ ਬਿਖਲੀ ਪਤ ਉਹਨਾਂ ਨੂੰ ਕਿਹਾ ਜਾਂਦਾ ਹੈ। ਸੋ ਇਵੇਂ ਜਾਂ ਬਿਖਲੀ ਨਾਮ ਚੁਗਲੀ ਕਰਨ ਵਾਲਿਆਂ ਦਾ ਵੀ ਹੁੰਦਾ ਹੈ, ਪਰ ਇੱਥੇ ਬੇਸਵਾ ਵਾਲਾ ਹੀ ਅਰਥ ਲੱਗਦਾ ਜ਼ਿਆਦਾ। ਅਤੇ ਮਦ ਮਤ ਵਾਲੇ, ਮਦ ਨਾਮ ਸ਼ਰਾਬ ਦਾ। ਕਿੰਨੇ ਨੇ ਸ਼ਰਾਬਾਂ ਪੀ ਪੀ ਕੇ ਜਿਹੜੇ ਮਸਤ ਹੋਏ ਰਹਿੰਦੇ ਨੇ, ਨਾਲੇ ਆਪਣਾ ਨੁਕਸਾਨ ਨਾਲੇ ਘਰਦਿਆਂ ਦਾ। ਤੋ ਜਿਹੜੇ ਸ਼ਰਾਬੀ ਨੇ ਫਿਰ ਵੱਡੇ ਵਿਕਾਰੀ। ਸੋ ਸ਼ਰਾਬ ਕਰਕੇ ਵਿਕਾਰ ਬਹੁਤ ਵੱਧਦੇ ਨੇ, ਅਤੇ ਉਹ ਵੱਡੇ ਵਿਕਾਰੀ ਆਖੀਂਦੇ ਨੇ ਜੀ। ਵਿਸ਼ਟ ਵਿਰੋਧੀ ਕੇਤੜੇ। ਹਾਂ। ਕੇਤੜਿਆਂ ਕੂੜੇ ਕੁੜਿਆਰੀ। ਕੂੜਿਆਰੀ, ਕੂੜਿਆਰੀ। ਹਾਂ, ਕੱਕਣ ਤੋਂ ਲੈਂਕੜੇ ਲੱਕ। ਬਿਸ਼ਟ ਨਾਮ ਦਾ ਵਿਚੋਲੇ ਦਾ। ਅਤੇ ਵਿਚੋਲੇ ਬਣ ਕੇ ਪਹਿਲਾਂ ਵਿਚੋਲਾ ਬਣ ਜਾਣਾ, ਫਿਰ ਉਹਨੂੰ ਵਿਚੋਲਗੀ ਦੇ ਵਿੱਚ ਦੂਜੇ ਦਾ ਨੁਕਸਾਨ ਕਰਾ ਦੇਣਾ, ਰਿਸ਼ਤਾ ਕਰਾ ਕੇ ਚੁਗਲੀ ਚਪਟਾ ਕਰਕੇ ਰਿਸ਼ਤਾ ਤੜਾ ਦੇਣਾ। ਇਉਂ ਵਿਚੋਲੇ ਬਣ ਕੇ ਕਿਸੇ ਦਾ ਨੁਕਸਾਨ ਕਰਨਾ ਅਤੇ ਵਿਰੋਧੀ ਹੋ ਜਾਣਾ। ਅਤੇ ਕੇਤੜਿਆਂ ਕੂੜੇ ਝੂਠੇ ਨੇ, ਜਿਹੜੇ ਝੂਠ ਦਾ ਹੀ ਆਸਰਾ ਲੈਂਦੇ ਨੇ, ਝੂਠ ਦਾ ਹੀ ਵਿਹਾਰ ਕਰਦੇ ਨੇ। ਹਾਂਜੀ। ਗੁਰਪੂਰੇ ਬਿਨ ਅੰਤ ਖੁਆਰੀ। ਪੜ੍ਹੋ ਸਾਰੇ। ਗੁਰਪੂਰੇ ਬਿਨ। ਗੁਰਪੂਰੇ ਬਿਨ ਅੰਤ ਖੁਆਰੀ। ਅੰਤ ਇਹ ਸਿਧਾਂਤ ਦਿੱਤਾ ਸਾਰੇ ਕਾਸੇ ਦਾ, ਜਿੰਨੀਆਂ ਪੌੜੀਆਂ ਪੜ੍ਹੀਆਂ ਨੇ। ਪੂਰੇ ਗੁਰੂ ਤੋਂ ਬਿਨਾਂ ਭਾਈ ਅੰਤ ਨੂੰ ਸਾਰਿਆਂ ਨੂੰ ਖੁਆਰ ਹੋਣਾ ਪੈਣਾ ਹੈ। ਗੁਰਪੂਰੇ ਬਿਨ। ਗੁਰਪੂਰੇ ਬਿਨ ਅੰਤ ਖੁਆਰੀ। ਅੰਤ ਖੁਆਰੀ। ਅੰਤ ਦੇ ਤੱਤੇ ਨੂੰ ਸਿਆਰੀ ਲੱਗੀ ਆ, ਨੂੰਹ ਦਾ ਅਰਥ ਦਿੰਦੀ ਹੈ। ਅੰਤ ਨੂੰ ਕੀ ਹੋਣਗੇ? ਖੁਆਰ ਹੋਣਗੇ। ਸਾਰੀ ਪੌੜੀ ਪੜ੍ਹੋ ਇਕੱਠੇ ਹੋ ਕੇ। ਕਿਤੜੇ ਲੱਖ ਸਾਧ ਜੱਗ ਵਿੱਚ, ਕਿਤੜੇ ਚੋਦਾਰ ਜੁਆਰੀ। ਜੁਆਰੀ ਦਨਕੜੇ ਕਿਉਂ ਨਹੀਂ ਲਾਉਂਦੇ ਜੱਜੇ ਨੂੰ? ਜੁਆਰੀ। ਸਾਡੇ ਕੋਲ ਦਨਕੜੇ ਆ, ਇੱਕ ਹੈ ਤੁਹਾਡੇ ਕੋਲ? ਫਿਰ ਜੁਆਰੀ ਪੜ੍ਹੋ। ਦੋ ਹੈ ਜੀ। ਜਿਨ੍ਹਾਂ ਕੋਲ ਦੋ ਨੇ ਦੋ ਪੜ੍ਹੋ। ਫਿਰ ਚਲੋ ਅੱਗੇ। ਵਟਵਾੜੇ ਠੱਗ ਕੇਤੜੇ। ਕੇਤੜਿਆਂ ਨਿੰਦਕ ਵਿਚਾਰੀ। ਕੇਤੜਿਆਂ ਕਿਰਤ ਘਨ ਕੇਤੜੇ ਬੇਮੁਖ ਤੇ ਅਣਚਾਰੀ। ਆ ਤੁਸੀਂ ਵੀ ਕੇਤੜੇ ਹੀ ਹੋ, ਅੱਡ ਅੱਡੇ ਪੜ੍ਹਦੇ ਹੋ ਕੇਤੜੇ। ਇਕੱਠੇ ਪੜ੍ਹ ਲਓ। ਕਿਤੜੇ ਲੱਖ ਅਸਾਧ ਜੱਗ। ਕੇਤੜੇ ਲੱਖ ਅਸਾਧ ਜੱਗ ਵਿੱਚ ਤੇ ਵਿਸ਼ਰਾਮ ਕਰੋ। ਕਿਤੜੇ ਲੱਖ ਅਸਾਧ ਜੱਗ ਵਿੱਚ। ਕਿਤੜੇ ਲੱਖ ਅਸਾਧ ਜੱਗ ਵਿੱਚ। ਹਾਂ। ਕਿਤੜੇ ਚੋਰ ਯਾਰ ਜੁਆਰੀ। ਹਾਂ। ਵਟਵਾੜੇ ਠੱਗ ਕੇਤੜੇ। ਕੇਤੜਿਆਂ ਨਿੰਦਕ ਵਿਚਾਰੀ। ਕੇਤੜਿਆਂ ਅਕਿਰਤ ਘਨ। ਕੇਤੜੇ ਬੇਮੁਖ ਤੇ ਅਹੰਕਾਰੀ। ਸਵਾਮੀ ਸਰੋਹੀ ਵਿਸਵਾਦ ਘਾਤ। ਲੂਣ ਹਰਾਮੀ ਮੂਰਖ ਭਾਰੀ। ਬਿਖਲੀਪਤ ਵਿਸਵਾ ਰਮਤ। ਮਦ ਮਤ ਵਾਲੇ ਵੱਡੇ ਬੇਕਾਰੀ। ਵਿਸ਼ਟ ਵਿਰੋਧੀ ਕੇਤੜੇ। ਕੇਤੜਿਆਂ ਕੂੜੇ ਕੁੜਿਆਰੀ। ਸ਼ਾਬਾਸ਼। ਗੁਰਪੂਰੇ ਬਿਨ ਅੰਤ ਖੁਆਰੀ। ਗੁਰਪੂਰੇ ਬਿਨ ਅੰਤ ਖੁਆਰੀ। ਗੁਰਪੂਰੇ ਬਿਨ ਅੰਤ ਖੁਆਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਗੁਰੂ ਵਾਲੇ ਨਹੀਂ ਬਣੇ ਉਹਨਾਂ ਨੂੰ ਸੁਣਾ ਦਿਆ ਕਰੋ, ਧਾਰਨਾ ਬਣਾ ਕੇ। ਗੁਰਪੂਰੇ ਬਿਨ ਅੰਤ ਖੁਆਰੀ।